ਸਤਿ ਸ਼੍ਰੀ ਅਕਾਲ ਜੀ। मैं परमवीर सिंह बाठ इस वेले कैनेडा के कैलगरी शहर के विच ते खेड मैदान के कोले बैठा तो मेरे नाल जगदीश सिंह गिल होरी ने। तो अज इत्थे क्यों बैठे हैं क्योंकि अज ना तो कोट पाया ना टाई लाई आ ना पैंट पाई आ तो मूहरे पई है हाकी। ਇਹਦਾ एक खास कारण है। ਮੈਨੂੰ याद आउंदा सी क्योंकि ਜਦੋਂ मैं जगदीश भाजी होरां दे नाल गल्लां बातां कीतियां पता लग्गिया सारा कुछ अगले पिछले चीज़ां नूं फरोलण दी कोशिश कीती ਤਾਂ चेता आया कि कोई समा ਉਹ ਸੀ कैनेडा ਦੇ ਵਿੱਚ ਜਦੋਂ ਕਾਮਾਗਾਟਾ ਮਾਰੂ ਦਾ ਜਹਾਜ਼ ਜਿਹੜਾ ਕੰਢੇ ਨਹੀਂ ਸੀ ਲੱਗਣ ਦਿੱਤਾ, ਸਾਡੇ ਬੰਦੇ ਵਾਪਸ ਗਏ ਸੀ। ਉਹਦੇ ਤੋਂ ਬਾਅਦ ਸਮਾਂ ਕੁਛ ਇਸ ਤਰ੍ਹਾਂ ਦਾ ਕੈਨੇਡਾ ਦੇ ਵਿੱਚ ਆਇਆ ਸੀ ਕਿ ਪੱਖਪਾਤ ਭੇਦਭਾਵ ਬਹੁਤ ਕੁਛ ਹੁੰਦਾ ਸੀ। ਖਾਸ ਤੌਰ ਦੇ ਉੱਤੇ ਸਿੱਖੀ ਸਰੂਪ ਦੇ ਵਿੱਚ ਨੇ, ਸਰਦਾਰ ਨੇ, ਦਸਤਾਰ ਸਜਾਉਂਦੇ ਨੇ ਤੇ ਉਦੋਂ ਬਹੁਤ ਸਾਰੀਆਂ ਚੀਜ਼ਾਂ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਸਹਿਣ ਕਰਨੀਆਂ ਪਈਆਂ। ਪਰ ਉਹਦੇ ਤੋਂ ਬਾਅਦ ਇੱਕ ਸਮਾਂ ਐਸਾ ਆਇਆ ਕਿਉਂਕਿ ਸਟਰਗਲ ਹੁੰਦੀ ਨਾ, ਜਿਹੜਾ ਸੰਘਰਸ਼ ਹੁੰਦਾ, ਕਈ ਵਾਰੀ ਅਸੀਂ ਸਮਾਂ ਨਹੀਂ ਕੱਢਦੇ, ਸਾਨੂੰ ਲੱਗਦਾ ਨਹੀਂ ਯਾਰ ਕੁਛ ਨਹੀਂ ਹੋ ਸਕਦਾ, ਇੱਥੇ ਤਾਂ ਬਹੁਤ ਹੀ ਹਾਲਾਤ ਖਰਾਬ ਨੇ, ਅਸੀਂ ਗਿਵ ਅਪ ਕਰ ਜਾਂਦੇ, ਅਸੀਂ ਛੱਡ ਦਿੰਦੇ ਹਥਿਆਰ ਕਿ ਨਹੀਂ ਕੁਛ ਨਹੀਂ ਹੋ ਸਕਦਾ। ਪਰ ਉਹੀ ਦੇਸ਼ ਜਿੱਥੇ ਕਾਮਾਗਾਟਾ ਮਾਰੂ ਦਾ ਜਹਾਜ਼ ਨਹੀਂ ਸੀ ਲੱਗਣ ਦਿੱਤਾ, ਜਿੱਥੇ ਪੱਖਪਾਤ ਹੁੰਦਾ ਸੀ, ਜਿੱਥੇ ਤਨਖਾਹਾਂ ਘੱਟ ਦਿੱਤੀਆਂ ਜਾਂਦੀਆਂ ਸੀ, ਜਿੱਥੇ ਆਉਂਦਿਆਂ ਜਾਂਦਿਆਂ ਟੌਂਟ ਕੀਤੇ ਜਾਂਦੇ ਸੀ, ਪਰ ਉਸੇ ਦੇਸ਼ ਦੀ ਨੈਸ਼ਨਲ ਟੀਮ ਦੇ ਵਿੱਚ ਕਿਸੇ ਵੇਲੇ ਪਹਿਲੇ ਸਿੱਖੀ ਸਰੂਪ ਵਾਲੇ ਖਿਡਾਰੀ ਦੇ ਰੂਪ ਦੇ ਵਿੱਚ ਜਗਦੀਸ਼ ਸਿੰਘ ਗਿੱਲ ਹੋਰੀ ਹਾਕੀ ਖੇਡੇ, ਫੀਲਡ ਹਾਕੀ। ਅਤੇ ਜਦੋਂ ਉਹ ਸਮਾਂ ਆਇਆ ਹੋਊਗਾ ਅਤੇ ਮੈਂ ਸੀ ਤਾਂ ਨਹੀਂ ਉਦੋਂ ਇੱਥੇ, ਪਰ ਮੈਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਦੋਂ ਇਤਿਹਾਸ ਕਿਵੇਂ ਬਦਲਿਆ ਹੋਊਗਾ, ਉਦੋਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਪੰਜਾਬੀਆਂ ਦੀਆਂ, ਸਿੱਖਾਂ ਦੀਆਂ ਇੱਥੇ ਆਈਆਂ, ਉਹਨਾਂ ਦਾ ਸੰਘਰਸ਼ ਰੰਗ ਕਿੱਦਾਂ ਲਿਆ ਹੋਊਗਾ। ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕੈਨੇਡਾ ਦੀ ਨੈਸ਼ਨਲ ਟੀਮ ਦੇ ਵਿੱਚ ਹਾਕੀ ਖੇਡ ਚੁੱਕੇ, ਓਲੰਪਿਕ ਖੇਡਾਂ ਦੇ ਵਿੱਚ ਕੈਨੇਡਾ ਦੀ ਪ੍ਰਤੀਨਿਧਤਾ ਕਰ ਚੁੱਕੇ ਜਗਦੀਸ਼ ਸਿੰਘ ਗਿੱਲ ਸਾਹਿਬ ਨਾਲ ਕਰਨੀ ਹੈ। 4-5 ਮੁੱਦੇ ਵਿਚਾਰਨੇ ਆ। ਭਾਰਤ ਦੀ ਹਾਕੀ ਵੀ ਵਿਚਾਰਾਂਗੇ, ਕੈਨੇਡਾ ਦੀ ਹਾਕੀ ਵੀ ਵਿਚਾਰਾਂਗੇ, ਇੱਥੋਂ ਦੇ ਬੱਚਿਆਂ ਦਾ ਭਵਿੱਖ, ਉੱਥੋਂ ਦੇ ਬੱਚਿਆਂ ਦਾ ਭਵਿੱਖ, ਅਤੇ ਸਭ ਤੋਂ ਵੱਡੀ ਗੱਲ ਇੰਟਰਨੈਸ਼ਨਲ ਸਟੂਡੈਂਟਸ ਬੜੀ ਚਰਚਾ ਦੇ ਵਿੱਚ ਰਹਿੰਦੇ ਆ ਕਿ ਪੰਜਾਬ ਤੋਂ, ਭਾਰਤ ਤੋਂ, ਵੱਖ-ਵੱਖ ਮੁਲਕਾਂ ਤੋਂ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਆ, ਬਹੁਤ ਸਾਰੇ ਲੋਕ ਉਹਨਾਂ ਨੂੰ ਚੰਗੀ ਨਜ਼ਰ ਦੇ ਨਾਲ ਦੇਖਦੇ ਆ, ਮਿਹਨਤੀ ਬੜੇ ਹੁੰਦੇ ਆ। ਅਤੇ ਅੱਜ ਵੀ ਅੰਤਰਰਾਸ਼ਟਰੀ ਵਿਦਿਆਰਥੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਦੇ ਆ, ਬਹੁਤ ਸਾਰੀਆਂ ਸਮੱਸਿਆਵਾਂ ਨੇ, ਪਰ ਇੱਕ ਐਸੀ ਉਦਾਹਰਣ ਹੈ ਆਪਣੇ ਸਾਹਮਣੇ ਜਗਦੀਸ਼ ਸਿੰਘ ਗਿੱਲ ਹੋਰੀ ਕਿ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਕੈਨੇਡਾ ਆਏ, ਪੜ੍ਹਾਈ ਪੂਰੀ ਕੀਤੀ, ਕਾਗਜ਼ ਪੱਤਰ ਪੂਰੇ ਕੀਤੇ ਅਤੇ ਕੈਨੇਡਾ ਦੀ ਨੈਸ਼ਨਲ ਹਾਕੀ ਟੀਮ ਦੇ ਵਿੱਚ ਇਸ ਦੇਸ਼ ਦੀ ਪ੍ਰਤਿਨਿਧਤਾ ਕੀਤੀ, ਝੰਡਾ ਉੱਚਾ ਕੀਤਾ। ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਅਤੇ ਅੱਜ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਜਗਦੀਸ਼ ਭਾਅ ਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਗਦੀਸ਼ ਭਾਅ ਜੀ, ਮੰਨ ਕੇ ਚੱਲਿਓ ਕਿ ਖੇਤਾਂ 'ਚ ਹੀ ਬੈਠੇ ਵੱਟਾਂ ਦੇ ਉੱਤੇ, ਅੱਜ ਜਾਣੀ ਕੋਈ ਫਾਰਮੈਲਿਟੀ ਵਾਲੀ ਗੱਲ ਨਹੀਂ, ਆਪਾਂ ਭੁੱਲ ਜਾਈਏ ਕਿ TV ਦੇ ਉੱਤੇ ਗੱਲ ਕਰ ਰਹੇ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਹਾਕੀ ਦਿਖਾ ਦਿਆਂ ਜੀ। ਆਹ ਉਹ ਯੰਤਰ ਹੈ, ਜਿਸ ਯੰਤਰ ਦੇ ਸਿਰ ਦੇ ਉੱਤੇ ਇਹਨਾਂ ਨੇ ਕੈਨੇਡਾ ਦੀ ਰਾਸ਼ਟਰੀ ਟੀਮ ਦੀ ਪ੍ਰਤੀਨਿਧਤਾ ਕੀਤੀ ਅਤੇ ਆਪਣੇ ਭਾਈਚਾਰੇ ਦਾ ਨਾਂ ਉੱਚਾ ਕੀਤਾ। ਮੈਂ ਜਗਦੀਸ਼ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਗਿੱਲ ਸਾਹਿਬ ਕਿ ਕੈਨੇਡਾ ਕਦੋਂ ਆਏ, ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਆਏ, ਪੜ੍ਹਾਈ ਕਾਹਦੀ ਕੀਤੀ, ਕਿੰਨੇ ਸਾਲ ਪੜ੍ਹਾਈ ਕੀਤੀ, ਕਿਹੜੇ ਕਾਲਜ ਤੋਂ ਕੀਤੀ, ਉਹ ਸਾਰਾ ਕੁਝ ਦੱਸਿਓ। ਹਾਂਜੀ ਵੀਰ ਜੀ, ਮੈਂ ਆਪਣਾ 2005 ਵਿੱਚ ਆਇਆ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟ ਵਿੱਚ, ਅਤੇ ਇੱਥੋਂ ਮੈਂ ਇੱਥੇ ਆ ਕੇ ਆਪਣੀ ਮਾਰਕੀਟਿੰਗ ਮੈਨੇਜਮੈਂਟ ਫਾਈਨੈਂਸ਼ੀਅਲ ਸਟੱਡੀਜ਼ ਕੀਤੀਆਂ ਜੀ। 2 ਸਾਲ ਦਾ ਪ੍ਰੋਗਰਾਮ ਸੀਗਾ ਮੇਰਾ, ਉਹ ਫਿਨਿਸ਼ ਕਰਕੇ ਫਿਰ ਉਸ ਟਾਈਮ ਦੌਰਾਨ ਆਪਣੀ ਜਿਹੜੀ ਹਾਕੀ ਸੀਗੀ ਉਹ ਆਊਟ ਆਫ ਟੱਚ ਸੀਗੀ, ਆਪ ਛੱਡ ਚੁੱਕੇ ਸੀਗੇ। ਠੀਕ ਹੈ ਜੀ। ਪਰ ਡਰੀਮ ਅਲਾਈਵ ਸੀਗਾ ਅੰਦਰ। ਇਹ ਆਲਵੇਜ਼ ਬਚਪਨ ਵਿੱਚ ਰਿਹਾ ਸੀਗਾ ਕਿ ਇੰਡੀਆ 'ਚ ਵਿੱਚ ਜੰਮੇ ਪਲੇ ਸੀ ਕਿ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਕਿਸੇ ਦਿਨ। ਹਰ ਸਮੇਂ ਡਰੀਮ ਸੀਗਾ, ਹਰ ਸਮੇਂ ਸੁਪਨਾ ਸੀਗਾ ਇਹ। ਇੱਥੇ ਆ ਕੇ ਫਿਰ ਜਦੋਂ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਆ, ਸਾਰਿਆਂ ਨੂੰ ਪਤਾ ਇੱਥੇ ਬਹੁਤ ਸਾਰੀਆਂ ਐਜੂਕੇਸ਼ਨ ਕਰਨੀ, ਪਲੱਸ ਕੰਮ ਕਰਨਾ, ਆਪਣੀਆਂ ਫੀਸਾਂ ਪੂਰੀਆਂ ਕਰਨੀਆਂ, ਆਪਣਾ ਪਿਛੋਕੜ ਦੇਖਣਾ, ਆਪਣੇ ਘਰਦਿਆਂ ਦੀ ਸਪੋਰਟ ਕਰਨੀ, ਉਹ ਬਹੁਤ ਸਾਰੀਆਂ ਚੀਜ਼ਾਂ ਵਿੱਚ ਆਪਾਂ ਜਦੋਂ ਅਸੀਂ ਲੰਘਦੇ ਹਾਂ ਤਾਂ ਕੁਛ ਚੀਜ਼ਾਂ ਹੁੰਦੀਆਂ ਆਪਾਂ ਨੂੰ ਬੈਲੈਂਸ ਆਊਟ ਕਰਨੀਆਂ ਪੈਣੀਆਂ ਆਪਣੀ ਜ਼ਿੰਦਗੀ ਵਿੱਚ। ਉਸ ਦੌਰਾਨ ਫਿਰ ਆਪਣੀ ਐਜੂਕੇਸ਼ਨ ਫਿਨਿਸ਼ ਕੀਤੀ ਜਾਰਜ ਬਰਾਊਨ ਕਾਲਜ ਵਿੱਚੋਂ, ਟੋਰਾਂਟੋ ਆਏ ਸੀ ਜੀ। ਅਤੇ ਉੱਥੇ ਫਿਨਿਸ਼ ਕਰਨ ਤੋਂ ਬਾਅਦ ਫਿਰ ਆਪਾਂ ਆਪਣੀ ਜੋਬ ਸ਼ੁਰੂ ਕੀਤੀ, ਅਤੇ ਜੋਬ ਹੋਈ। ਜੋਬ ਦੇ ਨਾਲ ਨਾਲ ਫਿਰ ਆਪਾਂ ਨੂੰ ਆਪਣੀ ਪਰਮਾਨੈਂਟ ਰੈਸੀਡੈਂਸੀ ਮਿਲੀ ਕੈਨੇਡਾ ਦੀ। ਫਿਰ ਜਦੋਂ ਪਰਮਾਨੈਂਟ ਰੈਸੀਡੈਂਸੀ ਮਿਲੀ, ਫਿਰ ਆਪਾਂ ਨੂੰ ਹੁੰਦਾ ਹੈ ਕਿ ਲਾਈਕ ਚਲੋ ਇੱਕ ਪੜਾਅ ਆਪਣੀ ਜ਼ਿੰਦਗੀ ਦਾ ਜਿਹੜਾ ਵੱਡਾ ਸੀ ਉਹ ਗੁਜ਼ਰ ਚੁੱਕਿਆ, ਹੁਣ ਆਪਾਂ ਨੈਕਸਟ ਸੋਚਣਾ। ਫਿਰ ਜੋਬ ਸ਼ੁਰੂ ਕਰਨ ਦੇ ਨਾਲ ਫਿਰ ਇੱਥੇ ਆਪਣੀ ਦੁਬਾਰਾ ਹਾਕੀ ਸ਼ੁਰੂ ਕੀਤੀ, ਜਿਹੜੀ ਇੰਡੀਆ ਵਿੱਚ ਦੱਬ ਆਏ ਸੀ ਉਹਦੇ ਕਹਿਣ। ਫਿਰ ਆਪਣਾ ਜਿਹੜਾ ਡਰੀਮ ਸੀਗਾ ਉਹਨੂੰ ਦੁਬਾਰਾ ਜਾਗਰੂਕ ਕੀਤਾ ਜੀ, ਅਤੇ ਬਸ ਉਹਦੇ ਮੁੱਦੇ 'ਤੇ ਫਿਰ ਆਪਾਂ ਹੌਲੀ ਸਟੈਪ ਆਨ ਕੀਤੇ। ਹਾਂਜੀ ਠੀਕ ਹੈ ਜੀ। ਸੋ ਮੈਂ ਇੱਕ ਬੇਨਤੀ, ਜਿੰਨੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਸਾਡੇ ਬੱਚੀਆਂ, ਖਾਸ ਤੌਰ 'ਤੇ +2 ਕਰਕੇ ਜਿਹੜੇ ਵਿਦਿਆਰਥੀ ਆਉਂਦੇ ਆ, ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ, ਕੰਮ 'ਤੇ ਕੋਈ ਸਮੱਸਿਆ ਹੋਵੇ, ਪੜ੍ਹਾਈ 'ਤੇ ਕੋਈ ਸਮੱਸਿਆ ਹੋਵੇ, ਜਿੱਥੇ ਰਹਿੰਦੇ ਹੋ ਉੱਥੇ ਕੋਈ ਸਮੱਸਿਆ ਹੋਵੇ, ਫੀਸ ਦੀ ਘਾਟ ਹੈ, ਬਹੁਤ ਸਾਰੀਆਂ ਸਮੱਸਿਆਵਾਂ, ਬੜੇ ਕੇਸ ਆਉਂਦੇ ਨੇ, ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ, ਸੁਸਾਈਡ ਤੱਕ ਦੀਆਂ ਘਟਨਾਵਾਂ ਘਟਦੀਆਂ।
ਉਧਰਲੇ ਪਾਸੇ ਨੂੰ ਨਹੀਂ ਤੁਰਨਾ, ਕਿਉਂਕਿ ਆਪਣੇ ਕੋਲ ਜਿਉਂਦੀ ਜਾਗਦੀ ਉਦਾਹਰਣ ਹੈ। ਉਹ ਕਹਿੰਦੇ ਜੀ ਇੱਥੇ ਆ ਕੇ ਪੜ੍ਹਾਈ ਵੀ ਕਰਨੀ ਸੀ ਅਤੇ ਇੱਕ ਸ਼ੌਕ ਸੀ ਕਿ ਭਾਈ ਹਾਕੀ ਖੇਡਣੀ ਹੈ, ਇੰਡੀਆ ਨੂੰ ਰੀਪ੍ਰਜੈਂਟ ਕਰਨਾ, ਇੰਡੀਆ ਦੀ ਟੀਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ। ਸਥਿਤੀਆਂ ਇੱਦਾਂ ਦੀਆਂ ਬਣਦੀਆਂ, ਬੰਦਾ ਆਪਣਾ ਭਵਿੱਖ ਸਵਾਰਨ ਲਈ ਦੇਸ਼ ਛੱਡਿਆ, 7 ਸਮੁੰਦਰੋਂ ਪਾਰ ਆਏ, ਹਾਕੀ ਦਿਲ ਦੇ ਵਿੱਚ ਰੱਖੀ, ਪੜ੍ਹਾਈ ਕੀਤੀ, ਮੁੜ ਕੇ ਆਪਣੇ ਕਾਗਜ਼ ਪੱਤਰ ਪੂਰੇ ਕਰਕੇ ਜਦੋਂ PR ਹੋ ਗਿਆ ਤਾਂ ਉਹਦੇ ਤੋਂ ਬਾਅਦ ਹਾਕੀ ਦੁਬਾਰਾ ਫੜ ਲਈ ਅਤੇ ਹਾਕੀ ਐਸੀ ਫੜੀ ਕਿ ਕੈਨੇਡਾ ਦੀ ਟੀਮ ਦਾ ਹਿੱਸਾ ਬਣ ਗਏ। ਸੋ ਨਿਰਾਸ਼ ਨਹੀਂ ਹੋਣਾ, ਬਹੁਤ ਸਾਰੇ ਸਮੇਂ ਇੱਦਾਂ ਦੇ ਆਉਣਗੇ, ਕੰਮ ਛੁੱਟ ਗਿਆ ਜੀ, ਕਿਸੇ ਨੇ ਪੈਸੇ ਮਾਰ ਲਿਆ ਜੀ, ਕੋਈ ਗੱਲ ਨਹੀਂ, ਇੱਥੇ ਚੰਗੇ ਬੰਦਿਆਂ ਦੀ ਕੋਈ ਕਮੀ ਨਹੀਂ, ਵਿੱਚ ਵਿਚਾਲੇ ਕੋਈ ਵਿਰਲੇ ਟਾਵੇਂ ਜਿਹੜੇ ਉਹ ਮਾੜੇ ਵੀ ਹੈਗੇ ਆ। ਪਰ ਤੁਸੀਂ ਜਦੋਂ ਵੀ ਤੁਹਾਨੂੰ ਨਿਰਾਸ਼ਾ ਹੋਵੇ, ਜਗਦੀਸ਼ ਸਿੰਘ ਗਿੱਲ ਹੋਰਾਂ ਦਾ ਚੇਤਾ ਕਰ ਲੈਣਾ ਕਿ ਭਾਈ ਇੱਕ ਉਹ ਗੱਭਰੂ ਜਿਹਦਾ ਪਿਛੋਕੜ ਮਾਣੂਕਿਆਂ ਦਾ ਹੈ ਪੰਜਾਬ ਦਾ, ਮੁੜ ਕੇ ਕਲਕੱਤੇ ਵਾਲੇ ਪਾਸੇ ਵੀ ਰਹੇ, ਫਿਰ ਕੈਨੇਡਾ ਆ ਗਏ, ਬਹੁਤ ਕੁਛ ਹੈ। ਆਪਾਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖੰਗਾਲਣ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਇਹ ਦੱਸਿਓ, ਕਿੰਨੇ ਸਾਲ ਹਾਕੀ ਨਹੀਂ ਖੇਡੀ ਜਦੋਂ ਇੱਥੇ ਆ ਗਿਆ ਸੀ? ਕਿੰਨੇ ਸਾਲ ਦੀ ਬ੍ਰੇਕ ਤੋਂ ਬਾਅਦ ਹਾਕੀ ਸ਼ੁਰੂ ਕੀਤੀ ਅਤੇ ਕਿੰਨੇ ਸਾਲ ਲੱਗੇ ਕੈਨੇਡਾ ਦੀ ਟੀਮ ਤੱਕ ਅੱਪੜਨ ਦੇ ਲਈ, ਅਤੇ ਕਿੰਨੇ ਘੰਟੇ ਅਭਿਆਸ ਕਰਦੇ ਸੀ? ਵੀਰ ਜੀ 2005 ਵਿੱਚੋਂ ਆਇਆ, ਸਟੱਡੀ ਸ਼ੁਰੂ ਕੀਤੀ, ਉਹਦੇ ਬਾਅਦ 2009 ਵਿੱਚ ਦੁਬਾਰਾ ਸ਼ੁਰੂ ਕੀਤੀ ਹਾਕੀ ਖੇਡਣੀ ਇੱਥੇ ਜੀ। ਆਲਮੋਸਟ 4 ਸਾਲ ਦਾ ਸੀਗਾ। ਪਰ ਇੱਕ ਚੀਜ਼ ਜ਼ਰੂਰ ਸੀਗੀ ਜ਼ਿੰਦਗੀ ਵਿੱਚ, ਕੁਦਰਤੀ ਤੌਰ 'ਤੇ ਆਪਣੇ ਆਪ ਨੂੰ ਮੇਨਟੇਨ ਜ਼ਰੂਰ ਰੱਖਿਆ। ਆਪਣੇ ਆਪ ਮੇਨਟੇਨ ਤਾਂ ਰੱਖਿਆ ਕਿਉਂਕਿ ਪਹਿਲਾਂ ਤੋਂ ਹੀ ਆਪਾਂ ਛੋਟੇ ਹੁੰਦੇ ਤੋਂ ਸਪੋਰਟਸ ਵਿੱਚ ਸੀਗੇ, ਤਾਂ ਇਸ ਲਈ ਉਸ ਜਿਹੜੀ ਸੀਗੀ ਉਹ ਜਿਹੜੀ ਮੇਨਟੇਨੈਂਸ ਸੀਗੀ ਆਪਦੇ ਆਪ ਨੂੰ ਸਮੇਂ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਬਰਕਰਾਰ ਰੱਖਿਆ। ਨਾਲੇ ਇੰਟਰਨੈਸ਼ਨਲ ਜਦੋਂ ਸਟੂਡੈਂਟ ਹੁੰਦੇ ਆ, ਇੰਟਰਨੈਸ਼ਨਲ ਸਟੂਡੈਂਟ ਚੰਗੀ ਤਰ੍ਹਾਂ ਪਤਾ ਹੈ ਕਿ ਖਾਣ ਪੀਣ ਦਾ ਔਖਾ ਹੁੰਦਾ, ਬੰਦਾ ਮੋਟਾ ਹੁੰਦਾ ਹੀ ਨਹੀਂ, ਸਿੱਧੀ ਜਿਹੀ ਗੱਲ, ਠੀਕ ਹੈ ਨਾ। ਕੰਮ ਹੀ ਕਰਨਾ ਹੁੰਦਾ, ਰਾਤ ਨੂੰ ਆਪਾਂ ਜੋਬ ਕਰਦੇ ਹੁੰਦੇ ਸੀਗੇ, ਦਿਨੇ ਕਾਲਜ ਜਾਈਦਾ ਹੁੰਦਾ ਸੀਗਾ, ਰਾਤ ਨੂੰ ਫਿਰ 12 ਘੰਟੇ ਦੀ ਸ਼ਿਫਟ ਕਰੀਦੀ ਹੁੰਦੀ ਸੀਗੀ, ਅਤੇ ਖਾਣ ਪੀਣ ਦਾ ਤਾਂ ਫਿਰ ਕੰਮ ਉਵੇਂ ਹੁੰਦਾ ਸੀਗਾ। ਬਸ ਇੱਕ ਤਰਫ ਤੋਂ ਚੰਗੀ ਪੋਜ਼ੀਟਿਵ ਸੀਗੀ ਆਪਣੇ ਲਈ ਕਿ ਆਪਣੇ ਆਪ ਨੂੰ ਮੇਨਟੇਨ ਰੱਖਿਆ। ਅਤੇ ਦੁਬਾਰਾ ਜਦੋਂ ਹਾਕੀ ਸ਼ੁਰੂ ਕੀਤੀ 4 ਸਾਲਾਂ ਬਾਅਦ, ਉਨੀ ਅਖਿਆਈ ਨਹੀਂ ਹੋਈ ਇਨ ਦੀ ਬਿਗਨਿੰਗ 'ਚ। 6 ਮਹੀਨੇ ਜਦੋਂ ਲੱਗੇ ਆਪ ਨੂੰ ਬੈਕ ਟੂ ਨੋਰਮਲ ਹੋਣ ਦੇ ਵਾਸਤੇ, ਅਤੇ ਵਾਪਸ ਆਪਾਂ ਉਸ ਪੱਧਰ 'ਤੇ ਆ ਗਏ ਜੀ। ਠੀਕ ਹੈ ਜੀ। ਇਹਨਾਂ ਜਗਦੀਸ਼ ਜੀ ਮੈਨੂੰ ਦੱਸਿਓ ਕਿ ਕਲੱਬ ਵੱਲੋਂ ਹਾਕੀ ਸ਼ੁਰੂ ਕੀਤੀ, ਕੈਨੇਡਾ ਦੀ ਟੀਮ ਤੱਕ ਕਿੰਨਾ ਚਿਰ ਲੱਗਾ ਅੱਪੜਨ ਨੂੰ? ਰੀਓ ਓਲੰਪਿਕ ਦੇ ਵਿੱਚ ਤੁਸੀਂ ਕੈਨੇਡਾ ਨੂੰ ਰੀਪ੍ਰਜੈਂਟ ਕੀਤਾ, ਰੋਜ਼ ਐਕਸਰਸਾਈਜ਼ ਕਰਦੇ ਸੀ, ਅਭਿਆਸ ਕਰਦੇ ਸੀ, ਹਾਕੀ ਖੇਡਦੇ ਸੀ, ਸ਼ੁਰੂ ਕਿੱਥੋਂ ਹੋਇਆ ਅਤੇ ਕਿੰਨੇ ਸਾਲ ਲੱਗੇ ਉੱਥੇ ਤੱਕ ਜਾਣ ਨੂੰ? ਜਿਹੜੀ ਆਪਣੇ ਜੀ ਮੈਂ ਸ਼ੁਰੂ ਕੀਤੀ ਸੀ, ਆਪਣਾ ਟੋਰੰਟੋ ਲਾਇਨਸ ਇੱਕ ਕਲੱਬ ਹੁੰਦਾ ਸੀ ਟੋਰੰਟੋ ਵਿੱਚ ਜੀ, ਉੱਥੋਂ ਆਪਣੇ ਮੁੰਡੇ ਸੀਗੇ ਜਾਣ ਪਛਾਣ ਵਾਲੇ, ਉਹਨਾਂ ਨੇ ਮੈਨੂੰ ਜ਼ੋਰ ਪਾਇਆ ਕਿ ਆਓ ਹਾਕੀ ਖੇਡੋ ਦੁਬਾਰਾ। ਉੱਥੇ ਸ਼ੁਰੂ ਕੀਤੀ ਦੁਬਾਰਾ। ਉੱਥੇ ਦਾ ਇੱਥੇ ਜਿਹੜੀ ਇੱਥੋਂ ਅਤੇ ਇੰਡੀਆ ਦਾ ਹਿਸਾਬ ਥੋੜ੍ਹਾ ਡਿਫਰੈਂਟ ਹੈਗਾ। ਇੱਥੇ ਹਾਕੀ ਆਪਾਂ ਸਿਰਫ 2 ਦਿਨ ਖੇਡਦੇ ਹਾਂ ਹਫ਼ਤੇ ਵਿੱਚ, ਠੀਕ ਹੈ ਜੀ। ਰੈਸਟ ਜਿਹੜਾ ਹੁੰਦਾ ਉਹ ਆਪਣੇ ਆਪ ਨੂੰ ਆਪ ਤੁਸੀਂ ਕਿਵੇਂ ਬੈਲੈਂਸ ਕਰਦੇ ਹੋ ਆਪਣੀ ਜ਼ਿੰਦਗੀ ਵਿੱਚ, ਕਿੰਨਾ ਆਪਦੇ ਸਰੀਰ ਵਾਸਤੇ ਟਾਈਮ ਕੱਢਦੇ ਹੋ। ਉਹ ਨੋਰਮਲੀ ਸ਼ਾਮ ਨੂੰ ਕੰਮ ਤੋਂ ਜਦੋਂ ਆਈਦਾ ਹੁੰਦਾ ਸੀਗਾ, ਰਾਈਡਵੇ ਰਨਿੰਗ ਕਰਨ ਚਲੀ ਜਾਈਦਾ ਹੁੰਦਾ ਸੀਗਾ, ਅਤੇ ਆਪਦੇ ਆਪ ਨੂੰ ਫਿਟਨੈਸ ਵਿੱਚ ਰੱਖੀਦਾ ਹੁੰਦਾ ਸੀ। ਜਿਹੜੀ ਦੂਜੀ ਗੱਲ ਹੈਗੀ ਆ, 2009 ਵਿੱਚ ਜਦੋਂ ਸ਼ੁਰੂ ਕੀਤਾ, ਉਹਦੇ ਬਾਅਦ ਅਸੀਂ ਨੈਸ਼ਨਲ ਗੇਮਸ ਖੇਡੀਆਂ ਇੱਥੋਂ ਵਾਲੀਆਂ। ਉਦੋਂ ਓਨਟਾਰੀਓ ਨੂੰ ਰਿਪਰੈਜ਼ੈਂਟ ਕੀਤਾ ਆਪਾਂ। ਉਹ ਜਦੋਂ ਓਨਟਾਰੀਓ ਨੂੰ ਰਿਪਰੈਜ਼ੈਂਟ ਕੀਤਾ ਨੈਸ਼ਨਲ ਗੇਮਸ, ਫਿਰ ਉੱਥੇ ਕੈਨੇਡੀਅਨ ਨੈਸ਼ਨਲ ਟੀਮ ਦੇ ਆਉਂਦੇ ਆ ਪਲੇਅਰ ਜੀ ਉੱਥੇ, ਹਾਂਜੀ, ਨੁਮਾਇੰਦੇ। ਉਦੋਂ ਫਿਰ ਪਹਿਲੀ ਨੈਸ਼ਨਲ ਗੇਮਸ ਜਿੱਤੀਆਂ ਸੀਗੀਆਂ ਉਦੋਂ ਸਾਡੀ ਟੀਮ ਨੇ। ਉਦੋਂ ਮੈਨੂੰ ਉੱਥੇ ਮੋਸਟ ਵੈਲੂਏਬਲ ਪਲੇਅਰ ਦਾ ਅਵਾਰਡ ਮਿਲਿਆ ਸੀ। ਉਹ ਜਦੋਂ ਮਿਲਿਆ ਸੀ, ਫਿਰ ਉਹ 'ਤੇ ਖੜ੍ਹੇ ਪੈਰ ਮੈਨੂੰ ਨੈਸ਼ਨਲ ਟੀਮ ਦੇ ਕੋਚ ਨੇ ਮੈਨੂੰ ਇਨਵੀਟੇਸ਼ਨ ਭੇਜੀ ਸੀਗੀ ਕੈਨੇਡੀਅਨ ਨੈਸ਼ਨਲ ਟੀਮ ਦੇ ਕੈਂਪ ਦੇ ਬਾਅਦ। ਉਸ ਦੌਰਾਨ ਕਿਹੜੇ ਸਾਲ ਦੀ ਗੱਲ ਹੈ ਇਹ? ਹੈਗੀ ਆ 2010 ਦੀ ਗੱਲ। ਹਾਂਜੀ, 2010 ਵਿੱਚ ਉਹਨਾਂ ਨੇ ਮੈਨੂੰ ਇਨਵੀਟੇਸ਼ਨ ਭੇਜਤੀ ਸੀਗੀ ਕਿ ਆਓ ਤੁਸੀਂ ਕੈਨੇਡਾ ਨੈਸ਼ਨਲ ਟੀਮ ਦੇ ਵਿੱਚ ਹਿੱਸਾ ਬਣੋ। ਅਤੇ ਉਹਦੇ ਬਾਅਦ ਮੇਰੇ ਕੋਲ ਉਦੋਂ ਇੰਡੀਅਨ ਪਾਸਪੋਰਟ ਹੁੰਦਾ ਸੀ ਕਿਉਂਕਿ ਪਰਮਾਨੈਂਟ ਰੈਸੀਡੈਂਸੀ ਸੀਗੀ। ਮੈਂ ਟੂਰ ਨਹੀਂ ਜਾ ਸਕਦਾ ਸੀਗਾ, ਵਿਦੇਸ਼ ਨਹੀਂ ਜਾ ਸਕਦਾ ਸੀ ਕੈਨੇਡੀਅਨ ਨੈਸ਼ਨਲ ਟੀਮ ਦੇ ਵਿੱਚ ਖੇਡੇ, ਕਿਉਂਕਿ ਆਪਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਚਾਹੀਦੀ ਆ ਜੇ ਕੈਨੇਡੀਅਨ ਬੈਕ ਦਾ ਆਪਣਾ ਕੈਨੇਡੀਅਨ ਸਿਟੀਜ਼ਨ ਆਪਣਾ ਕੈਨੇਡੀਅਨ ਟੀਮ ਵਾਸਤੇ ਜੇ ਖੇਡਣਾ। ਉਸ ਦੌਰਾਨ 1 ਸਾਲ ਮੈਂ ਪੂਰੀ ਨੈਸ਼ਨਲ ਟੀਮ ਨਾਲ ਟ੍ਰੇਨਿੰਗ ਕਰਦਾ ਰਿਹਾ ਜੀ, ਸਿਰਫ ਆਪਣਾ ਨੈਸ਼ਨਲ ਟੀਮ ਦੇ ਵਿੱਚ ਰਹਿਣ ਵਾਸਤੇ ਲੈ ਹਾਂਜੀ ਮੇਨਟੇਨ ਰੱਖਣ ਵਾਸਤੇ। ਬਾਕੀ ਜਦੋਂ ਬਹੁਤ ਸਾਰੇ ਆਪਣੇ MP ਹੈਗੇ ਆਪਣੇ ਸਰੀ ਵਿੱਚ ਜੀ, ਗੁਰਮੰਤ ਗਰੇਵਾਲ, ਉਹਨਾਂ ਦਾ ਬਹੁਤ ਸਹਿਯੋਗ ਰਿਹਾ। ਉਹਨਾਂ ਨੇ ਬਹੁਤ ਹੈਲਪ ਕੀਤੀ ਸਿਟੀਜ਼ਨਸ਼ਿਪ ਲੈਣ ਵਾਸਤੇ। ਆਪਣੇ ਕੈਨੇਡੀਅਨ ਨੈਸ਼ਨਲ ਟੀਮ ਦੇ ਕੋਚ ਨੇ ਬਹੁਤ ਹੈਲਪ ਕੀਤੀ ਜੀ। ਅਤੇ ਅਸੀਂ ਜਾਣਾ ਸੀਗਾ 2011 ਦੀ ਆਪਣਾ ਪੈਨ ਅਮਰੀਕਨ ਗੇਮਸ ਖੇਡਣ। ਜਿਵੇਂ ਆਪਣੇ ਇੰਡੀਆ ਵਿੱਚ ਏਸ਼ੀਆ ਕੱਪ ਹੁੰਦਾ, ਉਵੇਂ ਇੱਥੇ ਪੈਨ ਅਮਰੀਕਨ ਗੇਮਸ ਹੁੰਦੀਆਂ ਹੈਗੀਆਂ, ਠੀਕ ਹੈ ਜੀ। ਸੇਮ ਉਵੇਂ ਹੀ ਉਦੋਂ ਕੈਨੇਡੀਅਨ ਸਿਟੀਜ਼ਨਸ਼ਿਪ ਮਿਲੀ ਨਹੀਂ ਸੀਗੀ, ਸਿਰਫ 2 ਮਹੀਨੇ ਰਹਿ ਗਏ ਸੀ। ਅਤੇ ਕੈਨੇਡੀਅਨ ਨੈਸ਼ਨਲ ਟੀਮ ਕੋਚ ਨੇ ਬੜਾ ਯੋਗਦਾਨ ਪਾਇਆ, ਬਹੁਤ ਉੱਤੇ ਤੱਕ ਉਹਨਾਂ ਨੇ ਗੱਲ ਕੀਤੀ ਕਿ ਇਹ ਬੰਦਾ ਸਾਨੂੰ ਚਾਹੀਦਾ, ਤਾਂ ਆਪਾਂ ਕੈਨੇਡੀਅਨ ਵਿੱਚ ਇੱਕ ਮੈਡਲ ਲਿਆ ਸਕਦੇ ਹਾਂ। ਉਹਨਾਂ ਨੇ ਫਿਰ ਉਹਨਾਂ ਦੇ ਉਸ ਦੌਰਾਨ 1 ਮਹੀਨੇ ਦੇ ਵਿੱਚ ਮੈਨੂੰ ਉਹਨਾਂ ਨੇ ਸਿਟੀਜ਼ਨਸ਼ਿਪ ਦਵਾ ਦਿੱਤੀ, ਠੀਕ ਹੈ ਜੀ। ਫਿਰ ਉਹ ਕੈਨੇਡੀਅਨਸ਼ਿਪ ਲੈ ਕੇ ਅਸੀਂ ਨੈਸ਼ਨਲ ਟੀਮ ਦੇ ਨਾਲ ਗਏ ਅਤੇ ਅਸੀਂ ਪੈਨ ਅਮਰੀਕਨ ਗੇਮ ਸਿਲਵਰ ਮੈਡਲ ਜਿੱਤਿਆ ਜੀ। ਹਾਂਜੀ, ਕੋਚ ਦੀ ਗੱਲ ਠੀਕ ਸਾਬਤ ਕਰ ਦਿੱਤੀ। ਹਾਂਜੀ। ਅਤੇ
ਫਿਰ ਲਗਾਤਾਰ ਕੈਨੇਡਾ ਦੀ ਟੀਮ ਦਾ ਕਿੰਨੇ ਸਾਲ ਹਿੱਸਾ ਰਹੇ? ਲਗਾਤਾਰ ਲਾਸਟ ਮੇਰਾ ਸੀਗਾ ਆਪਣਾ ਰਿਟਾਇਰਮੈਂਟ ਲਿੱਤੀ ਮੈਂ ਆਪਣੀ ਰੀਓ ਓਲੰਪਿਕਸ ਤੋਂ ਬਾਅਦ 2016। ਠੀਕ ਹੈ, ਹਾਂਜੀ ਰੀਓ ਓਲੰਪਿਕ, ਹਾਂਜੀ ਠੀਕ ਹੈ, ਹਾਂਜੀ। ਲਿਆਓ ਜੀ। ਸੋ ਇੱਕ ਗੱਲ ਦਾ ਮੈਂ ਥੋੜ੍ਹਾ ਜਿਹਾ ਸੀਕੁਐਂਸ ਜੋੜਾਂ, ਕਿਉਂਕਿ ਮੈਂ ਜਦੋਂ ਸਾਲ ਦੇਖਦਾ ਸੀ ਨਾ ਕਿ 2005 ਦੇ ਵਿੱਚ ਆ ਗਿਆ ਤੇ 2009 ਦੇ ਵਿੱਚ ਦੁਬਾਰਾ ਹਾਕੀ ਸ਼ੁਰੂ ਕੀਤੀ, ਤੇ 1 ਸਾਲ ਦੇ ਵਿੱਚ ਹੀ ਦੁਬਾਰਾ ਕੈਨੇਡਾ ਦੀ ਟੀਮ ਤੱਕ ਅੱਪੜ ਗਿਆ। ਜਾਣੀ ਜਦੋਂ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਭਾਈ ਮੈਂ ਆਹ ਕੰਮ ਕਰਨਾ, ਆਪਣੇ ਆਪ ਨੂੰ ਫਿਜ਼ੀਕਲੀ ਮੇਨਟੇਨ ਰੱਖਿਆ, ਸਿਹਤ ਆਪਣੀ ਚੰਗੀ ਰੱਖੀ, ਦੌੜ ਦੂੜ ਲਾਉਂਦੇ ਰਿਹਾ, ਕੰਮ ਕਰ ਸਾਰਾ ਕੁਛ ਕੀਤਾ, ਤੇ ਉਹਦੇ ਤੋਂ ਬਾਅਦ ਕੈਨੇਡਾ ਦੀ ਟੀਮ 'ਚ ਵੀ ਚਲੇ ਗਏ। ਤੇ ਆਮ ਤੌਰ 'ਤੇ ਬੰਦਾ ਕਹਿੰਦਾ ਹੁੰਦਾ ਇਸ ਖੇਡ ਦੇ ਵਿੱਚ ਰੱਖਿਆ ਕੱਖ ਨਹੀਂ, ਇਸ ਖੇਡ ਦੇ ਵਿੱਚ ਕੈਨੇਡਾ ਦੀ ਸਿਟੀਜ਼ਨਸ਼ਿਪ ਰੱਖੀ ਆ ਭਾਈ, ਤੇ ਆਪਣੇ ਕੋਲੇ ਬੰਦਾ ਮੂਹਰੇ ਬੈਠਾ ਹੀ, ਸਾਫ਼ ਜੀ ਗੱਲ ਹੈ। ਤੇ ਉਹਦੇ ਵਿੱਚ ਵੀ ਹੌਸਲਾ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬੀ ਇੱਦਾਂ ਦੇ ਹੈ ਹੀ ਨਹੀਂ ਜਿਹੜਾ ਬੰਦਾ ਪੰਜਾਬੀ ਬੋਲਦਾ ਕਿ ਆਪਾਂ ਹਥਿਆਰ ਹੀ ਸੁੱਟ ਦਈਏ। ਇਹਨਾਂ ਨੇ ਹਥਿਆਰ ਨਹੀਂ ਸੁੱਟੇ, ਤੇ ਕੈਨੇਡਾ ਦੀ ਟੀਮ ਦੇ ਵਿੱਚ ਕੋਚ ਸਾਹਿਬ ਨੇ ਵੀ ਕਿਹਾ, MP ਸਾਹਿਬ ਨੇ ਵੀ ਕਿਹਾ ਕਿ ਭਾਈ ਬੰਦਾ ਚਾਹੀਦਾ ਸਾਨੂੰ, ਤਾਂ ਸਿਟੀਜ਼ਨਸ਼ਿਪ ਦਿਓ। ਚਲੋ ਗੱਲ ਨਿਬੜ ਗਈ। ਹੁਣ ਮੈਂ ਥੋੜ੍ਹਾ ਜਿਹਾ ਪਿੱਛੇ ਆਉਣਾ ਹੈ, ਇੰਡੀਆ ਨੂੰ ਚਲੇ ਜਾਣਾ ਹੈ। ਇੰਡੀਆ ਦੇ ਵਿੱਚ ਕਿਉਂਕਿ ਮੈਂ 2 ਦਿਨ ਪਿਛਲੇ ਮਾਣੂਕੇ ਵਾਲਿਆਂ ਨਾਲ ਰਿਹਾ, ਮੋਹਰ ਸਿੰਘ ਗਿੱਲ ਹੋਰੀ ਸਰਪੰਚ ਸਾਹਿਬ ਤੇ ਪੁਰੀ ਸਾਹਿਬ ਦੋਨੋਂ ਮਿੱਤਰ ਨੇ। ਉਹ ਜਦੋਂ ਤੁਹਾਨੂੰ ਦੇਖਦੇ ਸੀ ਨਾ ਖੇਡਦੇ, ਕਿਉਂਕਿ ਆਪਾਂ ਕੈਲਗਰੀ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਤੁਸੀਂ ਹਿੱਸਾ ਲਿਆ, ਸਾਡੇ ਮਾਣੂਕਿਆਂ ਦਾ ਮੁੰਡਾ, ਜਦੋਂ ਸਾਡੇ ਮਾਣੂਕਿਆਂ ਦਾ ਮੈਂ ਦੇਖਦਾ ਸੀ ਕਿ ਉਹਦੇ ਚਿਹਰੇ ਦਗਦਗ ਕਰਨ ਲੱਗ ਪੈਂਦੇ ਸੀ ਉਸ ਵੇਲੇ ਵੀ ਭਾਈ ਸਾਡੇ ਪਿੰਡ ਦਾ ਮੁੰਡਾ ਜਿਹੜਾ ਉਹ ਖੇਡਦਾ। ਤੇ ਇਹ ਮਾਣ ਕਿਸੇ ਕਿਸੇ ਨੂੰ ਹਾਸਲ ਹੁੰਦਾ ਕਿ ਤੁਹਾਨੂੰ ਦੇਖ ਕੇ ਕਿਸੇ ਦੂਸਰੇ ਬੰਦੇ ਦੇ ਵਿੱਚ ਚੜ੍ਹਦੀ ਕਲਾ ਜਿਹੜਾ ਆਵੇ। ਹੁਣ ਤੁਸੀਂ ਮੈਨੂੰ ਦੱਸਿਓ ਕਿ ਰਹੇ ਤੁਸੀਂ ਕਲਕੱਤੇ ਹੋ, ਪਿੰਡ ਤੁਹਾਡਾ ਮਾਣੂਕੇ ਹੈ, ਉਹ ਕਲਕੱਤੇ ਦੇ ਵਿੱਚ ਤੁਸੀਂ ਕਿੰਨੇ ਸਾਲ ਗੁਜ਼ਾਰੇ, ਪੜ੍ਹਾਈ ਤੁਹਾਡੀ ਉੱਥੇ ਕਿਹੜੀ ਹੋਈ, ਕਿੱਥੇ ਕਿੱਥੇ ਪੜ੍ਹੇ ਹੋ ਸਕੂਲ ਕਾਲਜ ਦੇ ਵਿੱਚ, ਤੇ ਹਾਕੀ ਇੰਡੀਆ ਦੇ ਵਿੱਚ ਕਿੱਦਾਂ ਕਿੱਥੇ ਸ਼ੁਰੂ ਕੀਤੀ? ਜੀ ਆਪਣਾ ਜਨਮ ਤਾਂ ਆਪਣਾ ਮਾਣੂਕੇ ਪਿੰਡ 'ਚ ਹੀ ਹੋਇਆ ਸੀ ਜੀ। ਆਪਣੇ ਫਾਦਰ ਸਾਹਿਬ ਫਿਰ ਇੰਡੀਅਨ ਏਅਰਲਾਈਨਸ ਵਿੱਚ ਕੰਮ ਕਰਦੇ ਸੀਗੇ, ਫਿਰ ਉਹਨਾਂ ਦੀ ਟਰਾਂਸਫਰ ਹੋ ਗਈ ਸੀਗੀ ਕੈਲਕਟਾ ਵਿੱਚ। ਫਿਰ ਜਦੋਂ ਟਰਾਂਸਫਰ ਹੋ ਗਈ ਫਿਰ ਆਪਣਾ ਸਾਰਾ ਪਰਿਵਾਰ ਉੱਥੇ ਚਲੇ ਗਿਆ, ਤੇ ਫਿਰ ਉੱਥੇ ਸਕੂਲਿੰਗ ਉੱਥੇ ਕੀਤੀ। ਆਪਣੇ ਖਾਲਸਾ ਸਕੂਲ ਹੁੰਦਾ ਸੀ, ਖਾਲਸਾ ਇੰਗਲਿਸ਼ ਹਾਈ ਸਕੂਲ, ਉੱਥੇ ਸਕੂਲਿੰਗ ਕੀਤੀ। ਫਿਰ ਉਹਦੇ ਬਾਅਦ ਆਪਣੀ ਜਿਹੜੀ ਕਾਲਜ ਦੀ ਪੜ੍ਹਾਈ ਹੋ ਗਈ ਸੀਗੀ ਉਹ ਹੈ ਆਪਣੀ ਸੈਂਟ ਜ਼ੇਵੀਅਰਸ ਕਾਲਜ ਕੀਤੀ ਜੀ। ਉਹ ਸੈਂਟ ਜ਼ੇਵੀਅਰਸ ਕਾਲਜ 'ਚ ਹਾਈ ਸਕੂਲ ਤੋਂ ਬਾਅਦ ਉਸ ਦੌਰਾਨ ਉੱਥੇ ਹਾਕੀ ਖੇਡਦੇ ਹੁੰਦੇ ਸੀਗੇ, ਵੈਸਟ ਬੰਗਾਲ ਟੀਮ ਦੇ ਰਿਪਰੈਜ਼ੈਂਟ ਕਰਦੇ ਹੁੰਦੇ ਸੀਗੇ ਸਟੇਟ ਲੈਵਲ ਵਿੱਚ। ਠੀਕ ਹੈ ਜੀ। ਉਹ ਖੇਡਣ ਤੋਂ ਬਾਅਦ ਫਿਰ ਆਪਣਾ ਜਦੋਂ ਆਪਾਂ ਕਾਲਜ ਦੇ ਯੂਨੀਵਰਸਿਟੀ ਵਿੱਚ ਉੱਭੜੇ, ਉਦੋਂ ਫਿਰ ਆਪਾਂ ਐਕਸੀਲੈਂਸੀ ਨੂੰ ਰਿਪਰੈਜ਼ੈਂਟ ਕੀਤਾ, ਬੈਂਗਲੌਰ ਵਿੱਚ ਚਲੇ ਗਏ ਜੀ। ਹਾਂਜੀ, ਉੱਥੇ ਆਪਣਾ ਐਕਸੀਲੈਂਸੀ ਆਪਣੇ ਇੰਡੀਆ ਵਿੱਚ 2 ਐਕਸੀਲੈਂਸੀ ਨੇ, ਇੱਕ ਪਟਿਆਲਾ ਐਕਸੀਲੈਂਸੀ ਆ, ਇੱਕ ਆਪਣੀ ਬੈਂਗਲੌਰ ਐਕਸੀਲੈਂਸੀ ਹੈ ਜੀ। ਫਿਰ ਮੈਂ ਬੈਂਗਲੌਰ ਚਲਾ ਗਿਆ ਸੀ ਕਿਉਂਕਿ ਸੈਂਟ ਜ਼ੇਵੀਅਰਸ ਕਾਲਜ ਦੇ ਟਾਈਡ ਅਪ ਸੀਗੇ ਆਪਣੇ ਬੈਂਗਲੌਰ ਵਿੱਚ। ਉੱਥੇ ਵੀ ਇੱਕ ਯੂਨੀਵਰਸਿਟੀ ਹੈਗੀ ਹੈ ਸੈਂਟ ਜ਼ੇਵੀਅਰਸ ਯੂਨੀਵਰਸਿਟੀ, ਤਾਂ ਈਜ਼ੀ ਹੋ ਜਾਂਦਾ ਸੀ ਮੈਨੂੰ ਸਟੱਡੀ ਵਿੱਚ। ਪਰ ਸਟੱਡੀ ਨਹੀਂ ਮੈਂ ਛੱਡੀ, ਸਟੱਡੀ ਮੈਂ ਕੰਟੀਨਿਊ ਰੱਖੀ, ਕਿਉਂਕਿ ਇਹ ਆਪਣਾ ਬਹੁਤ ਵੀਕ ਪੁਆਇੰਟ ਆ। ਆਪਾਂ ਜਦੋਂ ਇੱਕ ਵਾਰ ਸਪੋਰਟਸ ਵੜ ਜਾਂਦੇ ਹਾਂ ਆਪਾਂ ਪੜ੍ਹਾਈ ਨੂੰ ਭੁੱਲ ਜਾਂਦੇ ਹਾਂ। ਜੇ ਆਪਾਂ ਦੋਨੇ ਵਧੀਆ ਕਰਕੇ ਕਰ ਸਕਦੇ ਹਾਂ, ਜੇ ਆਪਾਂ ਉਹਨਾਂ ਨੂੰ ਸੰਭਵ 100% ਸੰਭਵ ਆ ਵੀਰ ਜੀ। ਆਪਾਂ ਸਿੱਖ ਹਾਂ, ਆਪਣੇ ਵਾਸਤੇ ਸਭ ਕੁਝ ਸੰਭਵ ਆ। ਜੇ ਆਪਣੇ ਗੁਰੂ ਸਾਹਿਬ ਇੰਨੇ ਕੁਛ ਕਰ ਗਏ ਆਪਣੇ ਵਾਸਤੇ, ਆਪਾਂ ਨੂੰ ਉੱਥੋਂ ਆਪਾਂ ਨੂੰ ਇਹ ਸਿੱਖਿਆ ਜ਼ਰੂਰ ਮਿਲਦੀ ਹੈ, ਔਰ ਆਪਾਂ ਨੂੰ ਗੁਰੂ ਸਾਹਿਬ ਬਹੁਤ ਕੁਝ ਦੇ ਕੇ ਗਏ ਆ। ਹਰ ਚੀਜ਼ ਪੋਸੀਬਲ ਹੁੰਦੀ ਹੈ ਜੇ ਆਪਾਂ ਉਸ ਚੀਜ਼ ਨੂੰ ਬੈਲੈਂਸ ਕਰਕੇ ਚੱਲੀਏ। ਬਸ ਉਹ ਆਪਾਂ ਆਪਣਾ ਟਾਰਗੇਟ ਜਿਹੜਾ ਹੈਗਾ ਛੋਟੇ ਸਟੈਪ ਹੁੰਦੇ ਆ, ਜੇ ਆਪਾਂ ਛੋਟੇ ਸਟੈਪ ਲਈ ਜਾਈਏ ਜਿਹੜਾ ਆਪਣਾ ਮੁਕਾਮ ਉਹ ਆਪਣੇ ਆਪ ਮਿਲ ਜਾਂਦਾ ਹੈਗਾ ਆਪਾਂ ਨੂੰ। ਹਾਂਜੀ। ਆਖਰੀ ਪੜ੍ਹਾਈ ਕਾਹਦੀ ਕੀਤੀ ਜੀ ਤੁਸੀਂ ਉੱਥੇ? ਮੈਂ ਬੈਚਲਰ ਆਫ ਕਾਮਰਸ ਕੀਤੀ ਸੀ ਜੀ, ਆਨਰਸ। ਹਾਂਜੀ, ਉਹ ਫਿਨਿਸ਼ ਕਰਕੇ ਫਿਰ ਮੈਂ ਵਧੀਆ ਨੰਬਰਾਂ ਨਾਲ, ਹਾਂਜੀ ਬਹੁਤ ਵਧੀਆ ਨੰਬਰਾਂ ਨਾਲ ਕੀਤੀ ਸੀਗੀ। ਤਾਂ ਹੀ ਫਿਰ ਜਦੋਂ ਉੱਥੋਂ ਛੱਡ ਕੇ ਆਏ ਸੀਗੇ, ਇਹੀ ਸੀਗਾ ਕਿ ਚਲੋ ਹੁਣ ਆਪਾਂ ਥੋੜ੍ਹਾ ਜਿਹਾ ਫੋਕਸ ਕਰੀਏ ਇਸ 'ਚ, ਆਪਣਾ ਕੈਰੀਅਰ ਥੋੜ੍ਹਾ ਜਿਹਾ ਇਹਦੇ ਵਿੱਚ ਲਾ ਕੇ ਥੋੜ੍ਹਾ ਜਿਹਾ ਸੈੱਟ ਕਰੀਏ, ਫਿਰ ਬਾਅਦ ਵਿੱਚ ਜਿਹੜਾ ਆਪਣਾ ਹੈਗਾ ਸੁਪਨਾ ਇਹਨੂੰ ਦੁਬਾਰਾ ਆਪਾਂ ਫਲਰਿਸ਼ ਕਰਾਂਗੇ। ਠੀਕ ਹੈ। ਇਹ ਤੁਸੀਂ ਨਾ ਵਧੀਆ ਗੱਲ ਦੱਸੀ ਆ, ਕਮਾਲ ਦੀ ਗੱਲ, ਕਿ 2 ਚੀਜ਼ਾਂ ਹੋ ਸਕਦੀਆਂ ਆਮ ਤੌਰ ਦੇ ਉੱਤੇ ਨਾ ਪੰਜਾਬ ਦੇ ਵਿੱਚ, ਹੋ ਸਕਦਾ ਇੱਥੇ ਵੀ, ਕਿਉਂਕਿ ਮੈਨੂੰ ਤਾਂ ਆਪ ਆਏ ਨੂੰ 2-2.5 ਸਾਲ ਹੋਏ, ਮੈਂ ਟਿੱਪਣੀ ਕੀ ਕਰ ਸਕਦਾ ਕਿ ਨਿਆਣੇ ਨੂੰ ਖੇਡਾਂ 'ਚ ਨਾ ਪਾਓ ਫਿਰ ਇਹ ਪੜ੍ਹਾਈ 'ਚ ਨਿਕੰਮਾ ਹੋ ਜਾਣਾ ਹੀ। ਆਮ ਹੀ ਕਹਿ ਦਿੰਦੇ ਆ, ਜੇ ਤੁਸੀਂ ਇਹਨੂੰ ਖੇਡਣ ਤੋਰ ਦਿੱਤਾ ਆ, ਕੋਈ ਸੱਟ ਲਵਾ ਦੂ, ਬੀਬੀਆਂ ਵੀ ਕਹਿ ਦਿੰਦੀਆਂ ਇੰਨੇ ਫਿਰ ਮੁੜ ਕੇ ਪੜ੍ਹਨਾ ਪੁੜਨਾ ਨਹੀਂ ਹੈਗਾ। ਜੇ ਇਹ ਸਵੇਰੇ ਸ਼ਾਮ 2-2 ਘੰਟੇ ਖੇਲੂਗਾ ਫਿਰ ਪੜ੍ਹਾਈ ਵੱਲੋਂ ਤਾਂ ਗਿਆ, ਖੇਡਾਂ ਨੇ ਦੇਣਾ ਕੀ ਆ, ਕੱਖ ਵੀ ਨਹੀਂ ਦੇਣਾ। ਪਰ ਤੁਸੀਂ ਉਹ ਵੀ ਸਾਡੇ ਸਾਹਮਣੇ ਐਗਜ਼ਾਮਪਲ ਬੈਠੇ ਹੋ ਕਿ ਤੁਸੀਂ, ਕਿਉਂਕਿ ਮੈਂ ਪਿੰਡ ਦਾ ਹੀ ਹਾਂ, ਮੈਂ ਪਿੰਡ 'ਚ ਹੀ ਰਿਹਾ। ਸਾਡੇ ਲਈ ਤਾਂ ਇਹ ਹੁੰਦਾ ਸੀ ਕਿ ਭਾਈ ਕਾਮਰਸ, ਮੈਡੀਕਲ, ਨਾਨ ਮੈਡੀਕਲ ਜਿਹਨਾਂ ਰੱਖਿਆ ਵੀ ਉਹ ਤਾਂ ਬਹੁਤ ਹੁਸ਼ਿਆਰ ਹੁੰਦੇ, ਵੀ ਉਹ ਨਹੀਂ 1 ਸਕਿੰਟ ਵੀ ਅੱਖਾਂ ਤਾਂ ਕਰ ਸਕਦੇ ਕਿਤੇ ਵੀ ਨਾ। ਪਰ ਤੁਸੀਂ ਦੋਨੋਂ ਚੀਜ਼ਾਂ ਮੁਕੰਮਲ ਕੀਤੀਆਂ, ਉਹ ਸੰਭਵ ਵੀ ਰਿਹਾ। ਇਹਦੇ ਵਿੱਚ ਮੈਨੂੰ ਇੱਕ ਚੀਜ਼ ਦੱਸਿਓ ਕਿ ਤੁਹਾਡੇ ਜਿਹੜੇ ਪੇਰੈਂਟਸ ਨੇ, ਪਰਿਵਾਰ ਵਾਲੇ ਆ, ਉਹਨਾਂ ਨੇ ਕਦੇ ਤੁਹਾਨੂੰ ਪਹਿਲਾਂ ਬਰੇਕਾਂ ਬਰੂਕਾਂ ਤਾਂ ਨਹੀਂ ਲਾਈਆਂ ਵੀ ਕਾਕਾ ਪੜ੍ਹਨਾ ਹੁੰਦਾ ਆ, ਵੀ ਐਡੀ ਕਿਹੜੀ ਗੱਲ ਆ ਵੀ ਆਪਾਂ ਹਾਕੀ ਪਿੱਛੇ? ਕਿਉਂਕਿ ਜਦੋਂ ਤੁਸੀਂ ਹਾਕੀ ਖੇਡੀ ਸ਼ੁਰੂ ਕੀਤੀ ਆ ਉੱਥੇ, ਹਾਕੀ 'ਚ ਹੁੰਦਾ ਕੱਖ ਨਹੀਂ ਸੀ। ਮੈਂ ਤਾਂ ਜਦੋਂ ਛੋਟੇ ਹੁੰਦੇ ਤੋਂ ਮੈਂ ਤਾਂ ਹਾਕੀ ਫੈਡਰੇਸ਼ਨਾਂ ਦੀਆਂ ਲੜਾਈਆਂ ਹੀ ਦੇਖੀਆਂ ਕਿ ਇਹਨੂੰ ਬਾਹਰ ਕੱਢ ਦਿੱਤਾ, ਇਹਨੂੰ ਅੰਦਰ ਲਿਆ ਤਾ ਜੀ, ਸਵਾਰਸ਼ੀ ਖਿਡਾਰੀ ਰੱਖ ਲਿਆ ਜੀ, ਉਹ ਕੁਛ ਕਰ ਲਿਆ। ਹਾਕੀ ਖੇਡਣ ਤੋਂ ਰੋਕਿਆ ਤਾਂ ਨਹੀਂ ਉੱਥੇ ਕਿਸੇ ਨੇ? ਨਹੀਂ ਵੀਰ ਜੀ, ਨਾ, ਮੈਨੂੰ ਆਪਣੇ ਮਾਪਿਆਂ ਨੇ ਕਦੇ ਵੀ ਕਿਸੇ ਚੀਜ਼ ਵਿੱਚ ਰੋਕਿਆ ਨਹੀਂ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਚੀਜ਼ ਇਹ ਦੇਖੀ ਆ ਕਿ
ਜਿਹੜੀ ਇੱਕ ਮਜਬੂਰੀ ਹੁੰਦੀ ਹੈ ਨਾ ਜ਼ਿੰਦਗੀ ਵਿੱਚ, ਉਹ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ। ਸਾਡਾ ਜਿਹੜਾ ਟਾਈਮ ਸੀਗਾ ਉਹ ਲੋਅਰ ਮਿਡਲ ਕਲਾਸ ਫੈਮਿਲੀ ਵਿੱਚ ਸੀਗੀ। ਅਸੀਂ ਬਹੁਤ ਟਫ ਟਾਈਮ ਦੇਖਿਆ ਸੀ ਆਪਣੀ ਜ਼ਿੰਦਗੀ ਵਿੱਚ। ਆਪਾਂ ਦੇਖਦੇ ਹੁੰਦੇ ਸੀ ਕਿ ਆਪਣੇ ਮਾਂ ਪਿਓ ਬਹੁਤ ਹਾਰਡ ਵਰਕਿੰਗ ਕਰਦੇ ਆ, ਆਪਾਂ ਨੂੰ ਇਹਨਾਂ ਦਾ ਹੈਲਪਿੰਗ ਹੈਂਡ ਬਣਨਾ ਗਾ ਕਿ ਗੱਲ ਨੂੰ ਆਪਾਂ ਇਹਨਾਂ ਨੂੰ ਜਿੰਨਾ ਇਹਨਾਂ ਨੇ ਆਪਣੇ ਕੀਤਾ ਆਪਾਂ ਇਹਨਾਂ ਨੂੰ ਦੁੱਗਣਾ ਦਈਏ। ਠੀਕ ਹੈ ਨਾ, ਉਹ ਜਿਹੜੀ ਚੀਜ਼ ਪਤਾ ਨਹੀਂ ਰੱਬ ਦੇ ਵੱਲੋਂ ਹੀ ਸੀਗੀ, ਇਹ ਆਪਣੇ ਅੰਦਰ ਸੀਗੀ। ਚਲੋ ਰੱਬ ਨੇ ਮਿਹਰ ਕੀਤੀ ਆਪਣੇ 'ਤੇ। ਉਸ ਚੀਜ਼ ਨੂੰ ਦੇਖਦੇ ਹੋਏ ਉਹ ਜਿਹੜੀ ਚੀਜ਼ ਸੀ ਉਹ ਕੰਟੀਨਿਊ ਰਹੀ, ਜਿਹਦੇ ਨਾਲ ਕਿ ਆਪਣਾ ਅੱਜ ਵੀ ਜੇ ਕਿਸੇ ਨੂੰ ਮਿਲਦੇ ਆ ਦਿਲ ਕਰਦਾ ਹੈ ਕਿ ਚਲੋ ਹੱਸ ਕੇ ਮਿਲੀਏ ਸਾਰਿਆਂ ਨੂੰ। ਉਸ ਚੀਜ਼ ਵਿੱਚ ਆਈ ਥਿੰਕ ਉਹ ਜਿਹੜਾ ਪਾਰਟ ਪਿੱਛੇ ਜ਼ਿੰਦਗੀ 'ਚ ਰਿਹਾ ਉਹ ਅੱਜ ਤੱਕ ਨਾਲ ਕੰਟੀਨਿਊ ਹੈਗਾ ਗਾ ਰੱਬ ਦੀ ਮਿਹਰ ਨਾਲ। ਤਾਂ ਹੀ ਮੈਨੂੰ ਲੱਗਦਾ ਇਹ ਜਿਹੜੇ ਮੁਕਾਮ ਸੀਗੇ ਉਹ ਮਿਲੀ ਗਏ ਆਪਾਂ ਨੂੰ। ਜਗਦੀਸ਼ ਜੀ, ਮੈਨੂੰ ਇੱਕ ਚੀਜ਼ ਜ਼ਰੂਰ ਦੱਸਿਓ, ਜਦੋਂ ਉੱਥੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ, ਖਰਚਾ ਘਰ ਦੇ ਕਰਦੇ ਸੀ, ਸਰਕਾਰ ਕਰਦੀ ਸੀ, ਤੁਹਾਡੀ ਕਲੱਬ ਕਰਦੀ ਸੀ? ਕਦੇ ਇੱਦਾਂ ਵੀ ਹੁੰਦਾ ਸੀ ਕਿ ਵੀ ਪੈਸੇ ਮੰਨ ਲਓ ਡਾਈਟ ਦੇ ਪੈਸੇ ਆ, ਹਾਕੀ ਖਰੀਦਣੀ ਆ, ਕਿੱਟ ਖਰੀਦਣੀ ਆ, ਜਾਂ ਮੰਨ ਲਓ ਟੂਰਨਾਮੈਂਟ ਖੇਡਣ ਜਾਣਾ ਜਾਂ ਪ੍ਰੈਕਟਿਸ ਕਰਨੀ ਜਾਣਾ, ਜਾਣੀ ਘਰਦਿਆਂ ਤੋਂ ਪੈਸੇ ਲੈਣੇ ਹੀ ਪੈਂਦੇ ਹੋਣੇ ਆ? ਅਤੇ ਜੇ ਉਹ ਪੈਸੇ ਲੈਣੇ ਪੈਂਦੇ ਸੀ ਜਾਂ ਨਹੀਂ ਲੈਣੇ ਪੈਂਦੇ ਸੀ, ਜਾਣੀ ਸਪੋਰਟ ਕਲੱਬਾਂ ਵੱਲੋਂ, ਸਰਕਾਰਾਂ ਵੱਲੋਂ, ਸਪੋਂਸਰਾਂ ਵੱਲੋਂ ਕਿੰਨੀ ਕੁ ਹੁੰਦੀ ਸੀ, ਜਾਂ ਫਿਰ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਸੀ ਸ਼ੁਰੂਆਤ 'ਚ? ਸ਼ੁਰੂਆਤ ਤਾਂ ਵੀਰ ਜੀ ਐਕਚੁਅਲੀ ਘਰ ਫੂਕ ਵਾਲੀ ਗੱਲ ਹੁੰਦੀ ਆ, ਪਰ ਤੁਸੀਂ ਆਪਣੇ ਆਪ ਨੂੰ ਦੇਖਣਾ ਹੁੰਦਾ ਹੈ ਕਿ ਆਪਾਂ ਆਪਾਂ ਕਿੱਥੋਂ ਇਹਨੂੰ ਬੈਲੈਂਸ ਕਰ ਸਕਦੇ ਹਾਂ ਜੀ। ਉਦੋਂ ਆਪਣੀ ਜਿਹੜੀ ਐਜੂਕੇਸ਼ਨ ਸੀ ਬਹੁਤ ਚੰਗੀ ਸੀਗੀ, ਰੱਬ ਦੀ ਮਿਹਰ ਨਾਲ ਐਜੂਕੇਸ਼ਨ ਵਿੱਚ ਬਹੁਤ ਵਧੀਆ ਰਹੇ ਹਾਂ ਪਹਿਲਾਂ ਤਾਂ ਸਕੂਲ ਟਾਈਮ। ਫਿਰ ਆਪਾਂ ਨੂੰ ਸਕੂਲ ਨੇ ਸਪੋਂਸਰ ਕੀਤਾ ਸੀ। ਹਾਂਜੀ, ਸਕੂਲ ਸਾਰਾ ਕੁਝ ਸਪੋਂਸਰ ਕਰਦੀ ਸੀਗੀ ਆਪਣੇ, ਐਂਡ ਯੂਨੀਵਰਸਿਟੀ ਤੱਕ ਮੇਰੀ ਫੀਸ ਮਾਫ ਸੀਗੀ। ਹਾਂਜੀ, ਸੈਂਟ ਜ਼ੇਵੀਅਰਸ ਕਾਲਜ ਜਦੋਂ ਮੈਂ ਇੱਥੋਂ ਛੱਡਿਆ ਵੀ ਕਾਮਰਸ ਤੱਕ, ਉਦੋਂ ਤੱਕ ਮੇਰੀ ਐਜੂਕੇਸ਼ਨ ਮਾਫ ਸੀਗੀ। ਉਹ ਫਿਰ ਜਿਹੜਾ ਐਜੂਕੇਸ਼ਨ ਵਾਲਾ ਪਾਰਟ ਸੀ, ਜਿਹੜਾ ਮਾਪਿਆਂ ਦੇ ਉੱਤੇ ਭਾਰ ਹੁੰਦਾ, ਬੋਝ ਹੁੰਦਾ, ਉਹਦੇ ਵਿੱਚੋਂ ਜਿਹੜਾ ਸੀਗਾ ਪਾਰਟ ਥੋੜ੍ਹਾ ਜਿਹਾ ਸਪੋਰਟਸ, ਜਦੋਂ ਮੈਨੂੰ ਟਿਕਟਾਂ ਲੈਣੀਆਂ ਜਾਂ ਟ੍ਰੇਨ ਦੀ ਟਿਕਟ ਲੈਣੀ ਹੈ ਕਿਤੇ ਜਾਣਾ, ਅਤੇ ਉਹਦੇ ਵਿੱਚ ਮੈਨੂੰ ਸਹਾਇਤਾ ਮਿਲ ਜਾਂਦੀ ਹੁੰਦੀ ਸੀ। ਹਾਂਜੀ, ਕਿਉਂਕਿ ਮੈਂ ਬੈਲੈਂਸ ਕਰ ਲੈਣਾ ਸਟੱਡੀ ਦੇ ਬਸ ਬੈਲੈਂਸ। ਹਾਂਜੀ। ਮੋਟਰਸਾਈਕਲ ਕਿਹੜਾ ਰੱਖਿਆ ਸੀ ਉੱਥੇ ਜਦੋਂ 10ਵੀਂ 11ਵੀਂ 12ਵੀਂ 'ਚ ਪੜ੍ਹਦੇ ਸੀਗੇ? ਤਾਂ ਵਧੀਆ ਕੰਪਨੀ ਦੇ ਬੂਟ ਪਾਉਂਦੇ ਸੀਗੇ, ਵਧੀਆ ਕੱਪੜੇ ਪਾਉਂਦੇ ਸੀ ਸਾਰੇ, ਕਿ ਸਧਾਰਨ ਹੁੰਦੇ ਇਹ ਚੀਜ਼ਾਂ? ਨਹੀਂ ਵੀ ਜੀ, ਸਧਾਰਨ ਹੀ ਹੁੰਦੀਆਂ ਸੀਗੀਆਂ। ਅਤੇ ਆਪਣੇ ਕੋਲ ਬਜਾਜ ਸਕੂਟਰ ਹੁੰਦਾ ਸੀਗਾ, ਜਿਹੜਾ ਕਿ ਘਰ ਦਾ ਸਾਂਝਾ ਸੀ ਕਿ ਤੁਹਾਡਾ ਸੀ? ਨਹੀਂ ਮੇਰਾ ਨਹੀਂ ਸੀ, ਉਹ ਫਾਦਰ ਸਾਹਿਬ ਦਾ ਸੀਗਾ। ਫਾਦਰ ਸਾਹਿਬ ਵੀ ਜਾਂਦੇ ਹੁੰਦੇ ਸੀ, ਫਾਦਰ ਸਾਹਿਬ ਇਸ ਤਰ੍ਹਾਂ ਦੇਖਦੇ ਹੁੰਦੇ ਸੀ ਅੱਜ ਕਹਿ ਦੇਣ ਕਿ ਹਾਂ ਸਕੂਟਰ ਧੋ ਲਾ ਪੁੱਤ, ਅਤੇ ਝੂਟਾ ਉਹ ਝੂਟਾ ਵੇਟ ਕਰਦੇ ਹੁੰਦੇ ਕਦੋਂ ਕਹਿ ਦੇਵੇ ਸਾਨੂੰ, ਅਤੇ ਉਦੋਂ ਅਸੀਂ ਜਾਈਏ। ਬਾਕੀ 10ਵੀਂ 11ਵੀਂ ਤੱਕ ਤਾਂ ਸਾਈਕਲ 'ਤੇ ਹੀ ਰਹੇ ਹਾਂ ਜੀ। ਸਾਈਕਲ 'ਤੇ? ਹਾਂਜੀ। ਓਕੇ, ਇੱਕ ਚੀਜ਼ ਹੋਰ ਮੈਂ ਪੁੱਛਣੀ ਸੀ, ਕਦੇ ਵੈਸੇ ਮੈਂ ਕਿਹਾ ਪੁੱਛ ਲੈਣ, ਸਾਰਿਆਂ ਨੂੰ ਬਹੁਤ ਸੀਰੀਅਸ ਨਾ ਕੰਮ ਲੱਗੇ। ਆਮ ਹੀ ਨਿਆਣੇ ਘਰਦਿਆਂ ਦਾ ਸਾਈਕਲ ਜਦੋਂ ਅਜੇ ਨਹੀਂ ਚਲਾਉਣ ਨੂੰ ਮਿਲਦਾ ਹੁੰਦਾ ਸੀ, ਦਬਕੇ ਖਾ ਲੈਣੇ, ਕੁੱਟ ਖਾ ਲੈਣੀ, ਸਕੂਟਰ ਤੋਂ ਵੀ ਹੌਲੀ ਦੇਣੀ ਚਾਬੀ ਲੈ ਕੇ ਕਿੱਕ ਮਾਰ ਕੇ। ਕਦੀ ਇੱਦਾਂ ਵੀ ਹੋਇਆ ਇੱਕ ਅੱਧੀ ਵਾਰੀ ਕਿ ਬਿਨਾਂ ਪੁੱਛਿਆਂ ਲੈ ਗਿਆ ਸਕੂਟਰ ਜਾਂ ਇੱਧਰ ਉੱਧਰ ਨੂੰ, ਵੈਸੇ ਹੀ ਝੂਟਾ ਲੈਣ? ਹਾਂਜੀ ਹੋਇਆ ਵੀ ਆ, ਅਤੇ ਸੱਟਾਂ ਵੀ ਖਾਧੀਆਂ ਹੈਗੀਆਂ। ਹਾਂਜੀ। ਇੱਕ ਵਾਰ ਉਹ ਲੈ ਵੀ ਗਏ ਸੀ ਚਾਬੀਆਂ ਜੀ, ਅਤੇ ਉਦੋਂ ਹਜੇ ਨਵੇਂ ਸਿੱਖੇ ਸੀਗੇ, ਪਤਾ ਹੈ ਨਹੀਂ ਸੀਗਾ, ਰੇਸ ਵੱਧ ਦਿੱਤੀ ਗਈ ਅਤੇ ਖਲਾਰਾ ਪੈ ਗਿਆ, ਸੱਟਾਂ ਪੈ ਜੋ ਘਰੇ ਆ ਕੇ ਫਿਰ ਉਹਨਾਂ ਨੇ ਵੀ ਖਲਾਰਾ ਪਾਇਆ ਤੁਹਾਡਾ? ਹਾਂਜੀ ਪੂਰਾ ਚੰਗੀ ਤਰ੍ਹਾਂ। ਇਹ ਤਾਂ ਪਤਾ ਪਹਿਲਾਂ ਹੀ ਲੱਗ ਜਾਂਦਾ ਸੀਗਾ, ਡਰਦੇ ਮਾਰੇ। ਹੌਲੀ ਸੱਟਾਂ ਹੀ ਨਹੀਂ ਦੱਸਣੀਆਂ ਕਿ ਇੱਥੇ ਹੀ ਦੁਖਦਾ ਵੀ ਹੈਗੀ, ਜੇ ਕਹਿ ਤਾ ਤਾਂ ਹੋਰ ਛਿੱਤਰ ਪੈਣਗੇ, ਇਹ ਚੀਜ਼ ਹੁੰਦੀ ਸੀਗੀ ਜੀ। ਲਓ ਜੀ, ਇਹ ਜਾਣੀ ਮੈਂ ਇਹ ਗੱਲਾਂ ਸਾਰੀਆਂ ਤਾਂ ਕਰ ਰਿਹਾ ਕਿ ਤੁਹਾਨੂੰ ਸਾਰਿਆਂ ਨੂੰ ਐਂ ਲੱਗੇ ਕਿ ਭਾਈ ਸਾਡੇ ਵਰਗੇ ਹੁੰਦੇ ਬੰਦੇ ਜਿਹੜੇ ਚੈਂਪੀਅਨ ਹੁੰਦੇ ਆ, ਸਾਡੇ ਵਰਗੇ ਬੰਦੇ ਹੁੰਦੇ ਆ ਕਿ ਜਿਹੜੇ ਮੁਕਾਮ ਹਾਸਲ ਕਰਦੇ ਆ। ਆਪਾਂ ਸਾਰਿਆਂ ਨੇ ਇਹ ਕੰਮ ਹੁੰਦਾ ਕਿ ਜੇ ਆਪਣੀ ਗਲਤੀ ਨਾਲ ਕਿਤੇ ਸੱਟ ਲਵਾ ਲਈ ਹੈ, ਪਜਾਮਾ ਥੱਲੇ ਨੂੰ ਹੀ ਕਰ ਰੱਖਣਾ ਕਿ ਘਰਦਿਆਂ ਨੂੰ ਪਤਾ ਲੱਗ ਜਾਵੇ ਗੋਡੇ 'ਤੇ ਰਗੜ ਲੱਗੀ, ਨਹੀਂ ਤਾਂ 4 ਚਪੇੜਾਂ ਹੋਰ ਲੱਗ ਜਾਂਦੀਆਂ ਸੀ। ਅਤੇ ਇਹ ਸਾਰਿਆਂ ਨੇ ਹੁੰਦਾ ਆਪਣਾ, ਜਾਣੀ ਖਾਸਾ ਇੱਕੋ ਜਿਹਾ ਹੀ ਆ ਸਾਰਿਆਂ ਦਾ। ਹੁਣ ਬੜੇ ਬੱਚੇ ਨੇ ਜ਼ਿੱਦ ਕਰਦੇ ਨੇ, ਇੱਥੇ ਵੀ ਮੈਂ ਦੇਖਿਆ ਕੈਨੇਡਾ 'ਚ ਵੀ, ਪੰਜਾਬ 'ਚ ਵੀ ਬੱਚੇ ਕਹਿੰਦੇ ਜੀ ਸਾਡੇ ਕੋਲੇ ਮੋਟਰਸਾਈਕਲ ਨਹੀਂ, ਸਾਡੇ ਕੋਲੇ ਆਂਢੀ ਗੁਆਂਢੀ ਇੱਦਾਂ ਆਉਂਦੇ ਆ। ਜਿਹੜੇ ਕਲਕੱਤੇ ਦੇ ਵਿੱਚ ਰਹਿ ਕੇ ਗਿੱਲ ਸਾਹਿਬ ਪੜ੍ਹਦੇ ਸੀ, ਉੱਥੇ ਵੀ ਹੋ ਸਕਦਾ ਬਹੁਤ ਸਾਰਿਆਂ ਦੇ ਕੋਲ ਇਹਨਾਂ ਤੋਂ ਕਿੰਨੀਆਂ ਜ਼ਿਆਦਾ ਸਹੂਲਤਾਂ ਹੋਣ, ਪਰ ਇਹ ਥੋੜ੍ਹੀ ਗੱਲ ਹੈ ਕਿ ਭਾਈ ਆਪਾਂ ਸਿਰ ਸਿੱਟ ਦੇਣਾ। ਕੱਪੜੇ ਬ੍ਰਾਂਡਡ ਮਿਲਦੇ ਕਿ ਨਹੀਂ ਮਿਲਦੇ, ਸਕੂਟਰ ਮੋਟਰਸਾਈਕਲ ਕਾਰ ਮਿਲਦੀ ਕਿ ਨਹੀਂ ਮਿਲਦੀ। ਇੱਥੇ ਪਤਾ ਨਹੀਂ ਕਿਹੜੀਆਂ ਜਿਹੜੀਆਂ ਚੀਕਾਂ ਜਿਹੀਆਂ ਮਾਰਦੀਆਂ ਕਾਰਾਂ ਨੇ, ਵੀ ਬਹੁਤ ਸਾਰੇ ਬੱਚਿਆਂ ਕੋਲ ਹੈ ਨਹੀਂ ਗੀਆਂ ਉਹ। ਪਰ ਮੈਂ ਤਾਂ ਦੇਖਦਾ ਹੁੰਦਾ ਕਿ ਭਾਈ ਅੱਖ 'ਚ ਪਾਏ ਕੰਨ 'ਚ ਪਾਏ ਨਹੀਂ ਰੜਕਦੇ ਉਹ ਨਿਆਣੇ, ਮਿਹਨਤੀ ਨੇ ਠੋਕ ਵਜਾ ਕੇ। ਜਿਹੜੇ ਚੰਗੇ ਅੰਤਰਰਾਸ਼ਟਰੀ ਸਟੂਡੈਂਟ ਆ, ਤੁਸੀਂ ਖਿੱਚ ਕੇ ਰੱਖੋ ਕੰਮ, ਹਿੰਮਤ ਰੱਖੋ, ਅਤੇ ਬਾਕੀ ਭਾਈਚਾਰਾ ਤੁਹਾਡੀ ਸਪੋਰਟ ਕਰਦਾ। ਜਿਹੜੇ ਨਹੀਂ ਵੀ ਕਰਦੇ ਉਹ ਕਰਨਗੇ ਆਉਣ ਵਾਲੇ ਸਮੇਂ 'ਚ। ਹਾਂ, ਜਿਹੜੇ ਵਿੱਚ ਵਿਚਾਲੇ ਮਾੜੀ ਮੋਟੀ ਇੱਧਰ ਉੱਧਰ ਦੀ ਗੱਲ ਕਰਦੇ ਆ ਨਾ, ਤੁਹਾਡੇ ਕਰਕੇ ਭਾਈ ਸਾਰੇ ਬਦਨਾਮ ਹੁੰਦੇ ਆ। ਪਰ ਹੌਸਲਾ ਰੱਖਣਾ, ਜਦੋਂ ਚੇਤਾ ਆਉਂਦਾ ਕਿ ਭਾਈ ਨਿਰਾਸ਼ ਹੋ ਗਏ, ਬਣਨਾ ਤਾਂ ਆਹ ਚਾਹੁੰਦੇ ਸੀ ਉਹ ਹੋਇਆ ਨਹੀਂ, ਉਦੋਂ ਗਿੱਲ ਸਾਹਿਬ ਨੂੰ ਆਪਾਂ ਚੇਤੇ ਕਰ ਲੈਣਾ ਹੈ। ਹੁਣ ਗਿੱਲ ਸਾਹਿਬ, ਮੈਂ ਇੱਕ ਹੋਰ ਤੁਹਾਡੇ ਤੋਂ ਗੱਲ ਪੁੱਛਣੀ ਹੈ। ਅਸੀਂ ਜਦੋਂ ਕਲਕੱਤੇ ਬਾਰੇ ਸੋਚਦੇ ਹਾਂ ਨਾ, ਸਾਡੇ ਲਈ ਉਹ ਪੜ੍ਹੇ ਲਿਖੇ ਲੋਕਾਂ ਦਾ ਸੂਬਾ, ਸ਼ਹਿਰ, ਅਤੇ ਕਿਉਂਕਿ ਬੰਗਾਲ ਦੇ ਜਿਹੜੇ ਲੋਕ ਨੇ ਉਹ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਪੰਜਾਬੀਆਂ ਅਤੇ ਬੰਗਾਲੀਆਂ ਦਾ ਬੜਾ ਯੋਗਦਾਨ, ਅਤੇ ਸੁੱਖ ਨਾਲ 2 ਟੋਟੇ ਵੀ ਬੰਗਾਲ ਅਤੇ ਪੰਜਾਬ ਦੇ ਹੀ ਹੋਏ।
ਪਰ ਉਹ ਸਾਡੇ ਨਾਲੋਂ ਪੜ੍ਹਾਈ ਲਿਖਾਈ ਦੇ ਵਿੱਚ ਲਿਟਰੇਚਰ ਦੇ ਵਿੱਚ ਬੜਾ ਚੰਗੇ ਨੇ। ਆਮ ਤੌਰ ਦੇ ਉੱਤੇ ਜਿਹੜੇ ਪੰਜਾਬ ਦੇ ਸਕੂਲ ਨੇ, ਮੈਂ ਮਾੜਾ ਨਹੀਂ ਕਹਿੰਦਾ, ਅਧਿਆਪਕ ਸਾਡੇ ਕੋਲੇ ਖਰੇ ਤੋਂ ਖਰੇ ਨੇ, ਪਰ ਬਹੁਤ ਘੱਟ ਅਧਿਆਪਕ ਨੇ ਜਾਂ ਬਹੁਤ ਘੱਟ ਸਕੂਲਾਂ ਦੇ ਵਿੱਚ ਇਹ ਰਵਾਇਤ ਹੈ ਕਿ ਉੱਥੇ ਸਿਲੇਬਸ ਤੋਂ ਬਿਨਾਂ ਕੋਈ ਕਿਤਾਬ ਬੱਚਿਆਂ ਨੂੰ ਕੋਈ ਦੱਸੇ, ਸਿਲੇਬਸ ਤੋਂ ਬਿਨਾਂ ਕੋਈ ਚੀਜ਼ ਪੜ੍ਹਾਈ ਜਾਵੇ ਜਾਂ ਲਾਇਬ੍ਰੇਰੀ ਦੇ ਵਿੱਚ ਦੀ ਘੁਮਾਇਆ ਜਾਵੇ ਨਿਆਣਿਆਂ ਨੂੰ। ਉੱਥੇ ਹੁੰਦਾ ਬਸ ਵੀ 98% ਨੰਬਰ ਤੁਹਾਡੇ ਵੱਟ 'ਤੇ ਚਾਹੀਦੇ ਆ। ਕਲਕੱਤੇ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਤੁਹਾਨੂੰ ਪੜ੍ਹਾਈ ਲਿਖਾਈ ਦਾ ਸਿਸਟਮ ਵਧੀਆ ਲੱਗਾ? ਲਾਇਬ੍ਰੇਰੀਆਂ ਸਕੂਲਾਂ ਦੀਆਂ ਮੇਨਟੇਨ ਹੁੰਦੀਆਂ ਸੀ? ਪੀਰੀਅਡ ਕੋਈ ਲਾਇਬ੍ਰੇਰੀ ਦਾ ਉਸ ਸਮੇਂ 20 ਸਾਲ ਪੁਰਾਣੀ ਗੱਲ ਕਰਦਾ ਲੱਗਦਾ ਸੀ? ਹਾਂਜੀ ਵੀਰ ਜੀ, ਇਹ ਚੀਜ਼ ਤਾਂ ਡਿਫਰੈਂਸ ਤਾਂ ਮੈਂ, ਕਿਉਂਕਿ ਆਪਾਂ ਉਦੋਂ ਵੀ ਪੰਜਾਬ ਜਾਈਦਾ ਸੀਗਾ, ਆਈਦਾ ਸੀਗਾ, ਆਪਾਂ ਦੇਖੀਦਾ ਹੁੰਦਾ ਸੀ ਉੱਥੇ, ਅਤੇ ਆਪਾਂ ਹਰ ਸਮੇਂ ਕੁਐਸਚਨ ਇਹੀ ਹੁੰਦਾ ਸੀ ਕਿ ਇੱਥੇ ਐਂ ਕਾਹਤੋਂ ਹੁੰਦਾ, ਐਂ ਕਾਹਤੋਂ ਨਹੀਂ ਹੁੰਦਾ ਆਪਣੇ ਜਗ੍ਹਾ ਕੈਲਕਟਾ ਵਾਂਗੂ। ਉੱਥੇ ਸਾਰਾ ਕੁਛ ਐਕਚੁਅਲੀ ਰੂਟੀਨ ਵਾਈਜ਼ ਹੁੰਦਾ ਸੀਗਾ, ਅਤੇ ਉੱਥੋਂ ਦੇ ਲੋਕਾਂ ਦੀ ਇਨਵਾਇਰਮੈਂਟ ਇੱਕ ਤਾਂ ਸਭ ਤੋਂ ਵੱਡੀ ਅੱਜ ਤੱਕ ਮਾਣ ਵਾਲੀ ਗੱਲ ਹੈਗੀ ਹੈ। ਇਹ ਸਾਰੇ ਇੰਡੀਆ 'ਚ ਆਪਾਂ ਗਏ ਹਾਂ ਅਤੇ ਖੇਡੇ ਵੀ ਹਾਂ ਸਾਰੇ ਥਾਂ, ਜਿੰਨੀ ਆਪਣੀ ਰਿਸਪੈਕਟ ਉੱਥੇ ਹੈਗੀ ਜੀ, ਆਪਾਂ ਨੂੰ ਸਰਦਾਰ ਜੀ ਤੋਂ ਬਿਨਾਂ ਉੱਥੇ ਗੱਲ ਨਹੀਂ ਕਰਦੇ। ਹਾਂਜੀ, ਬੰਗਾਲ 'ਚ ਤੁਸੀਂ ਜਾਓਗੇ, ਸਰਦਾਰ ਆਪਣੇ ਹੈਗੇ ਆ ਉੱਥੇ, ਸਾਰਿਆਂ ਨੂੰ ਸਰਦਾਰ ਜੀ ਤੋਂ ਬਗੈਰ ਉੱਥੇ ਗੱਲ ਨਹੀਂ ਕਰਦੀ। ਅੱਜ ਦਾ ਸਮਾਂ ਵੀ ਉੱਥੇ ਇਸ ਚੀਜ਼ ਦਾ ਆਪਣਿਆਂ ਨੇ ਜਿਹੜੇ ਪੁਰਾਣੇ ਉੱਥੇ ਗਏ ਆ ਉਹਨਾਂ ਨੇ ਬਹੁਤ ਮਾਣ ਕਮਾਇਆ ਉੱਥੇ ਜੀ ਉੱਥੇ। ਅਤੇ ਦੂਜੀ ਗੱਲ ਜਿਹੜੀ ਐਜੂਕੇਸ਼ਨ ਦੀ ਆ ਜਾਂਦੀ ਆ, ਐਜੂਕੇਸ਼ਨ ਉਹਨਾਂ ਦੇ ਕਹਿੰਦੇ ਹੁੰਦੇ ਆ ਸਰਸਵਤੀ ਜਿਹੜੀ ਹੈਗੀ ਆ, ਉਹਨਾਂ ਵਿੱਚ ਬਹੁਤ ਮਾਣ ਰੱਖਦੇ ਆ ਉਸ ਚੀਜ਼ ਦਾ, ਔਰ ਉਸ ਚੀਜ਼ ਨੂੰ ਉਹ ਐਜੂਕੇਸ਼ਨ ਵਿੱਚ ਬੱਚੇ ਨੂੰ ਪਹਿਲਾਂ ਕੈਲਕਟਾ ਵਿੱਚ ਜੰਮਦੇ ਇੱਕ ਐਜੂਕੇਸ਼ਨ ਅਤੇ ਇੱਕ ਸੰਗੀਤ, ਇਹ ਦੋ ਚੀਜ਼ਾਂ ਉਹ ਬੱਚੇ ਦੇ ਪਹਿਲਾਂ ਪਾਉਂਦੇ ਹੀ ਪਾਉਂਦੇ ਆ। ਸ਼ੁਰੂ ਤੋਂ ਲੈ ਕੇ ਐਂਡ ਤੱਕ 10ਵੀਂ ਤੱਕ ਬੱਚਾ ਇੱਕ ਸੰਗੀਤ 'ਚ ਅਤੇ ਇੱਕ ਐਜੂਕੇਸ਼ਨ ਵਿੱਚ ਉਹ ਉਹਨਾਂ ਨੂੰ ਅੱਗੇ ਹੀ ਰੱਖਦੇ ਆ ਹਰ ਸਮੇਂ, ਜਿੰਨਾ ਜ਼ੋਰ ਪਾਉਂਦੇ ਆ। ਆਮ ਘਰਾਂ 'ਚ ਕਿਤਾਬਾਂ ਉੱਥੇ ਹੈਗੀਆਂ ਵੈਸੇ ਲਿਟਰੇਚਰ ਦੀਆਂ ਕਿਤਾਬਾਂ ਪਈਆਂ? ਹਾਂਜੀ ਜ਼ਰੂਰ, ਉੱਥੇ ਆਮ ਘਰਾਂ ਵਿੱਚ ਐਜੂਕੇਸ਼ਨ ਉਹ ਸਟੱਡੀ ਨੂੰ ਹਰ ਸਮੇਂ ਆਪਦੇ ਸਾਹਮਣੇ ਰੱਖਦੇ ਆ, ਕਿਉਂਕਿ ਉਹਨਾਂ ਦਾ ਇਹ ਪੱਖ ਹੈਗਾ ਕਿ ਐਜੂਕੇਸ਼ਨ ਦੇ ਥਰੂ ਹੀ ਆਪਣੀ ਜ਼ਿੰਦਗੀ ਚੱਲਣੀ ਹੈਗਾ। ਉਹ ਵਿੱਚ ਇੱਕ ਟਨਲ ਜਿਹੜਾ ਹੈ ਐਜੂਕੇਸ਼ਨ ਨੂੰ ਉਹ ਹਰ ਸਮੇਂ ਬਰਕਰਾਰ ਰੱਖਦੇ ਆ, ਅਤੇ ਹਰ ਸਮੇਂ ਇਨਕਰੇਜ ਕਰਦੇ ਆ ਬੱਚਿਆਂ ਨੂੰ ਈਦਰ ਥਰੂ ਪੇਂਟਿੰਗ ਔਰ ਥਰੂ ਲਾਇਬ੍ਰੇਰੀ ਔਰ ਥਰੂ ਆਪਣੇ ਸੰਗੀਤ। ਠੀਕ ਹੈ ਜੀ। ਹਾਂਜੀ, ਇਹ ਘਾਟ ਤੋਂ ਜੋ ਪੰਜਾਬ ਜਾਂਦੇ ਸੀ ਘਾਟ ਲੱਗਦੀ ਸੀ? 100% ਇਹ ਘਾਟ ਲੱਗਦੀ ਸੀ। ਅੱਜ ਮੈਨੂੰ ਇਹ ਚੀਜ਼ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਆਪਣੇ ਸਿਸਟਮ 'ਚ ਕਿਉਂ ਹੈ ਨਹੀਂ ਪੰਜਾਬ 'ਚ। ਦੱਸੋ ਬਈ, ਤੁਸੀਂ ਦੱਸੋ ਹੁਣ ਭਾਈ, ਮੈਂ ਕੀ ਦੱਸਾਂ? ਮੈਂ ਤਾਂ ਮੂਹਰੇ ਬੈਠਾ, ਮੈਂ ਕੁੱਟ ਥੋੜ੍ਹੋ ਖਾਣੀ, ਹੁਣ ਅਗਲੇ ਹਾਕੀ ਫੇਰਨਗੇ ਮੇਰੇ, ਹੈਂ? ਤੁਸੀਂ ਦੱਸਣਾ ਹੀ। ਹੁਣ ਪੰਜਾਬ ਦੇ ਵਿੱਚ ਜੰਮੇ ਨੇ, ਕਲਕੱਤੇ ਰਹੇ ਨੇ, ਉੱਥੇ ਕਹਿੰਦੇ ਜੀ ਸੰਗੀਤ, ਚਿੱਤਰਕਾਰੀ ਅਤੇ ਪੜ੍ਹਾਈ, ਇਹ ਤਿੰਨ ਚੀਜ਼ਾਂ ਇੰਪੋਰਟੈਂਟ ਨੇ। ਬੱਚਾ ਜੰਮਦਾ ਨਾਲ ਹੀ ਜੋੜ ਦਿੰਦੇ ਉਹਦੇ ਕਿ ਭਾਈ ਆਹ ਚੀਜ਼ਾਂ ਤਾਂ ਤੇਰੇ ਅੰਗ ਸੰਗ ਰਹਿਣੀਆਂ। ਆਪਾਂ ਪਤਾ ਨਹੀਂ ਕੀ ਰੱਖਦੇ। ਉਹਨਾਂ ਨੇ ਸਵਾਲ ਪੁੱਛਿਆ ਕਿ ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਪੰਜਾਬ ਜਾਂਦਾ ਸੀ ਬਚਪਨ ਦੇ ਵਿੱਚ ਵੀ, ਕਿ ਉਹ ਚੀਜ਼ਾਂ ਉੱਥੋਂ ਮਨਫੀ ਕਿਉਂ ਆ। ਫਿਰ ਆਪਾਂ ਕਹਿੰਦੇ ਕਿ ਪੰਜਾਬ ਅੱਗੇ ਪਿੱਛੇ ਨੂੰ ਕਿਉਂ ਚਲਾ ਗਿਆ, ਪੰਜਾਬ ਥੱਲੇ ਨੂੰ ਕਿਉਂ ਚਲੇ ਗਿਆ, ਸਾਡੇ ਨਿਆਣੇ ਇੱਦਾਂ ਉੱਦਾਂ ਕਿਉਂ ਕਰਦੇ ਆ। ਇਹ ਜਵਾਬ ਤਾਂ ਭਾਈ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਗਦੀਸ਼ ਨੂੰ ਦੇਣਾ। ਅਗਲੇ ਨੇ ਸਵਾਲ ਉਦੋਂ ਦਾ ਮਨ ਦੇ ਵਿੱਚ ਆ, 20-25 ਸਾਲ ਹੋਏ ਭੁੜਕੀ ਜਾਂਦਾ ਸੀ ਸਵਾਲ। ਹੁਣ ਆਪਾਂ ਉਹ ਭਟਕਣ ਜਿਹੜੀ ਆ ਉਹ ਸ਼ਾਂਤ ਤਾਂ ਕਰਨੀ ਆ ਨਾ। ਹੁਣ ਜਿਹਨਾਂ ਆਪਾਂ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਬੱਚੇ ਜਨਮ ਲੈਂਦੇ ਆ, ਜਦੋਂ ਬੱਚਾ ਜਨਮ ਲੈਂਦਾ ਆਪਾਂ ਕਿਤਾਬ ਕਦੀ ਖਰੀਦੀ ਹੈ? ਹਾਂ, ਪੇਟੀ ਭਾਵਾਂ ਖਰੀਦ ਲਈ ਹੋਵੇ, ਮੈਂ ਮਾੜਾ ਨਹੀਂ ਕਹਿੰਦਾ ਕਿ ਪੇਟੀ ਖਰੀਦਣੀ ਮਾੜੀ ਹੈ, ਕਿਉਂਕਿ ਉਹ ਤੋਂ ਸਰਕਾਰ ਕਹਿੰਦੀ ਸਾਨੂੰ ਟੈਕਸ ਬੜਾ ਆਉਂਦਾ। ਹਾਂ, ਪੇਟੀਆਂ ਪੂਟੀਆਂ ਵਾਲੇ ਮਸਲੇ ਦੇ ਵਿੱਚ ਤਾਂ ਕਈ ਵੱਡੇ ਵੱਡੇ ਬੰਦੇ ਜਿਹੜੇ ਡਿੱਕੇ ਆ ਚੱਲੇ ਆ, ਪਰ ਫਿਰ ਮੈਂ ਕਹਿੰਦਾ ਕਦੇ ਕਿਤਾਬ ਆਈ, ਕਦੇ ਕਿਸੇ ਨੇ, ਕਿਉਂਕਿ ਮੈਨੂੰ ਚੇਤਾ ਜਗਦੀਸ਼ ਜੀ ਚਿੱਤਰਕਲਾ ਹੁੰਦੀ ਸੀ ਸਾਨੂੰ ਪੰਜਾਬੀ ਦੇ ਵਿੱਚ, ਜਾਣੀ ਪਿਓ ਦੇਖ ਕੇ ਇੱਕ ਪਾਸੇ ਖਾਲੀ ਹੁੰਦਾ ਸੀ, ਉੱਤੋਂ ਦੇਖ ਕੇ ਇੱਟਨ ਦੇ ਰੰਗ ਭਰੋ ਜੀ, ਕਿਤਾਬ ਦੇ ਉੱਤੇ ਗਲਾਸ ਰੱਖਿਆ ਉਹ ਦੇਖੋ ਜੀ। ਹੁਣ ਉਹ ਚੀਜ਼ਾਂ ਮਨਫੀ ਕਿਉਂ ਨੇ? ਅੱਛਾ, ਮੈਨੂੰ ਇਹ ਦੱਸਿਓ ਕਿ ਸੰਗੀਤ ਕਿੱਦਾਂ ਦਾ, ਜਾਣੀ ਜਿਹੜਾ ਤੁਸੀਂ ਕਹਿੰਦੇ ਨਾ ਕੋਈ ਮਿਊਜ਼ਿਕ ਦੇ ਨਾਲ ਜੋੜ ਦਿੰਦੇ ਸੀ, ਜਾਣੀ ਉਹ ਕੋਈ ਨਾ ਕੋਈ ਸਾਜ਼ ਉਹਨਾਂ ਨੂੰ ਕਹਿੰਦੇ ਸੀ ਸਿੱਖੋ, ਜਾਂ ਕੀ ਕਹਾਣੀ ਹੁੰਦੀ ਸੀ? ਬੱਚਿਆਂ ਨੂੰ ਟ੍ਰੇਨਿੰਗ ਲਈ ਭੇਜਦੇ ਸੀ ਜਾਂ ਸਕੂਲ 'ਚ ਸਿਖਾ ਦਿੰਦੇ ਆ? ਸਕੂਲ ਵਿੱਚ ਵੀ ਪ੍ਰੋਗਰਾਮ ਹੁੰਦੇ ਸੀਗੇ, ਅਤੇ ਪਲੱਸ ਘਰੇ ਈਵਨਿੰਗ ਟਾਈਮ ਅਸੀਂ ਜਿਹੜੀ ਇੱਕ ਬਿਲਡਿੰਗ 'ਚ ਰਹਿੰਦੇ ਹੁੰਦੇ ਸੀ ਜੀ, 6 ਫਲੋਰ ਦੀ ਬਿਲਡਿੰਗ ਹੁੰਦੀ ਸੀਗੀ। ਸ਼ਾਮ ਨੂੰ ਐਵਰੀ ਟਾਈਮ ਹਰ ਫਲੋਰ ਵਿੱਚ ਕਲਾਸੀਕਲ ਹਾਰਮੋਨੀਅਮ ਦੇ ਵਿੱਚ ਮਿਊਜ਼ਿਕ ਤੁਹਾਨੂੰ ਸੁਣਦਾ ਸੀ। ਜੇ ਅਸੀਂ ਦੁੱਧ ਲੈ ਕੇ ਸ਼ਾਮ ਨੂੰ ਪੌੜੀਆਂ ਦੇ ਉੱਤੇ ਤਾਂ ਜਾਂਦੇ ਹੁੰਦੇ ਸੀ, ਹਰ ਫਲੋਰ ਵਿੱਚ ਤੁਹਾਨੂੰ ਮਿਲਦਾ ਸੀ, ਹਾਂ ਵੀ ਆਹ ਬੱਚੇ ਰਿਆਜ਼ ਕਰਦੇ ਪਏ, ਇਹਨਾਂ ਦਾ ਮਾਸਟਰ ਆਇਆ ਹੋਇਆ, ਇਹਨਾਂ ਦਾ ਟੀਚਰ ਆਇਆ ਹੋਇਆ। ਹਾਂਜੀ, ਕੀ ਬਾਤ ਹੈ ਜੀ। ਲਓ ਜੀ, ਅਤੇ ਆਪਾਂ ਵੱਟ ਬੰਨਿਆਂ ਦੀ ਲੜਾਈ, ਸਾਡੇ ਕੋਲ ਹੈਗਾ ਹੀ ਵਕੀਲ ਪੰਜਾਬ ਦੇ ਵਿੱਚ, ਆਪਾਂ ਬਹੁਤਾ ਇੱਦਾਂ ਹੀ ਕਰਦੇ ਹਾਂ, ਜਾਣੀ ਹੈਗਾ ਵਕੀਲ, ਕੋਈ ਗੱਲ ਨਹੀਂ ਅਸੀਂ ਲੈ ਆਉਣਾ ਸਟੇ। ਉਹਨੇ ਸਾਡੀ ਜਿਹੜੀ ਆ ਕਿੱਕਰ ਸਾਡੇ ਬਾਪੂ ਨੇ ਲਾਈ ਸੀ, ਟਾਹਲੀ ਸਾਡੇ ਪਾਸੇ ਆਉਂਦੀ ਆ, ਉਹਨੇ ਬੰਨਾ ਕਾਹਤੋਂ ਵੱਢ ਲਿਆ। ਆਪਾਂ ਸਰਪੰਚੀ ਐਤਕੀ ਲੈਣੀ ਆ, ਕਮੇਟੀ ਦੇ ਪ੍ਰਧਾਨ ਆਪਾਂ ਚਾਚੇ ਨੂੰ ਐਤਕੀ ਬਣਾਉਣਾ ਹੀ ਬਣਾਉਣਾ। ਇੱਕ ਪਾਸੇ ਉਹ ਥਾਂ ਆ ਜਿੱਥੇ ਭਾਰਤ ਦੇ ਵਿੱਚ ਹੀ ਹੈ, ਉਹੀ ਮੌਸਮ ਆ, ਉਹੀ ਕਾਨੂੰਨ ਆ, ਉਹੀ ਲੋਕ ਨੇ, ਉਹੀ ਆਜ਼ਾਦੀ ਦੀ ਜੰਗ ਦੇ ਵਿੱਚ ਹਿੱਸਾ ਪਾਇਆ, ਉਹਨਾਂ ਨੇ ਬੜਾ ਪਾਇਆ, ਆਪਣੇ ਵਾਲਿਆਂ ਨੇ ਬੜਾ ਪਾਇਆ। ਪਰ ਉੱਥੇ ਜਿਹੜਾ ਸਾਡਾ ਸੰਗੀਤ ਉਹ ਗੂੰਜਦਾ ਸੀ, ਅਤੇ ਸਾਡੇ ਉੱਥੇ ਕਹਿੰਦੇ ਜੀ ਕਿ ਭਾਈ ਕੋਈ ਗੱਲ ਨਹੀਂ, ਖੰਗੂਰੇ ਮਾਰੀ ਜਾਂਦੇ ਅਸੀਂ ਇੱਕ ਦੂਜੇ 'ਤੇ। ਅੱਛਾ, ਮੈਂ ਹੁਣ ਜੇ ਕਿਤਾਬਾਂ ਨਾਲ ਜੁੜ ਜਾਈਏ, ਜੇ ਮਿਹਨਤ ਨਾਲ ਜੁੜ ਜਾਈਏ, ਪੰਜਾਬ ਉੱਪਰ ਆ ਸਕਦਾ ਅਜੇ ਵੀ? ਕਿਉਂਕਿ ਤੁਸੀਂ ਕਈ ਦੇਸ਼ ਘੁੰਮੇ ਨੇ,
ਤੁਸੀਂ ਕੈਨੇਡਾ ਵੀ ਦੇਖ ਲਿਆ, ਪੰਜਾਬ ਵੀ ਦੇਖ ਲਿਆ, ਬੰਗਾਲ ਵੀ ਦੇਖ ਲਿਆ, ਹੋਰ ਕਈ ਦੇਸ਼ਾਂ 'ਚ ਖੇਡਣ ਗਏ ਹੋ। ਸੰਭਾਵਨਾ ਹੈਗੀ ਹੈ ਆਪਣੇ ਭਾਈਚਾਰੇ ਦੀ, ਕਿਉਂਕਿ ਪੰਜਾਬ 'ਚ ਬੜਾ ਕੁਛ ਕਹਿੰਦੇ ਜੀ ਨਸ਼ਾ ਹੈ, ਗੈਂਗਸਟਰ ਹੈ, ਇੱਧਰ ਉੱਧਰ ਹੈ ਜੀ, ਨਿਆਣੇ ਹੁਣ ਪੜ੍ਹ ਕੇ ਨਹੀਂ ਰਾਜ਼ੀ, ਗਲਾਸ ਪਾਣੀ ਦਾ ਫੜਾ ਕੇ ਨਹੀਂ ਰਾਜ਼ੀ। ਸੰਭਾਵਨਾ ਹੁੰਦੀ ਹੈ ਹੇਠੋਂ ਉੱਪਰ ਉੱਠਣ ਦੀ ਹਮੇਸ਼ਾ? ਜੀ ਮੇਰੀ ਸੋਚ ਮੁਤਾਬਕ ਆਪਾਂ ਹਰ ਸਮੇਂ ਨੈਗੇਟਿਵਿਟੀ ਵੱਲ ਜ਼ਿਆਦਾ ਜਾਂਦੇ ਹਾਂ। ਆਪਾਂ ਗੁਆਂਢੀਆਂ ਨੂੰ ਜ਼ਿਆਦਾ ਦੇਖਦੇ ਹਾਂ। ਆਪਾਂ ਆਪਦੇ ਘਰ ਤੋਂ ਕਿਉਂ ਨਹੀਂ ਸ਼ੁਰੂ ਕਰਦੇ? ਆਪਾਂ ਦੂਜਿਆਂ ਨੂੰ ਜਦੋਂ ਉਂਗਲੀ ਕਰਨੀ ਹੁੰਦੀ ਆਪਾਂ ਖੜ ਕੇ ਰਾਈਡਵੇ ਨਾਲ ਹੀ ਆਪਾਂ ਉਂਗਲੀ ਕਰ ਦਈਦੀ ਕਿ ਉਹ ਐਂ ਕਰਦੇ ਆ, ਉਹਨਾਂ ਦੇ ਜਵਾਕ ਐਂ ਕਰਦੇ ਆ, ਪਰ ਆਪਾਂ ਆਪ ਦੇ ਵਿੱਚ ਝਾਤੀ ਮਾਰ ਕੇ ਨਹੀਂ ਦੇਖਿਆ, ਆਪਣੇ ਪਰਿਵਾਰ ਵਿੱਚ ਝਾਤੀ ਮਾਰ ਕੇ ਮੇਰੇ ਹਿਸਾਬ ਨਾਲ ਗੁਰੂ ਸਾਹਿਬ ਜਿਹੜਾ ਆਪਾਂ ਨੂੰ ਦੇ ਗਏ ਆ, ਜਿਹੜੀ ਚੀਜ਼ ਆਪਾਂ ਨੂੰ ਦੇ ਗਏ ਆ, ਉਹਦਾ ਕੋਈ ਮੁੱਲ ਨਹੀਂ ਗਾ। ਜੇ ਆਪਾਂ ਕੁਛ ਕੁ ਪਲ ਵੀ ਉਸ ਚੀਜ਼ ਨੂੰ ਆਪਾਂ ਯਾਦ ਕਰ ਲਈਏ ਜਾਂ ਕੁਛ ਕੁ ਪਲ ਉਸ ਚੀਜ਼ ਨੂੰ ਸੋਚ ਲਈਏ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਇੰਨਾ ਕੁਛ ਦਿੱਤਾ, ਅਤੇ ਆਪਾਂ ਥੋੜ੍ਹੀ ਜਿਹੀ ਉਹ ਚੀਜ਼ ਜਿਹੜੀ ਹੈਗੀ ਆਪਾਂ ਆਪਦੇ ਅੰਦਰ ਲੈ ਕੇ ਚੱਲੀਏ, ਬਸ ਉਨੀ ਕੁ ਆਪਾਂ ਲੈ ਕੇ ਚੱਲੀਏ, ਆਪਾਂ ਆਪਣਾ ਪੰਜਾਬ ਜਿੰਨਾ ਹੁਣ ਥੱਲੇ ਨੂੰ ਆ ਓਨਾ ਹੀ ਆਪਾਂ ਪੰਜਾਬ ਡਿਵੈਲਪ ਉੱਤੇ ਨੂੰ ਜਾਊਗਾ ਜੀ। ਹਾਂਜੀ, ਠੀਕ ਹੈ ਜੀ। ਲਓ ਜੀ, ਹੁਣ ਇਹਦੇ ਤੋਂ ਵੱਡੀ ਗੱਲ ਤਾਂ ਕੋਈ ਨਹੀਂ ਹੋ ਸਕਦੀ, ਅਤੇ ਮੈਂ ਇਸ ਵਧੀਆ ਗੱਲਬਾਤ ਦੇ ਵਿੱਚੋਂ, ਕਿਉਂਕਿ ਹੁਣ ਮੈਂ ਹਲਕੀ ਜਿਹੀ ਇੱਕ ਬ੍ਰੇਕ ਇਸ ਕਰਕੇ ਮੈਂ ਤੁਹਾਨੂੰ ਦੱਸ ਦਿਆਂ ਭਾਈ, ਇਸ ਵੇਲੇ ਕੈਲਗਰੀ 'ਚ ਬੈਠੇ ਹਾਂ, ਅਲਬਰਟਾ ਸੂਬੇ ਦਾ ਨਾਂ ਆ, ਅਤੇ ਦੇਸ਼ ਹੈਗਾ ਕੈਨੇਡਾ। ਅਤੇ ਪਿੱਛੇ ਤੁਹਾਨੂੰ ਮੈਦਾਨ ਨਜ਼ਰ ਆਉਂਦੇ ਹੋਣਗੇ। ਪਿਛਲੇ ਕੁਝ ਦਿਨਾਂ ਤੋਂ ਇੱਥੇ ਹਾਕੀ ਦੇ ਮੁਕਾਬਲੇ ਚੱਲ ਰਹੇ ਨੇ। ਆਹ ਹਾਕੀ, ਪੈਨਲਟੀ ਸਟਰੋਕ, ਪੈਨਲਟੀ ਕਾਰਨਰ ਕਈ ਕੁਛ ਚੱਲਦਾ। ਇਹਦੇ ਨਾਲ ਨਾ ਕਈ ਤਰ੍ਹਾਂ ਦੇ ਨਿਯਮ ਬਦਲਦੇ ਰਹਿੰਦੇ ਆ। ਮੈਂ ਛੋਟਾ ਹੁੰਦਾ ਸੀ ਅਤੇ ਸੋਚਦਾ ਹੁੰਦਾ ਸੀ ਐਸਟ੍ਰੋਟਰਫ ਯਾਰ ਕਦੋਂ ਲੱਗੂਗੀ, ਕਦੇ ਪੈਰ ਰੱਖਣ ਦਾ ਇਹਨਾਂ ਮੌਕਾ ਮਿਲਿਆ। ਉੱਥੇ ਤਾਂ ਟੀਮਾਂ ਖੇਡਦੀਆਂ ਸੀ, ਪ੍ਰੈਕਟਿਸ ਤਾਂ ਹੁੰਦੀ ਹੋਈ ਨਹੀਂ ਸੀ ਕਦੇ। ਅਤੇ ਜਗਦੀਸ਼ ਸਿੰਘ ਗਿੱਲ ਸਾਹਿਬ ਮਾਣੂਕੇ, ਜ਼ਿਲ੍ਹਾ ਮੋਗਾ, ਸੂਬਾ ਪੰਜਾਬ, ਉੱਥੇ ਜੰਮੇ ਨੇ। ਉਹਦੇ ਤੋਂ ਬਾਅਦ ਜਨਮ ਤੋਂ ਬਾਅਦ ਕਲਕੱਤੇ ਬਹੁਤਾ ਸਮਾਂ ਫਾਦਰ ਸਾਹਿਬ ਦੀ ਨੌਕਰੀ ਦੇ ਕਰਕੇ ਉੱਥੇ ਰਹੇ। ਇੰਡੀਆ ਦੇ ਵਿੱਚ ਹਾਕੀ ਖੇਡੀ। ਪੁੱਛਦੇ ਹਾਂ ਕਿ ਭਾਈ ਕੈਨੇਡਾ ਕਿਉਂ ਆਏ, ਉੱਥੇ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਿਉਂ ਨਹੀਂ ਕੀਤੀ? ਇੱਥੇ ਆ ਕੇ ਪੜ੍ਹਾਈ ਪੂਰੀ ਕੀਤੀ, ਪੱਕੇ ਹੋਏ, ਅਤੇ ਫਿਰ ਕੈਨੇਡੀਅਨ ਟੀਮ ਦੇ ਵਿੱਚ ਹਿੱਸੇਦਾਰ ਬਣੇ। ਕੈਨੇਡਾ ਵੱਲੋਂ ਖੇਡੇ ਰੀਓ ਓਲੰਪਿਕ ਬ੍ਰਾਜ਼ੀਲ ਦੇ ਵਿੱਚ। ਉਹ ਬ੍ਰਾਜ਼ੀਲ ਜਿੱਥੇ ਜੰਗਲ ਕਹਿੰਦੇ ਦੁਨੀਆ ਦੇ ਸਭ ਤੋਂ ਵੱਧ ਜੰਗਲ ਜਿਹੜੇ ਐਮਾਜ਼ੋਨ ਦੇ ਜੰਗਲ ਨੇ, ਉਸ ਬ੍ਰਾਜ਼ੀਲ ਦੇ ਵਿੱਚੋਂ ਦੀ ਲੰਘਦੇ ਆ। ਕਹਿੰਦੇ ਆ ਕਈ ਹਿੱਸੇ ਭਾਰਤ ਵਰਗੇ ਵੀ ਨੇ ਉਸ ਦੇਸ਼ ਦੇ। ਅਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਜਿਹੜੀ ਸ਼ਖਸੀਅਤ ਮੇਰੇ ਨਾਲ ਬੈਠੀ ਹੈ, ਕੈਨੇਡਾ ਦੀ ਹਾਕੀ ਟੀਮ ਦੇ ਵਿੱਚ ਸਿੱਖੀ ਸਰੂਪ ਵਾਲੇ ਪਹਿਲੇ ਖਿਡਾਰੀ ਸੀ। ਜਾਣੀ ਬੜੇ ਬਹਾਨੇ ਹੁੰਦੇ ਆ, ਨਹੀਂ ਜੀ ਉੱਥੇ ਫਿਰ ਇੱਦਾਂ ਨਹੀਂ ਚੱਲਣਾ ਜੀ, ਉੱਦਾਂ ਨਹੀਂ ਚੱਲਣਾ, ਪਰ ਤੁਹਾਡੇ ਸਾਹਮਣੇ ਨੇ ਭਾਈ। ਕਈ ਸਾਲ ਕੈਨੇਡਾ ਦੀ ਹਾਕੀ ਟੀਮ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਜਗਦੀਸ਼ ਸਿੰਘ ਗਿੱਲ ਹੋਰਾਂ ਨੇ ਪ੍ਰਤੀਨਿਧਤਾ ਕੀਤੀ। ਸਾਰਾ ਕੁਛ ਹੀ ਜਾਣੀ ਸੰਭਵ ਹੋ ਸਕਦਾ ਜੇ ਅਸੀਂ ਉੱਦਮ ਕਰੀਏ। ਜਗਦੀਸ਼ ਜੀ, ਹੁਣ ਮੈਨੂੰ ਦੱਸਿਓ ਕਿ ਭਾਰਤ ਦੀ ਹਾਕੀ ਟੀਮ ਦਾ ਹਿੱਸਾ ਕਿਉਂ ਨਹੀਂ ਬਣੇ? ਉੱਥੇ ਕੀ ਸਮੱਸਿਆ ਆਈ? ਜਾਂ ਫਿਰ ਤੁਹਾਡੇ ਮਨ ਦੇ ਵਿੱਚ ਜਾਣੀ ਬਹੁਤ ਐਂ ਲੱਗਦਾ ਹੈ ਵੀ ਮੈਂ ਕੈਨੇਡਾ ਜਾਣਾ ਹੀ ਜਾਣਾ, ਮੈਂ ਜਾਣਾ ਹੀ ਜਾਣਾ, ਜਾਂ ਫਿਰ ਉੱਥੇ ਭਵਿੱਖ ਸੁਰੱਖਿਅਤ ਨਹੀਂ ਸੀ? ਜੇ ਤੁਸੀਂ ਇੱਥੇ ਆ ਕੇ 4 ਸਾਲ ਹਾਕੀ ਛੱਡ ਕੇ ਕੈਨੇਡਾ ਦੀ ਟੀਮ ਦੇ ਹਿੱਸੇਦਾਰ ਬਣ ਸਕਦੇ ਹੋ, ਉੱਥੇ ਕਿਉਂ ਨਾ ਬਣੇ? ਕਿਉਂ ਆਏ ਇੱਥੇ? ਪਹਿਲੀ ਗੱਲ ਇਹ ਹੈ ਜੀ, ਉੱਥੇ ਆਪਣੇ ਜੇ ਸੋਚਿਆ ਜਾਵੇ, ਆਪਾਂ ਹਰ ਬੱਚੇ ਕੋਲ ਜਦੋਂ ਕੋਈ ਵੀ ਸ਼ੁਰੂ ਕਰਦਾ ਗਾ, ਮੇਰੇ ਹਿਸਾਬ ਨਾਲ ਸ਼ੁਰੂ ਤਾਂ ਹੀ ਕਰਦਾ ਹੁੰਦਾ, ਉਹਦੇ ਵਿੱਚ ਇੱਕ ਡਰੀਮ ਹੁੰਦਾ ਹੈ ਕਿ ਲਾਈਕ ਹਾਂ ਕੋਈ ਮੈਂਟਰ ਹੁੰਦਾ ਆਪਣਾ। ਗਾਂ ਆਪਾਂ ਉਹਨੂੰ ਦੇਖਦੇ ਹਾਂ ਅਤੇ ਸੋਚਦੇ ਹਾਂ ਕਿ ਹਾਂ ਆਪਾਂ ਵੀ ਇਸ ਜ਼ਿੰਦਗੀ ਵਿੱਚ ਇਹਨਾਂ ਵਰਗੇ ਬਣਾਂਗੇ ਕਿਸੇ ਦਿਨ। ਅਤੇ ਜਦੋਂ ਉਹ ਮੁਕਾਮ ਦੇ ਵਿੱਚ ਆਪਾਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਹੈਗੀਆਂ, ਹਰ ਜ਼ਿੰਦਗੀ ਵਿੱਚ ਹਰ ਪੜਾਅ ਵਿੱਚ ਆਉਂਦੀਆਂ। ਸਾਨੂੰ ਵੀ ਉਸ ਪੜਾਅ ਵਿੱਚ ਬਹੁਤ ਮੁਸ਼ਕਿਲਾਂ ਆਈਆਂ, ਪਰ ਜਦੋਂ ਉਹਦੇ ਵਿੱਚ ਪੋਲੀਟੀਕਲ ਚੀਜ਼ਾਂ ਜਦੋਂ ਆ ਜਾਂਦੀ ਹੈ ਵਿੱਚ, ਉਦੋਂ ਨਿਰਾਸ਼ਾ ਆ ਜਾਂਦੀ ਹੈ ਜੀ। ਕਿਉਂਕਿ ਜਿਹੜੀ ਆਪਣੀ ਆਪਾਂ ਜਿੰਨੀ ਪਿਓਰਿਟੀ ਨਾਲ ਆਪਾਂ ਮਿਹਨਤ ਕਰਦੇ ਹਾਂ, ਔਰ ਜਿੰਨੀ ਪਿਓਰਿਟੀ ਨਾਲ ਆਪਾਂ ਉਸ ਚੀਜ਼ ਨੂੰ ਪਾਉਣ ਦੀ ਹਾਸਲ ਕਰਨ ਦੀ ਉਸ ਚੀਜ਼ ਨੂੰ ਕਿੰਨੀ ਸ਼ਹਾਦਤ ਕਰਦੇ ਹਾਂ ਆਪਾਂ, ਪਰ ਐਟ ਦੀ ਐਂਡ ਆਫ ਦਾ ਜਦੋਂ ਆਪਾਂ ਉਹ ਨਹੀਂ ਮਿਲਦੀ, ਫਿਰ ਬੰਦੇ ਨੂੰ ਨਿਰਾਸ਼ਾ ਜੀ ਹੋ ਜਾਂਦੀ। ਪਰ ਇਸ ਚੀਜ਼ ਨੂੰ ਆਪਾਂ ਜਦੋਂ ਉਸ ਚੀਜ਼ ਨੂੰ ਪਾਉਣ ਦੀ ਲੱਗੇ ਹੋਏ ਹੋ, ਜੁੱਦ ਦੇ ਵਿੱਚ ਲੱਗੇ ਹੋਏ ਹੋ, ਜਦੋਂ ਆਪਣੇ ਪੋਲੀਟੀਕਲ ਚੀਜ਼ਾਂ ਕੁਛ ਆ ਜਾਂਦੀਆਂ ਹੈਗੀਆਂ, ਫਿਰ ਮਨ ਜਿਹਾ ਬਦਲ ਜਾਂਦਾ ਗਾ। ਫਿਰ ਉਹੀ ਕਾਰਨ ਸੀਗਾ ਕਿ ਜਿਹੜਾ ਜਦੋਂ ਆਪਾਂ ਉੱਥੋਂ ਇੰਡੀਆ ਛੱਡਿਆ, ਪਰ ਮੈਂ ਇਸ ਵਿੱਚ ਕਦੇ ਵੀ ਨਹੀਂ ਸੀਗਾ ਕਿ ਮੈਂ ਬਾਹਰ ਜਾਣਾ, ਫੋਰਨ ਜਾਣਾ, ਇਹ ਹੈ ਨਹੀਂ ਸੀਗਾ। ਕਿਉਂਕਿ ਮੇਰਾ ਜਿਹੜਾ ਬੈਂਗਲੌਰ ਵੀ ਜਦੋਂ ਮੈਂ ਐਕਸਲੈਂਸੀ ਵਿੱਚ ਸੀਗਾ, ਜਿਹੜਾ ਇਨਵਾਇਰਮੈਂਟ ਸੀਗਾ, ਸਾਡੇ ਸਾਰੇ ਜੋਬ ਕਰਦੇ ਸੀ, ਉਦੋਂ ਖੇਡਦੇ ਵੀ ਸੀਗੇ, ਪਲੱਸ ਉਦੋਂ ਉਸ ਟਾਈਮ ਵਿੱਚ ਅਤੇ ਜੋਬ ਵੀ ਕਰਦੇ ਸੀ ਪਾਰਟ ਟਾਈਮ, ਠੀਕ ਹੈ ਨਾ। ਉਦੋਂ ਵਿੱਚ ਵੀ ਜਦੋਂ ਆਪਾਂ ਦੇਖਦੇ ਹੁੰਦੇ ਸੀਗੇ ਕਿ ਆਪਣੇ ਇੰਡੀਆ ਵਿੱਚ ਉੱਥੇ ਬੈਂਗਲੌਰ ਵਿੱਚ ਉਦੋਂ ਜੋਬਾਂ ਬਹੁਤ ਸੀਗੀਆਂ, ਐਕਸਪੋਜਰ ਬਹੁਤ ਸੀਗੇ। ਇਸ ਚੀਜ਼ ਨੂੰ ਕਦੇ ਨਹੀਂ ਸੋਚਿਆ ਸੀ ਕਿ ਹਾਂ ਬਈ ਆਪਾਂ ਫੋਰਨ ਜਾਣਾ। ਉਹ ਜਦੋਂ ਉਸ ਜਿਹੜੀ ਆਪਣਾ ਇੱਕ ਪੁਆਇੰਟ ਆਫ ਵਿਊ ਬਣਾਇਆ ਹੋਇਆ ਸੀ ਜ਼ਿੰਦਗੀ ਵਿੱਚ ਕਿ ਆਹ ਹਾਸਿਲ ਕਰਨਾ, ਜਦੋਂ ਸਟੈਪਸ ਦੇਖੀ ਜਾਂਦੇ ਹੁੰਦੇ ਸੀ ਕਿ 3-4 ਵਾਰ ਇਹੋ ਜਿਹਾ ਹੋਇਆ ਦੌਰਾਨ ਕਿ ਜਦੋਂ ਪੋਲੀਟੀਕਲ ਹੋਣ ਵਾਸਤੇ, ਚੀਜ਼ਾਂ ਹੋਣ ਵਾਸਤੇ ਆਪਾਂ ਨੂੰ ਉਹ ਪੱਧਰ ਨਹੀਂ ਮਿਲ ਸਕਿਆ। ਬਸ ਤੁਸੀਂ ਮੇਰੇ ਮੂੰਹ 'ਚੋਂ ਖੋਲ੍ਹੀ ਉਹ ਵਰਡ, ਕਹਿਣਾ ਨਹੀਂ ਚਾਹੁੰਦਾ ਸੀ ਕਿਉਂਕਿ ਇਹ ਨੈਗੇਟਿਵ ਵਰਡ ਆ, ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ ਇਸ ਵਰਡ ਨੂੰ,
ਕਿਉਂਕਿ ਆਪਣੀ ਜ਼ਿੰਦਗੀ ਵਿੱਚ ਜਦੋਂ ਆਪਾਂ ਸਪਾਰਸ਼ ਲੈ ਆਉਂਦੇ ਹਾਂ ਫਿਰ ਆਪਾਂ ਨੂੰ ਐਂ ਲੱਗਦਾ ਕਿ ਆਹ ਚੀਜ਼ ਆਪਾਂ ਨੂੰ ਨਹੀਂ ਹਾਸਿਲ ਹੋਣੀ, ਪਰ ਉਹ ਹੋ ਜਾਂਦੀ ਆ। ਬਟ ਆਪਾਂ ਉਹ ਚੀਜ਼ 'ਚ ਲੱਗੇ ਰਹੀਏ, ਤਾਂ ਹੀ ਮੈਂ ਇਹ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ। ਉਹ ਚੀਜ਼ ਸੀਗੀ, ਤਾਂ ਹੀ ਮੈਂ ਬੈਕਲੌਗ ਕਰ ਗਿਆ ਸੀ ਆਪਣੇ ਆਪ ਨੂੰ। ਵਾਪਸ ਆ ਕੇ ਫਿਰ ਮੈਂ ਇਹੀ ਪ੍ਰੋਗਰਾਮ ਬਣਾਇਆ ਸੀ ਕਿ ਲਾਈਕ ਚਲੋ ਸਟੱਡੀ ਕਰਦੇ ਹਾਂ ਹੁਣ, ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਆਪਣਾ ਕਰੀਏ, ਫਿਰ ਬਾਅਦ ਵਿੱਚ ਇਸ ਕਰੀਅਰ ਨੂੰ ਵਾਪਸ ਲੈ ਕੇ ਆਵਾਂਗੇ। ਹਾਂਜੀ। ਅੱਛਾ ਜਗਦੀਸ਼ ਜੀ, ਮੈਨੂੰ ਇੱਕ ਹੋਰ ਜ਼ਰੂਰ ਦੱਸਿਓ, ਕੈਨੇਡਾ ਦੀ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਕਦੇ ਭਾਰਤ ਵੀ ਖੇਡਣ ਗਏ? ਕੀ ਕਦੇ ਮੌਕਾ ਮਿਲਿਆ? ਜਾਣੀ ਮੈਂ ਵੈਸੇ ਮੈਂ ਮਹਿਸੂਸ ਆਪਾਂ ਉੱਥੇ ਮਾੜੇ ਨਹੀਂ ਕਹਿੰਦੇ, ਵਧੀਆ ਬੰਦੇ, ਇਮਾਨਦਾਰ ਬੰਦਿਆਂ ਦੀ ਵੀ ਕੋਈ ਕਮੀ ਨਹੀਂ। ਫੈਡਰੇਸ਼ਨਾਂ ਦੇ ਵਿੱਚ ਥੱਲੇ ਤੱਕ ਬੇਈਮਾਨ ਵੀ ਬਥੇਰੇ ਨੇ। ਚਲੋ ਆਪੋ ਆਪਣੇ ਹਿਸਾਬ ਨਾਲ ਉਹ ਤਾਂ ਢਾਲ ਆਉਣ ਵਾਲੇ ਬੰਦੇ ਨੇ ਨਾ। ਹੌਲੀ ਹੌਲੀ ਅਸੀਂ ਉਮੀਦ ਕਰਦੇ ਹਾਂ ਬਾਬਾ ਉਹਨਾਂ ਨੂੰ ਸਮੱਤ ਬਖਸ਼ੇ, ਅਸੀਂ ਨਹੀਂ ਕਿ ਉਹਨਾਂ ਨੂੰ ਬਾਹਰ ਕਰੇ, ਉਹਨਾਂ ਦੇ ਦਿਮਾਗ ਦੇ ਵਿੱਚੋਂ ਮਾੜੀ ਚੀਜ਼ ਬਾਹਰ ਕਰੇ। ਕੀ ਕਦੇ ਕੈਨੇਡਾ ਦੀ ਟੀਮ ਦਾ ਹਿੱਸਾ ਹੁੰਦਿਆਂ ਭਾਰਤ ਖੇਡਣ ਗਏ? ਜੇ ਖੇਡਣ ਗਏ ਤਾਂ ਕਿੱਥੇ ਖੇਡੇ ਜਾਂ ਕਿਹੜਾ ਟੂਰਨਾਮੈਂਟ ਸੀ ਅਤੇ ਕਿੱਦਾਂ ਮਹਿਸੂਸ ਹੁੰਦਾ ਸੀ ਉਦੋਂ? ਵੀਰ ਜੀ ਹਾਂਜੀ, ਖੇਡਣ ਗਏ ਆ, ਬਹੁਤ ਸਾਰੇ ਟੂਰਨਾਮੈਂਟ ਖੇਡੇ ਆ ਜੀ ਕੈਨੇਡਾ ਵੱਲੋਂ। ਅਤੇ ਸਭ ਤੋਂ ਵੱਧ ਤਾਂ ਜਦੋਂ ਤੁਸੀਂ ਛੋਟੇ ਹੁੰਦੇ ਇੱਕ ਨੈਸ਼ਨਲ ਐਂਥਮ ਸੁਣਦੇ ਹੋ, ਆਪਣੇ ਉਹਦਾ ਰਟਿਆ ਹੁੰਦਾ ਉਹ ਨੈਸ਼ਨਲ, ਆਪਣੇ ਖੂਨ 'ਚ ਹੁੰਦਾ ਉਹ ਕਿ ਹਾਂ ਵੀ ਹੈ ਨਾ। ਅਤੇ ਇੰਟਰਸਟਿੰਗ ਪਾਰਟ ਇਹ ਹੁੰਦਾ ਸੀ ਜਦੋਂ ਵੀ ਇੰਡੀਆ ਜਾਈਦਾ ਸੀਗਾ ਉੱਥੇ, ਜਦੋਂ ਵੀ ਸਪੈਸ਼ਲੀ ਜਦੋਂ ਇੰਡੀਆ ਦੇ ਨਾਲ ਅਗੇਂਸਟ ਗੇਮ ਹੁੰਦੀ ਸੀਗੀ, ਅਸੀਂ ਮੈਨੂੰ ਯਾਦ ਚੇਤੇ ਆ ਲੰਡਨ ਓਲੰਪਿਕਸ ਦੀ ਕੁਆਲੀਫਾਇਰ ਸੀਗੀ 2012 ਵਿੱਚ, ਉਦੋਂ ਦਿੱਲੀ ਸੀਗੀਆਂ ਉਹ ਕੁਆਲੀਫਿਕੇਸ਼ਨਸ ਰਾਊਂਡਸ, ਉੱਥੇ ਖੇਡੇ ਜੀ ਉਦੋਂ। ਅਤੇ ਉਹਦੇ ਬਾਅਦ ਆਪਣੀ ਇੱਕ ਰਾਏਪੁਰ ਹੈਗਾ ਗਾ ਜੀ, ਉੱਥੇ ਆਪਣੀਆਂ ਵਰਲਡ ਲੀਗ ਫਾਈਨਲਸ ਹੋਈਆਂ ਸੀਗੀਆਂ ਆਪਣੇ ਰੀਓ ਓਲੰਪਿਕਸ ਤੋਂ ਪਹਿਲਾਂ। ਉਹਦੇ ਬਾਅਦ ਛੋਟੇ ਮੋਟੇ ਹੋਰ ਟੂਰਨਾਮੈਂਟਸ ਵੀ ਹੋਏ ਸੀਗੇ ਜੀ, ਉਹ ਮੇਜਰ ਟੂਰਨਾਮੈਂਟ ਸੀਗੇ। ਸਭ ਤੋਂ ਇੰਟਰਸਟਿੰਗ ਪਾਰਟ ਇਹ ਹੁੰਦਾ ਸੀਗਾ ਜਦੋਂ ਵੀ ਇੰਡੀਆ ਦੇ ਅਗੇਂਸਟ ਖੇਡਣਾ, ਉਹ ਨੈਸ਼ਨਲ ਐਂਥਮ ਵੱਜਣਾ, ਉਹ ਰੋਂਗਟੇ ਜੇ ਮੈਨੂੰ ਪੰਪ ਅਪ ਉਹ ਨੈਸ਼ਨਲ ਐਂਥਮ ਤੋਂ ਹੀ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ। ਅਤੇ ਉਸ ਚੀਜ਼ ਦੀ ਫੀਲਿੰਗ ਐਕਸਪ੍ਰੈਸ ਕਰਨੀ ਬਹੁਤ ਔਖੀ ਹੋ ਜਾਂਦੀ ਹੈ, ਮੁਸ਼ਕਿਲ ਆ, ਪਰ ਉਹ ਚੀਜ਼ ਕੁਛ ਉਹ ਚੀਜ਼ ਬਹੁਤ ਕੁਛ ਸਿਖਾ ਜਾਂਦੀ ਹੁੰਦੀ ਸੀ ਉਸ ਮੂਮੈਂਟ ਵਿੱਚ ਵੀ। ਇੱਕ ਕਾਮਨੈਸ, ਇੱਕ ਪੋਜ਼ੀਟਿਵਿਟੀ ਉਹਦੇ ਵਿੱਚੋਂ ਬਹੁਤ ਮਿਲਦੀ ਹੁੰਦੀ ਸੀ ਕਿ ਚਲੋ ਸਬਰ ਜਿਹਨੂੰ ਕਹਿੰਦੇ ਨੇ ਕਿ ਆਹ ਦੇਖੋ ਬਈ ਇੱਥੇ ਖੜੇ ਹਾਂ ਜੀ, ਇੱਥੇ ਇਹ ਚੀਜ਼ ਸੀਗੀ ਜੀ। ਹਾਂਜੀ ਹਾਂਜੀ ਠੀਕ ਹੈ। ਅਤੇ ਇੱਥੇ ਜੇ ਮੈਂ ਵਾਪਸ ਤੁਹਾਨੂੰ ਕੈਨੇਡਾ ਵਾਲੇ ਪਾਸੇ ਲੈ ਕੇ ਆਵਾਂ, ਇੱਥੇ ਸਾਰਾ ਕੁਛ ਠੀਕ ਚੱਲੀ ਜਾਂਦਾ? ਕਿਉਂਕਿ ਮੈਂ ਜਦੋਂ ਨਾ ਤੁਹਾਡੇ ਦੇਸ਼ ਦੇ ਵਿੱਚ ਆਇਆ ਸੀ, ਅਜੇ ਥੋੜ੍ਹੇ ਦਿਨ ਹੋਏ ਸੀ, ਤਾਂ ਇੱਕ ਸੱਜਣ ਮਿਲੇ ਅਤੇ ਉਹ ਕਹਿੰਦੇ ਜੀ ਮੈਂ ਵੀ ਖੇਡਦਾ ਸੀਗਾ, ਮੇਰਾ ਬੇਟਾ ਖੇਡਦਾ ਹਾਕੀ, ਫੀਲਡ ਹਾਕੀ ਇਹ ਵਾਲੀ ਨਾ, ਆਈਸ ਹਾਕੀ। ਮੈਂ ਕਿਹਾ ਕਿਤੇ ਉਹਦੇ ਵਿੱਚ ਡਿਸਟਰਬੈਂਸ ਨਾ ਕੋਈ ਹੋਵੇ। ਉਹ ਫੀਲਡ ਕਹਿੰਦੇ, ਪਰ ਇੱਥੇ ਮੈਂ ਗੱਲ ਕੀਤੀ, ਮੈਂ ਕਿਹਾ ਜੀ ਉੱਥੇ ਸਰਕਾਰਾਂ ਹੁਣ ਕੁਛ ਕਰ ਰਹੀਆਂ ਨੇ ਵੀ ਹੋਰ ਵਧੀਆ ਹੋਣਾ ਚਾਹੀਦਾ। ਕਹਿੰਦੇ ਨਹੀਂ, ਉੱਥੇ ਬਹੁਤ ਕੁਛ ਕਰ ਰਹੀਆਂ, ਉੱਥੇ ਨੌਕਰੀਆਂ ਮਿਲਦੀਆਂ, ਸਭ ਕੁਝ ਮਿਲਦਾ, ਇੱਥੇ ਕੱਖ ਨਹੀਂ ਮਿਲਦਾ, ਅਸੀਂ ਤਾਂ ਗਰਾਊਂਡਾਂ ਵੀ ਕਿਰਾਏ 'ਤੇ ਲੈਂਦੇ ਹਾਂ। ਮੈਂ ਹੈਰਾਨ, ਪੈਰਾਂ ਥੱਲੇ ਮਿੱਟੀ ਨਿਕਲ ਗਈ ਵੀ ਯਾਰ ਅਸੀਂ ਤਾਂ ਉੱਥੇ ਬੈਠੇ ਸੁਣਦੇ ਹੁੰਦੇ ਸੀ ਕੈਨੇਡਾ ਦੇ ਵਿੱਚ ਬਹੁਤ ਕੁਛ ਵਧੀਆ ਹੁੰਦਾ। ਹੁਣ ਕਿਉਂਕਿ ਤੁਸੀਂ ਦੋਨਾਂ ਦੇਸ਼ਾਂ ਦੇ ਵਿੱਚ ਖੇਡੇ ਹੋ, ਕੀ ਇੱਥੇ ਜਿਹੜਾ ਬੰਦਾ ਫੀਲਡ ਹਾਕੀ ਖੇਡਦਾ ਹੈ, ਸਾਡੀਆਂ ਮੁਟਿਆਰਾਂ ਜਾਂ ਮੁੰਡੇ, ਉਹਨਾਂ ਦਾ ਭਵਿੱਖ ਧੁੰਦਲਾ ਹੈ? ਜਾਣੀ ਕਿ ਸਰਕਾਰਾਂ ਕੁਝ ਵੀ ਉਹਨਾਂ ਵੱਲ ਧਿਆਨ ਨਹੀਂ ਦਿੰਦੀਆਂ, ਜੇ ਆਪ ਪੈਸੇ ਇਕੱਠੇ ਕਰਕੇ ਗਰਾਊਂਡਾਂ ਰੈਂਟ ਦੇ ਉੱਤੇ ਲੈਣੀਆਂ ਪੈਂਦੀਆਂ। ਕੀ ਇਹਦੇ ਵਿੱਚ ਕੋਈ ਸਕੋਪ ਹੈਗਾ ਐਡਜਸਟਮੈਂਟ ਦਾ ਕਿਸੇ ਤਰੀਕੇ? ਪਹਿਲੀ ਗੱਲ ਵੀਰ ਜੀ, ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਆਪਾਂ ਆਪਣਾ ਭਾਰਤ ਦੇਸ਼, ਆਪਣਾ ਘਰ, ਆਪਣੀ ਜ਼ਮੀਨ ਛੱਡ ਕੇ ਇਸ ਦੇਸ਼ ਵਿੱਚ ਕਿਉਂ ਆਏ ਹਾਂ? ਇਹ ਤਾਂ ਆਏ ਆ ਕਿ ਇੱਥੇ ਆਪਾਂ ਨੂੰ ਗਾਹਾਂ ਦਿਖਦਾ ਫਿਊਚਰ, ਆਪਾਂ ਨੂੰ ਲੱਗਦਾ ਕਿ ਹਾਂ ਵੀ ਆਪਣੇ ਬੱਚੇ ਇੱਥੇ ਕੁਛ ਕਰਨਗੇ, ਠੀਕ ਹੈ ਨਾ, ਇੱਥੇ ਕੁਛ ਹੈਗਾ ਤਾਂ ਹੀ ਆਏ ਆ, ਤਾਂ ਹੀ ਇੱਥੇ ਅਟਰੈਕਸ਼ਨ ਹੈਗੀ ਆਪਾਂ ਨੂੰ, ਨਹੀਂ ਤਾਂ ਆਪਾਂ ਕਿਉਂ ਆਏ ਆ ਇੱਥੇ? ਪਹਿਲੀ ਗੱਲ ਇਹ। ਦੂਜੀ ਗੱਲ ਇਹ, ਜਿਹੜੀ ਸਪੋਰਟਸ ਦੀ ਆਪਾਂ ਕਰਦੇ ਹਾਂ, ਆਪਾਂ ਹਰ ਸਮੇਂ ਇਹੀ ਸੋਚਦੇ ਹਾਂ ਕਿ ਹਾਂ ਵੀ ਆਪਾਂ ਕੰਪੇਅਰ ਕਰ ਲੈਂਦੇ ਹਾਂ, ਇਹ ਨਹੀਂ ਸੋਚਦੇ ਕਿ ਇਹ ਦੇਸ਼ ਨੂੰ ਬਣੇ ਨੂੰ ਕਿੰਨੇ ਸਾਲ ਹੋਏ ਆ ਅਤੇ ਇੰਡੀਆ ਨੂੰ ਬਣੇ ਨੂੰ ਕਿੰਨੇ ਸਾਲ ਹੋਏ ਆ, ਠੀਕ ਹੈ ਨਾ। ਹਜ਼ਾਰਾਂ ਸਾਲਾਂ ਤੋਂ ਆਪਣੇ ਇੰਡੀਆ ਹੈਗਾ ਜੀ, ਇਹਨੂੰ ਬਣੇ ਨੂੰ 150 ਸਾਲ ਹੁਣੇ ਬਣਾ ਕੇ ਹਟੇ ਆ ਜੀ, ਠੀਕ ਹੈ ਜੀ। ਇਹਦੇ ਵਿੱਚ ਜੇ ਤੁਸੀਂ ਜਿਹੜਾ ਕਿ ਨੌਕਰੀਆਂ ਵਾਲਾ ਹੈਗਾ ਪ੍ਰੋਸੈਸ ਅਤੇ ਜਿਹੜਾ ਹੈਗਾ ਸਪੋਰਟ ਵਾਲਾ ਪ੍ਰੋਸੈਸ ਹੈਗਾ, ਇਹ ਸਮਝਣ ਵਾਲੀ ਗੱਲ ਆ। ਇਹ ਕਿਸ ਹਿਸਾਬ ਨੂੰ ਆਪਾਂ ਸਮਝਦੇ ਹਾਂ, ਇਹ ਕਿਸੇ ਹੈਗਾ ਹੈ ਸਪੋਰਟ ਹੈਗੀ ਆ 100%। ਡਿਫਰੈਂਟ ਵੇ ਨਾਲ ਸਪੋਰਟ ਹੈਗੀ ਆ, ਐਜੂਕੇਟਿਡ ਵੇ ਨਾਲ ਸਪੋਰਟ ਹੈਗੀ ਆ। ਸਿਰਫ ਮਨੀ ਨਾ ਦੇਖੋ, ਇਨਵੈਸਟਮੈਂਟ ਦੇਖੋ, ਤੁਹਾਡਾ ਟਾਈਮ ਇਨਵੈਸਟਮੈਂਟ। ਫੋਰ ਐਗਜ਼ਾਮਪਲ ਤੁਸੀਂ ਲਾ ਲਓ, ਇੰਡੀਆ ਵਿੱਚ ਬੰਦਾ ਜਦੋਂ ਹਾਕੀ ਖੇਡਦਾ ਵਾ, ਠੀਕ ਹੈ ਨਾ, ਇਕੱਲੀ ਹਾਕੀ ਖੇਡਦਾ, ਫੋਕਸ ਕੀ ਹੁੰਦਾ ਵਾ ਕਿ ਚਲੋ ਹਾਂ ਨੈਸ਼ਨਲ ਟੀਮ ਖੇਡਣੀ ਹੈ ਜਾਂ ਨੌਕਰੀ ਲੈਣੀ ਹੈ, ਠੀਕ ਹੈ ਜੀ। ਹੁਣ ਦੇ ਹਿਸਾਬ ਦੇ ਨਾਲ ਜੇ ਕੰਪੇਅਰ ਕੀਤਾ ਜਾਵੇ, ਲਾਸਟ 15 ਸਾਲਾਂ ਤੋਂ ਕੋਈ ਸੂਬੇ ਵਿੱਚ ਕੋਈ ਹਾਇਰ ਨਹੀਂ ਕਰ ਰਿਹਾ। ਸਾਰੇ ਹੁਣ ਸਟਾਈਫਨ 'ਤੇ ਜਾਂ ਕੰਟਰੈਕਟ 'ਤੇ 5000 10,000 ਦੀ ਇੰਡੀਆ ਐਟ ਦਿਸ ਮੋਮੈਂਟ। ਹਾਂਜੀ ਹਾਂਜੀ, ਆਹ ਨੈਸ਼ਨਲ ਟੀਮ ਦੇ ਮੁੰਡੇ ਆਉਂਦੇ ਆ, ਉਹ ਕਹਿੰਦੇ ਉਹ ਇੱਥੇ ਮੂਵ ਹੋ ਰਹੇ ਆ, ਉਹ ਸਾਨੂੰ ਪੁੱਛਦੇ ਹੁੰਦੇ ਕਿ ਯਾਰ ਇੱਥੇ ਮੂਵ ਹੋਣਾ, ਇੱਥੇ ਸਾਡਾ ਹੁਣ ਸਕੋਪ ਨਹੀਂ ਮਿਲ ਰਿਹਾ, ਠੀਕ ਹੈ ਜੀ। ਪਰ ਜਿਹੜਾ ਇੱਥੇ ਆ, ਹੁਣ ਇੱਥੇ ਕੰਪੇਅਰ ਕੀਤਾ ਜਾਵੇ, ਤੁਸੀਂ ਜਦੋਂ ਨੈਸ਼ਨਲ ਟੀਮ 'ਚ ਖੇਡਦੇ ਹੋ ਜਾਂ ਤੁਸੀਂ ਆਪਣੇ ਸੂਬੇ ਦੇ ਵੱਲੋਂ ਵੀ ਖੇਡਦੇ ਹੋ, ਤੁਹਾਨੂੰ ਯੂਨੀਵਰਸਿਟੀ ਐਜੂਕੇਸ਼ਨ ਮਾਫ ਹੋ ਜਾਂਦੀ ਹੈ,
ਟੋਟਲ ਨਹੀਂ, ਜਿਹੜੇ ਆਪਾਂ ਸੂਬੇ ਵੱਲੋਂ ਖੇਡਦੇ ਹਾਂ ਕੁਛ ਪਰਸੈਂਟੇਜ ਹੁੰਦੀ ਹੈ। ਜੇ ਤੁਸੀਂ ਸਕੂਲ 'ਚ ਵੀ ਹੋ ਫਿਰ ਵੀ ਤੁਹਾਡੀ ਪਰਸੈਂਟੇਜ ਮਾਫ ਹੁੰਦੀ, ਪਰ ਜੇ ਤੁਸੀਂ ਨੈਸ਼ਨਲ ਟੀਮ 'ਚ ਹੋ ਫਿਰ ਟੋਟਲੀ ਮਾਫ ਹੋ ਜਾਂਦੀ। ਤੁਹਾਨੂੰ ਜਿੰਨੀ ਫੀਸ ਦੇ ਐਜੂਕੇਸ਼ਨ 'ਚ ਕ੍ਰੈਡਿਟ ਹੈਗੇ ਆ ਉਹ ਤੁਹਾਨੂੰ ਮਿਲ ਜਾਂਦੇ ਸਾਰੀ ਜ਼ਿੰਦਗੀ ਵਾਸਤੇ। ਜੋ ਉਸ ਸਮੇਂ ਵਿੱਚ ਤੁਸੀਂ ਨਹੀਂ ਪੜ੍ਹੇ, ਯੂ ਕੈਨ ਯੂਜ਼ ਦੈਟ ਮਨੀ ਐਨੀ ਟਾਈਮ ਆਪਣੀ ਲਾਈਫ ਵਿੱਚ। 20 ਸਾਲ ਬਾਅਦ ਜਦੋਂ ਤੁਹਾਡਾ ਜੀ ਕੀਤਾ ਤੁਸੀਂ ਆਪਦਾ ਸ਼ੁਰੂ ਕਰ ਲਓ। ਹੁਣ ਪੜ੍ਹਾਈ ਪੜ੍ਹ ਲਈ, ਹੁਣ ਆਹ ਨਹੀਂ ਹੋਇਆ, ਆਹ ਕਰ ਲਈ ਆਪਾਂ, ਉਹ ਯੂਜ਼ ਹੋ ਜਾਂਦਾ ਗਾ। ਠੀਕ ਹੈ ਜੀ, ਉਸ ਦੀ ਐਡਵਾਂਟੇਜ ਹੈ। ਤੁਸੀਂ ਹੁਣ ਇੱਥੇ ਲਾ ਲਓ, ਇੱਥੇ ਯੂਨੀਵਰਸਿਟੀ ਵਿੱਚ ਜਿਹੜੇ ਪ੍ਰੋਗਰਾਮਸ ਨੇ $80,000 $90,000 ਦੇ ਨੇ ਪ੍ਰੋਗਰਾਮ। ਠੀਕ ਹੈ ਨਾ, ਉਹ ਇੱਕ ਤਰਫ ਤੋਂ ਜੇ ਆਪਾਂ ਨੂੰ ਫੰਡਿੰਗ ਮਿਲ ਰਹੀ ਹੈ ਗਵਰਨਮੈਂਟ ਤੋਂ, ਉਹ ਕੀ ਆਪਣੀ ਹੈਲਪ ਨਹੀਂ ਗੀ ਐਜੂਕੇਸ਼ਨ ਦੇ ਪੱਖੋਂ। ਆਪਾਂ ਉਹ ਸਾਨੂੰ ਪੜ੍ਹਾਉਣਾ ਚਾਹੁੰਦੇ ਆ ਕਿ ਤੁਸੀਂ ਪੜ੍ਹੋ, ਪੜ੍ਹ ਕੇ ਤੁਸੀਂ ਆਪਣੇ ਪੈਰਾਂ 'ਚ ਕੁਛ ਬਣੋ। ਆਹ ਲਓ ਤੁਹਾਡੀ ਫੀਸ ਤੁਹਾਨੂੰ ਮਾਫ ਕਰ ਦਿਓ, ਖੇਡੋ ਵੀ ਅਤੇ ਪੜ੍ਹੋ ਵੀ। ਔਰ ਬੱਚੇ ਕਰਦੇ ਨੇ ਵੀਰ ਜੀ। ਆਪਣੀ ਨੈਸ਼ਨਲ ਟੀਮ ਦੇ ਵਿੱਚੋਂ ਲੋਕ ਡਾਕਟਰ ਬਣੇ ਨੇ, ਸਰਜੈਂਟ ਬਣੇ ਨੇ। ਠੀਕ ਹੈ ਨਾ, ਅਤੇ ਉਹ ਸਾਰੇ ਪੜ੍ਹ ਕੇ ਹੀ ਬਣੇ ਆ ਔਰ ਪਲੱਸ ਨੈਸ਼ਨਲ ਟੀਮ ਵਿੱਚ ਖੇਡਦੇ ਸੀਗੇ। ਹੁਣ ਇਹ ਦੇਖਿਆ ਜਾਵੇ ਕਿ ਹਾਂ ਵੀ ਕਿਵੇਂ ਪ੍ਰੋਗਰਾਮ ਕਰਦੇ ਸੀਗੇ। ਹੁਣ ਜੇ ਫਿਰ ਮੈਂ ਆਪਾਂ ਕੰਪੇਅਰ ਕਰਦੇ ਹਾਂ ਹਾਕੀ ਵਾਸਤੇ, ਜੀ ਚਲੋ ਠੀਕ ਆ, ਆਪਣਾ ਇੰਡੀਆ ਵਿੱਚ ਆਪਣੀ ਉਹਨਾਂ ਕੋਲ ਪ੍ਰੋਗਰਾਮ ਚੰਗੇ ਆ, ਨੌਕਰੀਆਂ ਮਿਲਦੀਆਂ, ਪੈਸਾ ਮਿਲਦਾ ਗਾ। ਠੀਕ ਹੈ ਜੀ, ਫਿਰ ਆਪਣੇ ਲਾਸਟ ਰੀਓ ਓਲੰਪਿਕ ਅਸੀਂ ਖੇਡੇ ਸੀਗੇ ਇੰਡੀਆ ਦੇ ਅਗੇਂਸਟ, ਸਾਡਾ 2-2 ਰਿਜ਼ਲਟ ਕਿਉਂ ਸੀ ਡਰਾ? ਜੇ ਇੰਨਾ ਤੁਹਾਨੂੰ ਫੈਸਿਲਿਟੀਜ਼ ਨੇ, ਇੰਨਾ ਕੁਛ ਹੈਗਾ ਗਾ, ਸਾਨੂੰ ਕੁਛ ਨਹੀਂ ਮਿਲਦਾ, ਸਟਿਲ ਅਸੀਂ ਕਿਉਂ ਰਿਜ਼ਲਟ ਦੇ ਰਹੇ ਹਾਂ? ਦੇਰ ਇਜ਼ ਸਮਥਿੰਗ ਇਜ਼ ਦੇਅਰ ਜਿਹੜਾ ਕਿ ਸਾਨੂੰ ਵੀ ਮਿਲ ਰਿਹਾ ਗਾ। ਬਸ ਇਹੀ ਆਪਾਂ ਉਸ ਚੀਜ਼ ਨੂੰ ਕਿਸ ਹਿਸਾਬ ਨਾਲ ਦੇਖਦੇ ਹਾਂ। ਜੇ ਆਪਾਂ ਐਜੂਕੇਸ਼ਨ ਪੱਖੋਂ ਦੇਖੀਏ ਤਾਂ ਇੱਥੇ ਆਪਾਂ ਨੂੰ ਐਜੂਕੇਸ਼ਨ ਦੀ ਸਪੋਰਟ ਹੈਗੀ ਆ। ਬੱਚਿਆਂ ਨੂੰ ਪੜ੍ਹਾਈ ਵੱਲ ਲਾਓ, ਨਾਲ ਸਪੋਰਟਸ ਦੇ ਵਿੱਚ ਜੁਆਇਨ ਕਰੋ, ਅਤੇ ਈਜ਼ੀਲੀ ਹੀ ਆਪਾਂ ਉਸ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਆਪਾਂ ਹਾਸਲ ਐਕਚੁਅਲੀ ਕਰਨਾ ਚਾਹੁੰਦੇ ਹਾਂ। ਕੰਪੇਅਰਿਟੀ ਜਿਹੜੀ ਹੈਗੀ ਆ ਉਹ ਛੱਡ ਕੇ ਆਪਾਂ ਮਿਹਨਤ ਵੱਲ ਆਪਾਂ ਦੇਖੀਏ। ਹਾਂਜੀ। ਅੱਛਾ ਜਗਦੀਸ਼ ਜੀ, ਮੈਨੂੰ ਇੱਕ ਚੀਜ਼ ਹੋਰ ਦੱਸਿਓ। ਇੱਕ ਤਾਂ ਹੈਗਾ ਕਿ ਤੁਸੀਂ ਹਾਕੀ ਖੇਡੀ, ਨਾਲ ਕੰਮਕਾਰ ਆਪਣਾ ਕੀਤਾ, ਜੋ ਵੀ ਲੰਗਰ ਪਾਣੀ ਪ੍ਰਸ਼ਾਦ ਦੇ ਲਈ ਨਾ, ਸਰੀਰ ਬੰਦਾ ਹੁੰਦਾ ਵੀ ਜੇ ਤੁਹਾਡੇ ਸਰੀਰ ਚੰਗਾ ਨਾ, ਭਾਵੇਂ ਤੁਹਾਡੇ ਕੋਲ ਕੱਖ ਵੀ ਨਾ ਹੋਵੇ, ਤੁਸੀਂ ਸਭ ਕੁਝ ਠੀਕ ਹੀ ਹੋ, ਸਿਹਤਮੰਦ ਹੋ। ਖੇਡਾਂ ਕਿੰਨੀਆਂ ਕੁ ਜ਼ਰੂਰੀ ਨੇ? ਮੈਂ ਕੈਨੇਡਾ ਦੇ ਪੱਖ ਤੋਂ ਤੁਹਾਡੇ ਨਾਲ ਗੱਲ ਕਰਨ ਲੱਗਾ ਕਿ ਘਰਾਂ ਦੀਆਂ ਕੀਮਤਾਂ ਵੱਧ ਗਈਆਂ, 2-2 ਕੰਮ ਕਰਨੇ ਪੈਂਦੇ ਆ। ਦੋਨੋਂ ਆਦਮੀ ਔਰਤ ਦੋਨੋਂ ਕੰਮ ਕਰਦੇ ਨੇ, ਬੱਚਿਆਂ ਵੱਲ ਧਿਆਨ ਪੂਰਾ ਮਜਬੂਰੀ ਹੋ ਜਾਂਦੀ, ਨਹੀਂ ਦਿੱਤਾ ਜਾਂਦਾ। ਪਰ ਫਿਰ ਵੀ ਮੈਂ ਕਹਿੰਦਾ ਕਿ ਘਰ ਬਣ ਗਏ, ਕਾਰੋਬਾਰ ਸ਼ੁਰੂ ਹੋ ਗਏ, ਕਿੰਨਾ ਕੁ ਜ਼ਰੂਰੀ ਹੈ ਕਿ ਇੱਕ ਛੋਟੇ ਬੱਚੇ ਨੂੰ, ਜ਼ਰੂਰੀ ਨਹੀਂ ਫੀਲਡ ਹਾਕੀ ਵੱਲ, ਕਿਸੇ ਵੀ ਖੇਡ ਦੇ ਵਿੱਚ ਪਾਉਣਾ, ਉਹਦੀ ਤੰਦਰੁਸਤੀ ਦੇ ਲਈ, ਉਹਦੇ ਟੀਮ ਸਪਿਰਿਟ ਉਹਦੇ ਵਿੱਚ ਲਿਆਉਣ ਦੇ ਲਈ, ਸਮਾਜ ਦੇ ਵਿੱਚ ਵਿਚਰਨ ਦੇ ਲਈ। ਸਭ ਤੋਂ ਵੱਡੀ ਗੱਲ ਹੈ ਕਿ ਜਿੱਤ ਤਾਂ ਵੱਖਰੀ ਗੱਲ ਹੈ, ਹਾਰ ਨੂੰ ਸਹਿਣ ਕਰਨ ਦੀ ਸ਼ਕਤੀ ਸਿੱਖਣ ਦੇ ਲਈ ਤੁਹਾਨੂੰ ਕੀ ਲੱਗਦਾ ਖੇਡਾਂ ਕਿੰਨੀਆਂ ਜ਼ਰੂਰੀ ਨੇ? ਜਿਵੇਂ ਤੁਸੀਂ ਕਹਿ ਹੀ ਗਏ ਹੋ ਵੀਰ ਜੀ, ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ, ਜਿਹੜੀ ਸਪੋਰਟਸ ਦੀ ਆਪਾਂ ਦੇਖੀਏ, ਆਪਣੇ ਗੁਰੂ ਸਾਹਿਬ ਵੀ ਸ਼ੁਰੂ ਤੋਂ ਆਪਾਂ ਨੂੰ ਇਹ ਦੇ ਗਏ ਆ ਕਿ ਸੰਤ ਅਤੇ ਸਫਾਈ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ। ਸਫਾਈ ਦਾ ਮੀਨਿੰਗ ਇਹੀ ਆ ਆਪਣੀ ਅੱਜ ਦੇ ਟਾਈਮ ਦੇ ਵਿੱਚ ਕਿ ਆਪਣੇ ਆਪ ਨੂੰ ਤੁਸੀਂ ਫਿੱਟ ਕਿਵੇਂ ਰੱਖਦੇ ਹੋ। ਜੇ ਤੁਸੀਂ ਆਪਣੇ ਆਪ ਸਰੀਰ ਸੈੱਟ ਆ, ਤੁਹਾਡਾ ਸਰੀਰ ਫਿੱਟ ਆ ਤੁਹਾਡਾ, ਤੁਸੀਂ ਜ਼ਿੰਦਗੀ ਵਿੱਚ ਜਿਹੜੀ ਹੈਗੀ ਆ, ਜਿਹੜਾ ਇੱਕ ਸੰਤ ਦਾ ਰੋਲ ਆ ਕਿ ਪੇਸ਼ੈਂਟਲੀ ਆਪਣੀ ਜ਼ਿੰਦਗੀ ਵਿੱਚ ਜਿੰਨੇ ਤੁਸੀਂ ਗੋਲ ਹੋ, ਜਿਹੜੇ ਤੁਸੀਂ ਆਪਣੇ ਨਿੱਕੇ ਸਮੌਲ ਸਟੈਪਸ ਜਿਹੜੇ ਗੋਲ ਹੋ ਅਚੀਵ ਕਿਵੇਂ ਕਰਨੇ, ਜੇ ਤੁਸੀਂ ਫਿਜ਼ੀਕਲੀ ਫਿੱਟ ਹੋ ਤਾਂ ਮੈਂਟਲੀ ਵੀ ਉਸ ਚੀਜ਼ ਨੂੰ ਅਚੀਵ ਕਰ ਸਕਦੇ ਹੋ। ਠੀਕ ਹੈ ਨੀ, ਉਹ ਗੱਲ ਹੋ ਗਈ। ਜਿਹੜੀ ਦੂਜੀ ਗੱਲ ਹੈਗੀ ਆ ਆਪਣੀ, ਤੁਸੀਂ ਕਹਿੰਦੇ ਹੋ ਕਿ ਲਾਈਕ ਸਪੋਰਟਸ ਵਿੱਚ ਆਪਾਂ ਕੋਈ ਵੀ ਸਪੋਰਟਸ ਹੋਵੇ, ਨੋ ਮੈਟਰ ਵਾਟ, ਐਨੀ ਸਪੋਰਟਸ, ਬੱਚੇ ਨੂੰ ਸਭ ਤੋਂ ਵੱਡੀ ਗੱਲ ਆ ਡਿਸਿਪਲਿਨ ਜੀ, ਹਾਰਡ ਵਰਕ, ਟੀਮ ਵਰਕ, ਡੈਡੀਕੇਸ਼ਨ ਜੀ। ਇਹ ਜਦੋਂ ਬੱਚਾ ਸਿੱਖ ਲੈਂਦਾ ਗਾ ਜ਼ਿੰਦਗੀ ਵਿੱਚ, ਉਹ ਕੋਈ ਵੀ ਏਰੀਏ ਵਿੱਚ ਮਾਰ ਨਹੀਂ ਖਾਂਦਾ। ਔਰ ਸਪੋਰਟਸ ਇਹ ਚੀਜ਼ ਨੂੰ ਸਿਖਾਉਂਦੀ ਹੈ। ਨੋ ਡਜ਼ਨਟ ਮੈਟਰ ਉਹ ਕਿਹੜੇ ਸਟੇਜ ਤੱਕ ਖੇਡਿਆ ਗਾ, ਉਹ ਇਸ ਚੀਜ਼ ਨੂੰ 100% ਸਿਖਾਉਂਦੀ ਹੈ। ਇਸ ਲਈ ਮੈਂ ਇਹੀ ਕਹੂੰਗਾ ਕਿ ਆਪਣੇ ਮਾਂ ਪਿਓ ਜਿਹੜੇ ਹੈਗੇ ਆ, ਜਿਹੜੇ ਨੈਚੁਰਲੀ ਇੱਥੇ ਆ ਕੇ ਹਾਰਡ ਵਰਕ ਕਰਦੇ ਆ, ਬਿਲਡਅਪ ਕਰਦੇ ਆ, ਆਪਣੇ ਆਪ ਨੂੰ ਉਹਦੇ ਕਹਿਣ ਨੂੰ ਪੈਰ ਉਨੇ ਹੀ ਪਸਾਰੋ ਜਿੰਨੀ ਕਿ ਆਪਣੀ ਚਾਦਰ ਹੈਗੀ ਹੈ। ਉਹਦੇ ਬਾਅਦ ਐਕਸਟੈਂਡ ਕਰਨ ਦੀ ਲੋੜ ਨਹੀਂ, ਕਿਉਂਕਿ ਬੱਚਿਆਂ 'ਤੇ ਵੀ ਧਿਆਨ ਦੇਣਾ ਗਾ। ਇੱਥੇ ਇਕੱਲੇ ਆਪਾਂ ਇੱਥੇ ਕੋਠੀਆਂ ਨਹੀਂ ਬਣਾਉਣੀਆਂ, ਵੱਡੇ ਘਰ ਨਹੀਂ ਬਣਾਉਣੇ ਗੇ। ਉਨਾ ਕੁ ਹੀ ਕਰੋ ਜਿੰਨਾ ਕੁ ਤੁਹਾਡਾ ਸਰਦਾ ਗਾ, ਅਤੇ ਹਰ ਚੀਜ਼ ਨੂੰ ਇੰਜੋਏ ਕਰੋ। ਆਪਾਂ ਇੱਥੇ ਆ ਕੇ ਖੜ੍ਹ ਕੇ ਗੋਰਿਆਂ ਨਹੀਂ ਝਾਕਣ ਲੱਗ ਜਾਂਦੇ ਆ, ਦੇਖਣ ਲੱਗ ਜਾਂਦੇ ਉਹ ਇੰਨੇ ਜ਼ਿੰਦਗੀ 'ਚ ਕਿੰਨਾ ਇੰਜੋਏ ਕਰਦੇ ਆ। ਵੀਕਐਂਡ 'ਤੇ ਬੋਟਿੰਗ ਕਰਨ ਚਲੇ ਜਾਂਦੇ ਆ, ਬੱਚਿਆਂ ਨੂੰ ਆਈਸ ਹਾਕੀ ਵੀ ਖਿਡਾਉਂਦੇ ਆ। ਉਹਨਾਂ ਦਾ ਵੀ ਇੱਕ ਉਹ ਵੀ ਆਪਣੇ ਵਾਂਗੂ ਹੀ ਇਨਸਾਨ ਹੀ ਆ, ਬੈਲੈਂਸ ਕਰਦੇ ਆ ਲਾਈਫ ਨੂੰ। ਠੀਕ ਹੈ ਨਾ, ਆਪਾਂ ਨੂੰ ਉਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹੈਗੀਆਂ। ਠੀਕ ਹੈ ਨਾ, ਉਹ ਵੀ ਆਪਣੇ ਤੋਂ ਬਹੁਤ ਸਿੱਖਦੇ ਆ, ਆਪਾਂ ਨੂੰ ਵੀ ਉਹਨਾਂ 'ਚੋਂ ਸਿੱਖਣੀ ਚਾਹੀਦੀ ਹੈ। ਫਿਰ ਇਸ ਜਦੋਂ ਆਪਾਂ ਇਹ ਸਾਈਕਲ ਵਿੱਚ ਪੈ ਜਾਂਦੇ ਹਾਂ ਨਾ, ਜਦੋਂ ਸਿੱਖਣ ਸਿਖਾਉਣ ਦੇ ਆਪਾਂ ਸਿੱਖਾਂ, ਤਾਂ ਫਿਰ ਆਪਣੀ ਜ਼ਿੰਦਗੀ ਹੋਰ ਸੁਖਾਲੀ ਹੋ ਜਾਂਦੀ ਹੈ, ਅਤੇ ਨਾਲੇ ਆਪਾਂ ਬੱਚਿਆਂ ਨੂੰ ਚੰਗਾ ਫਿਊਚਰ ਦੇਣ ਲੱਗ ਜਾਂਦੇ। ਅੱਛਾ ਜਗਦੀਸ਼ ਜੀ, ਮੈਨੂੰ ਇੱਕ ਚੀਜ਼ ਹੋਰ ਦੱਸਿਓ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਥੋੜ੍ਹੀ ਜਿਹੀ ਸਟੂਡੈਂਟਸ ਦੀ ਗੱਲ ਕਰ ਲਈਏ ਕਿ ਸਟਰੈਸ ਬਹੁਤ ਹੁੰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਨਾ ਤਾਂ ਪਰਿਵਾਰਾਂ ਦਾ ਕਸੂਰ ਹੈ ਨਾ ਬੱਚਿਆਂ ਦਾ, ਕਿਉਂਕਿ ਉੱਥੇ ਅਸੀਂ ਬੱਚਿਆਂ ਨੂੰ ਇੱਦਾਂ ਪਾਲ ਕੇ ਭੇਜਦੇ ਹਾਂ, ਕੋਈ ਗੱਲ ਨਹੀਂ ਪੁੱਤ ਧੀਏ ਤੂੰ +2 ਕਰਨੀ ਹੈ, ਗ੍ਰੈਜੂਏਸ਼ਨ ਕਰਨੀ ਹੈ ਤਾਂ ਆਇਲਸ ਕਰਕੇ ਜਾਣਾ।
ਸਾਨੂੰ ਦੁਨੀਆਦਾਰੀ ਦਾ ਨਹੀਂ ਪਤਾ ਹੁੰਦਾ, ਚੰਗੇ ਬੁਰੇ ਦੀ ਪਹਿਚਾਣ ਕਰਨੀ ਹੈ। ਫਿਰ ਬੱਚੇ ਸਟਰੈਸ 'ਚ ਆਉਂਦੇ ਆ, ਪ੍ਰੈਸ਼ਰ 'ਚ ਆਉਂਦੇ ਆ। ਕੰਮਾਂ ਵਾਲੇ ਬੜੇ ਬੰਦੇ ਇੰਨੇ ਵਧੀਆ ਐਡਵਾਂਸ ਵੀ ਦੇਣ ਦੇ ਬੱਚਿਆਂ ਨੂੰ ਜਿੱਥੇ ਕੰਮ ਕਰਦੇ ਆ, ਅਤੇ ਐਸੇ ਵੀ ਹੈ ਜਿਹੜੇ ਪੈਸੇ ਮਾਰ ਲੈਂਦੇ ਆ। ਸ਼ੋਸ਼ਣ ਵੀ ਹੁੰਦਾ, ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਅੱਗੇ ਤੋਰਨ ਵਾਲੇ ਬਥੇਰੇ ਨੇ। ਘਰਾਂ ਦੇ ਕਿਰਾਏ ਵੱਧ ਗਏ, ਉਹ ਕਹਿੰਦੇ ਜੀ ਸਾਡੀ ਮੌਰਗੇਜ ਦੀ ਕਿਸ਼ਤ ਵੱਧ ਗਈ, ਵੀ ਦੋਨੋਂ ਹੀ ਧਿਰਾਂ ਫਸੀਆਂ ਪਈਆਂ। ਜਾਣੀ ਸਮਾਂ 4-5 ਸਾਲ ਦਾ ਹੀ ਆ, 2-3 ਸਾਲ ਦੀ ਪੜ੍ਹਾਈ 1-2 ਸਾਲ ਮੁੜ ਕੇ ਪੱਕੇ ਹੋਣ ਲਈ, ਇੰਨਾ ਕੀ ਮਸਲਾ ਆ। ਵੀ ਉਹਦੇ ਵਿੱਚ ਤੁਸੀਂ ਹੁਣ ਵਿਦਿਆਰਥੀਆਂ ਨੂੰ ਕੀ ਸੁਨੇਹਾ ਦਿਓਗੇ ਕਿ ਭਾਈ ਇੱਕ ਸਮਾਂ ਇੱਦਾਂ ਦਾ ਆਉਂਦਾ ਜਦੋਂ ਬੰਦਾ ਥੋੜ੍ਹਾ ਜਿਹਾ ਝੁਕਦਾ, ਥੋੜ੍ਹਾ ਜਿਹਾ ਪ੍ਰੈਸ਼ਰ ਦੇ ਵਿੱਚ ਆਉਂਦਾ ਕਿ ਭਾਈ ਆਪਣੇ ਆਪ ਨੂੰ ਕਾਇਮ ਕਿੱਦਾਂ ਰੱਖਣਾ ਹੈ। ਮੈਂ ਇਹਦੇ ਵਿੱਚ ਇੱਕ ਐਗਜ਼ਾਮਪਲ ਵੀ ਦਊਂਗਾ ਅਤੇ ਇੱਕ ਹੋਰ ਦੱਸੂੰਗਾ ਕਿ ਇੰਟਰਨੈਸ਼ਨਲ ਸਟੂਡੈਂਟ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ, ਆਪਾਂ ਨੂੰ ਪਤਾ ਹੁੰਦਾ ਆਪਾਂ ਬਹੁਤ ਇੱਕ ਕੋਰੇ ਕਾਗਜ਼ ਵਾਂਗੂ ਆਉਂਦੇ ਆ, ਆਪਾਂ ਨੂੰ ਕੁਛ ਨਹੀਂ ਪਤਾ ਹੁੰਦਾ ਇੱਥੇ ਲਾਈਫ ਕਿਵੇਂ ਚੱਲਣੀ ਆ, ਕਿਹੜੀ ਐਜੂਕੇਸ਼ਨ ਆਪਣੇ ਲਈ ਵਧੀਆ, ਕਿਹੜੀ ਐਜੂਕੇਸ਼ਨ ਨਹੀਂ ਵਧੀਆ। ਜਦੋਂ ਆਪਾਂ ਇੱਥੇ ਆ ਜਾਂਦੇ ਹਾਂ ਉਹਦੇ ਬਾਅਦ ਆਪਾਂ ਨੂੰ ਪਤਾ ਲੱਗਦਾ ਹੈ ਕਿ ਲਾਈਕ ਯਾਰ ਆਹ ਠੀਕ ਨਹੀਂ ਮੇਰੇ ਲਈ, ਮੈਨੂੰ ਆਹ ਲਾਈਕ ਕਰ ਦਾਂਗਾ ਮੇਰਾ, ਜਾਂ ਆਹ ਐਜੂਕੇਸ਼ਨ ਮੇਰੇ ਲਈ ਸਹੀ ਸੀ। ਜਦੋਂ ਉਹ ਪਾਰਟ ਆਪਾਂ ਨੂੰ ਸਮਝ ਆ ਜਾਂਦਾ ਗਾ, ਪਲੀਜ਼ ਉਦੋਂ ਹੀ ਸਟੱਡੀ ਚੇਂਜ ਕਰ ਲਿਆ ਕਰੋ। ਸਭ ਤੋਂ ਵੱਡੀ ਗੱਲ ਇਹ ਹੈ, ਕਿਉਂਕਿ ਇਹ ਆਪਣਾ ਜ਼ਿੰਦਗੀ ਦੀ ਇੱਕ ਇਨਵੈਸਟਮੈਂਟ ਹੈ। 4 ਸਾਲ ਜੇ ਆਪਾਂ ਇਨਵੈਸਟਮੈਂਟ ਸਹੀ ਜਗ੍ਹਾ 'ਤੇ ਨਹੀਂ ਲਾਈ, ਆਪਾਂ ਗਾਂਹ ਪਰ ਰੁਲਦੇ ਰਹਿਣਾ ਗਾ, ਬਹੁਤ ਟਾਈਮ ਲੱਗ ਜਾਣਾ ਆਪਾਂ ਨੂੰ ਬੈਕ ਟੂ ਆਪਣੀ ਜਿਹੜੀ ਆਪਾਂ ਜ਼ਿੰਦਗੀ 'ਚ ਚਾਹੁੰਦੇ ਹਾਂ। ਆਪਾਂ ਇਹ ਨਹੀਂ ਹੈ ਕਿ ਐਂਡ ਆਫ ਦਾ ਡੇ ਆਪਾਂ ਕਿਤੇ ਕੋਨੇ 'ਚ ਬਹਿ ਕੇ ਸੋਚੀਏ ਯਾਰ ਪੜ੍ਹਾਈ ਉਦੋਂ ਆਹ ਕਰ ਲੈਣੀ ਸੀਗੀ ਮੈਂ, ਠੀਕ ਹੈ ਨਾ। ਇਸ ਲਈ ਇਹ ਸਭ ਤੋਂ ਵੱਡਾ ਪਹਿਲਾਂ ਹੈਗੀ ਚੀਜ਼, ਜਦੋਂ ਆਪਾਂ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਹਾਂ ਇਸ ਚੀਜ਼ ਨੂੰ ਜ਼ਰੂਰ ਇਹਦੇ 'ਚ, ਕਿਉਂਕਿ ਆਪਾਂ ਕੋਲ ਟਾਈਮ ਹੁੰਦਾ, ਜਦੋਂ ਇੱਥੇ ਆ ਜਾਂਦੇ ਹਾਂ ਮਹੀਨੇ ਦਾ ਟਾਈਮ ਹੁੰਦਾ, ਕਿਸੇ ਕੋਲ 2 ਹਫ਼ਤਿਆਂ ਦਾ ਟਾਈਮ ਹੁੰਦਾ, ਯਾਰ ਕਿਸੇ ਕੋਲ 1.5 ਹਫ਼ਤੇ ਦਾ ਟਾਈਮ ਹੁੰਦਾ ਨਾ, ਉਸ ਦੌਰਾਨ ਇਸ ਚੀਜ਼ ਦੀ ਰਿਸਰਚ ਜ਼ਰੂਰ ਕਰਨ ਕਿ ਇੱਥੇ ਆ ਕੇ ਜਦੋਂ ਆਪਾਂ ਨੂੰ ਹਾਂ ਆਹ ਐਜੂਕੇਸ਼ਨ ਆਪਣੇ ਸਹੀ ਨਹੀਂ ਆ, ਆਹ ਮੈਂ ਲਾਈਕ ਕਰਦਾ, ਆਹ ਮੈਨੂੰ ਕਰਨੀ ਚਾਹੀਦੀ ਆ, ਜ਼ਰੂਰ ਸੋਚ ਕਰ ਲਿਆ ਕਰ, ਠੀਕ ਹੈ ਜੀ। ਦੂਜੀ ਗੱਲ ਇਹ ਨਾ ਸੋਚੋ ਕਿ PR ਕਿਵੇਂ ਮਿਲੂਗੀ, ਠੀਕ ਹੈ ਜੀ। ਇੱਥੇ PR ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਰਹਿਣਗੇ ਜੇ ਤੁਸੀਂ ਆਪਦੀ ਐਜੂਕੇਸ਼ਨ ਸਹੀ ਕਰੋਗੇ, ਔਰ ਆਪਣੀ ਜਿਹੜੀ ਚੂਜ਼ ਕਰ ਰਹੇ ਹੋ ਲਾਈਨ, ਜਿਹੜੀ ਮਰਜ਼ੀ ਚੂਜ਼ ਕਰ ਰਹੇ ਹੋ ਲਾਈਨ, ਉਸ ਲਾਈਨ 'ਚ ਰਹੋ, ਤੁਹਾਨੂੰ ਤਰੱਕੀ ਜ਼ਰੂਰ ਮਿਲੂਗੀ। ਵਰਕ ਪਰਮਿਟ ਜ਼ਰੂਰ ਐਕਸਟੈਂਡ ਹੋਣਗੇ ਤੁਹਾਡੇ। ਤੁਸੀਂ ਇਹ ਨਾ ਸੋਚੋ ਕਿ ਇਹ ਲਾਈਨ ਵਿੱਚ ਜਾ ਗਿਆ ਗਾਂ ਮੇਰਾ ਵਰਕ ਪਰਮਿਟ ਤੋਂ ਬਾਅਦ PR ਕਿਵੇਂ ਹੋਊਗੀ। 100% ਹਰ ਚੀਜ਼ ਦੇ ਇੱਥੇ ਸੋਲਿਊਸ਼ਨਸ ਹੈਗੀ ਹੈ। ਜੇ ਤੁਸੀਂ ਸਟਿਕ ਰਹੋਗੇ ਉਸ ਚੀਜ਼ ਵਿੱਚ ਅਤੇ ਗਾਹਾਂ ਆਪਣੇ ਆਪ ਨੂੰ ਕੰਟੀਨਿਊ ਰੱਖੋਗੇ। ਐਗਜ਼ਾਮਪਲ ਦੀ ਗੱਲ ਕਰਦਾ ਸੀਗਾ, ਆਪਣੀ ਬੜੀ ਸਿਸਟਰ ਸੀਗੇ, ਸਭ ਤੋਂ ਐਲਡਰ ਸਿਸਟਰ, ਠੀਕ ਹੈ ਜੀ। ਐਜੂਕੇਸ਼ਨ ਵਿੱਚ ਬਹੁਤ ਵਧੀਆ ਸੀਗੇ ਜੀ ਉਹ। ਜਦੋਂ ਮੈਂ ਇੰਡੀਆ ਤੋਂ ਇੱਥੇ ਆਇਆ, ਮੈਂ ਜਦੋਂ ਪੜ੍ਹਾਈ ਕਰਦਾ ਸੀ, ਪੜ੍ਹਾਈ ਦੇ ਦੌਰਾਨ ਮੇਰੇ ਦਿਲ 'ਚ ਇਹ ਸੀਗਾ ਕਿ ਲਾਈਕ ਮੇਰੀ ਸਿਸਟਰ ਨੂੰ ਕਿਤੇ ਨਾ ਕਿਤੇ ਮੁਕਾਮ 'ਤੇ ਜ਼ਰੂਰ ਲੈ ਕੇ ਜਾਣਾ, ਕਿਉਂਕਿ ਮੈਨੂੰ ਪਤਾ ਸੀਗਾ ਕਿ ਉਹ ਐਜੂਕੇਸ਼ਨ 'ਚ ਬਹੁਤ ਚੰਗੇ ਨੇ। ਮੇਰੇ ਤੋਂ ਵੀ ਵਧੀਆ, ਹਾਂਜੀ, ਮੇਰੇ 100% ਮੇਰੇ ਤੋਂ ਬਹੁਤ ਵਧੀਆ ਨੇ ਜੀ। ਪਰ ਮੈਨੂੰ ਐਂ ਸੀ ਕਿ ਉੱਥੇ ਰਹਿ ਕੇ ਉਹਨਾਂ ਦੀ ਜ਼ਿੰਦਗੀ ਨਹੀਂ ਖਰਾਬ ਹੋਣੀ ਚਾਹੀਦੀ। ਉਹਨਾਂ ਦੇ ਫਲਰਿਸ਼ ਹੈਗਾ, ਉਹਨਾਂ ਕੋਲ ਹੈਗਾ, ਉਹ ਚੀਜ਼ ਹੈਗੀ ਸੀ, ਦਿਖਦੀ ਸੀਗੀ ਮੈਨੂੰ। ਫਿਰ ਮੈਂ ਉਹਨਾਂ ਨੂੰ ਫਿਰ ਇੱਥੇ US ਵਿੱਚ ਯੂਨੀਵਰਸਿਟੀ 'ਚ ਐਡਮਿਸ਼ਨ ਦਵਾਈ। ਉੱਥੇ ਜਦੋਂ ਆਏ ਉਹ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਉਹਨਾਂ ਨੂੰ ਐਡਮਿਸ਼ਨ ਮਿਲੀ ਜੀ, ਅਤੇ ਉਹਨਾਂ ਨੇ ਉੱਥੇ ਮਾਸਟਰਸ ਕੀਤੀ, ਆਪਦੀ ਡਬਲ ਮਾਸਟਰਸ ਕੀਤੀ ਉਹਨਾਂ ਨੇ, ਅਤੇ ਉਹ ਅੱਜ ਸਾਇੰਟਿਸਟ ਨੇ, ਠੀਕ ਹੈ ਨਾ ਜੀ। ਉਹ ਪੂਰੀ ਫੁੱਲ ਸਪੋਰਟ ਸੀਗੀ ਆਪਣੀ, ਜਿੰਨਾ ਮਰਜ਼ੀ ਪੜ੍ਹਨਾ ਪੜ੍ਹੋ, ਆਪਾਂ ਹੈਗੇ ਹਾਂ, ਠੀਕ ਹੈ ਜੀ। ਉੱਥੋਂ ਫਿਰ ਮੂਵ ਹੋ ਕੇ ਉਹ ਇੱਥੇ ਆਪਣੇ ਕੈਨੇਡਾ ਵਿੱਚ ਆਏ, ਯੂਨੀਵਰਸਿਟੀ ਆਫ ਟੋਰਾਂਟੋ ਵਿੱਚ, ਇੱਥੇ PhD ਕੀਤੀ ਉਹਨਾਂ ਨੇ, ਠੀਕ ਹੈ ਨਾ। PhD ਦੇ ਦੌਰਾਨ 7 ਸਾਲ ਉਹਨਾਂ ਦਾ ਵਰਕ ਪਰਮਿਟ ਸੀਗਾ। ਐਵਰੀ ਸਿੰਗਲ ਟਾਈਮ ਉਹ ਕੰਟੀਨਿਊ ਵਰਕ ਪਰਮਿਟ ਆਪਦਾ ਐਕਸਟੈਂਡ ਕਰਦੇ ਸੀਗੇ, ਬਟ ਉਹ ਆਪਦੀ ਜਦੋਜਹਿਦ ਵਿੱਚ ਲੱਗੇ ਰਹੇ ਜਿਹੜੀ ਉਹਨਾਂ ਨੇ ਹਾਸਿਲ ਕਰਨੀ ਸੀ। PR ਆਪਾਂ ਉਹਨਾਂ ਨੂੰ 8 ਸਾਲ ਬਾਅਦ ਮਿਲੀ, ਠੀਕ ਹੈ ਜੀ। ਪਰ ਜਿਹੜੀ ਉਹਨਾਂ ਨੇ ਰਿਸਰਚ ਵਰਕ ਕਰਨੀ ਸੀਗੀ ਉਹਦੇ ਵਿੱਚ ਉਹ ਕਾਮਯਾਬ ਰਹੇ। ਉਹਨਾਂ ਨੇ ਇੱਕ ਸੈੱਲ ਸੀਗਾ ਜਿਹੜਾ ਕਿ ਉਹਨਾਂ ਨੇ ਪ੍ਰੋਡਿਊਸ ਕੀਤਾ, ਜਿਹੜਾ ਕਿ ਐਟ ਦੀ ਐਂਡ ਆਫ ਦਾ ਡੇ ਅੱਜ ਉਹਨਾਂ ਦਾ ਨਾਂ ਹੋਇਆ। ਹੁਣ ਉਹ ਰਿਸਰਚ ਸੈਂਟਰ ਵਿੱਚ ਕੰਮ ਕਰਦੇ ਨੇ, ਕੈਂਸਰ ਰਿਸਰਚ ਸੈਂਟਰ ਵਿੱਚ, ਅਤੇ ਖੁਸ਼ੀ ਹੁੰਦੀ ਹੈ ਕਿ ਜਿਹੜਾ ਡਰੀਮ ਸੀ। ਬਟ ਮੇਰਾ ਕਹਿਣ ਦਾ ਐਗਜ਼ਾਮਪਲ ਇਹੀ ਆ ਕਿ ਉਹ ਆਪਦੀ ਲਾਈਨ 'ਚ ਸਟਿਕ ਰਹੇ। PR ਉਹਨਾਂ ਨੂੰ ਕਹਿੰਦੇ ਸੀਗੇ ਕੈਨੇਡਾ ਤੁਸੀਂ PR ਲਓ, ਤੁਸੀਂ ਨਾ ਜਾਓ ਵਾਪਸ। ਇਹੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਕਿ ਲਾਈਕ ਜਿਹੜੀ ਤੁਸੀਂ ਲਾਈਕ ਕਰਦੇ ਹੋ ਪੜ੍ਹਾਈ, ਜਿਹੜੀ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਕਰਨਾ ਚਾਹੁੰਦਾ ਜ਼ਿੰਦਗੀ ਵਿੱਚ, ਉਹ ਜ਼ਰੂਰ ਚੂਜ਼ ਕਰੋ। ਇਹ ਨਾ ਸੋਚੋ ਕਿ ਆਪਾਂ ਬਿਜ਼ਨਸ ਮੈਨੇਜਮੈਂਟ ਲੈ ਲਈਏ, ਸਾਰੇ ਲਈ ਜਾਂਦੇ ਆ, ਮੈਂ ਵੀ ਉਹੀ ਲੈ ਲਵਾਂ, ਚਲੋ ਰੈਸਟੋਰੈਂਟ 'ਚ ਲੱਗ ਜਾਵਾਂਗੇ ਜਾਂ ਮੈਕਡੋਨਲਡਸ ਲੱਗ ਜਾਵਾਂ, ਟਿਮ ਹਾਰਟਨ ਸੁਪਰਵਾਈਜ਼ਰ ਲੈ ਕੇ ਆਪਾਂ PR ਲੈ ਲਵਾਂ। ਉਹ ਚੀਜ਼ ਨਾ ਕਰੋ, ਬਸ ਇਹੀ। ਕੀ ਬਾਤ ਹੈ ਜੀ। ਬਸ ਤੁਸੀਂ ਥੋੜ੍ਹਾ ਜਿਹਾ ਧਿਆਨ ਇੱਧਰਲੇ ਪਾਸੇ ਭਾਈ ਦੇ ਲਓ। ਜਿਹੜਾ ਬੱਚਾ ਪੜ੍ਹ ਸਕਦਾ ਨਾ, ਤੁਸੀਂ ਨਹੀਂ ਪਿੱਛੇ ਮੁੜ ਕੇ ਦੇਖਣਾ, ਕਿਉਂਕਿ ਹੋ ਸਕਦਾ ਸਾਲ 2 ਸਾਲ 3 ਸਾਲ ਤੰਗੀਆਂ ਹੋਣਗੀਆਂ, ਅਤੇ ਆਪਣਾ ਤਾਂ ਇਤਿਹਾਸ ਹੀ ਤੰਗੀਆਂ ਨਾਲ ਭਰਿਆ। ਤੰਗੀ ਦੇ ਵਿੱਚੋਂ ਹੀ ਜਿਹੜੀਆਂ ਉਹ ਸਫਲਤਾਵਾਂ ਨਿਕਲਦੀਆਂ ਨੇ। ਹੁਣ ਜਿਹੜੇ ਨਿਆਣੇ ਨੂੰ ਬੈੱਡ 'ਤੇ ਪਏ ਨੂੰ ਰੋਟੀ ਮਿਲੂਗੀ, ਉਹ ਕਿੰਨੀ ਕੁ ਤਰੱਕੀ ਕਰ ਲੂਗਾ। ਜਿਹਨੇ ਗਲਾਸ ਪਾਣੀ ਦਾ ਚੱਕ ਕੇ ਪੀਤਾ ਨੇ, ਹਾਂ ਕਰ ਸਕਦਾ ਜੇ ਆਪਣੇ ਆਪ ਨੂੰ ਢਾਲ ਲਵੇ, ਕੋਈ ਵੱਡੀ ਗੱਲ ਨਹੀਂ ਹੈ। ਅੱਛਾ, ਇੱਕ ਮੈਂ ਤੁਹਾਡੇ ਤੋਂ ਹੁਣ ਪੁੱਛਣਾ ਸੀ, ਬਹੁਤ ਸਾਰੇ ਇੱਥੇ ਮਾਂ ਬਾਪ ਨੇ, ਤੁਸੀਂ ਟੋਰਾਂਟੋ ਦੇ ਵਿੱਚ ਰਹੇ, ਅੱਜ ਕੈਲਗਰੀ ਦੇ ਵਿੱਚ ਬੈਠ ਕੇ ਆਪਣੀ ਘਾਹ ਦੇ ਉੱਤੇ ਗੱਲ ਹੋ ਰਹੀ ਹੈ।
ਬਰਫ਼ ਉੱਥੇ ਵੀ ਬਹੁਤ ਪੈਂਦੀ, ਬਰਫ਼ ਇੱਥੇ ਵੀ 4-5 ਮਹੀਨੇ ਬਹੁਤ ਪੈਂਦੀ ਹੈ। ਮੈਂ ਫਿਰ ਵੀ ਦੇਖਦਾ ਸੀ ਕਿ ਮਾਂ ਬਾਪ ਧੰਨਦੇ ਨੇ ਇੱਥੇ, ਕੰਮਾਂ 'ਤੇ ਵੀ ਜਾਣਾ ਹੈ, ਲੰਗਰ ਪਾਣੀ ਪ੍ਰਸ਼ਾਦੇ ਦਾ ਵੀ ਘਰੇ ਪ੍ਰਬੰਧ ਕਰਨਾ ਹੈ ਬੀਬੀਆਂ ਸਾਡੀਆਂ, ਅਤੇ ਬੱਚਿਆਂ ਨੂੰ ਹਾਕੀ ਖਿਡਾਉਣ ਲਈ ਵੀ ਚਾਹੇ ਵੀਕ ਦੇ ਵਿੱਚ ਹਫ਼ਤੇ 'ਚ 2 ਦਿਨ ਨੇ ਚਾਹੇ 3 ਦਿਨ ਨੇ, ਉਹ ਲੈ ਕੇ ਆਉਂਦੇ ਆ, ਨਾਲ ਖੜੇ ਰਹਿੰਦੇ ਆ। ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਜਿਹੜੇ ਮਾਂ ਬਾਪ ਇੰਨੀ ਮਿਹਨਤ ਕਰ ਰਹੇ ਆਪਣੇ ਬੱਚਿਆਂ ਦੇ ਲਈ, ਨਹੀਂ ਤਾਂ ਉਹ ਘਰੇ ਬੈਠੇ ਉਹ ਮੋਬਾਈਲ 'ਤੇ ਖੇਡ ਸਕਦੇ, ਬੱਚੇ ਨੂੰ ਮੋਬਾਈਲ ਦੇ ਕੇ ਪੁੱਤ ਠੀਕ ਹੈ ਮੈਂ ਸੌਂ ਲਵਾਂ, ਮੈਂ ਘਰੇ ਫ਼ੋਨ ਕਰ ਲਵਾਂ, ਵੀ ਜਾਣੀ ਉਹਨਾਂ ਦੀ ਮਿਹਨਤ, ਉਹਨਾਂ ਦੇ ਬੱਚੇ ਖੇਡ ਦੇ ਵਿੱਚ ਉੱਪਰ ਜਾਣ ਨਾ ਜਾਣ, ਇੱਕ ਚੰਗਾ ਇਨਸਾਨ ਤਾਂ ਬਣੇ ਹੀ ਜਾਣਗੇ ਨਾ। ਹਾਂਜੀ ਜ਼ਰੂਰ। ਆਪਣੀ ਜਿਵੇਂ ਪਹਿਲਾਂ ਗੱਲ ਹੋਈ ਹੈ ਜੀ, ਸਪੋਰਟਸ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਅਹਿਮੀਅਤ ਰੱਖਦਾ ਹੈਗਾ, ਆਪਣੀ ਜ਼ਿੰਦਗੀ ਵਿੱਚ ਹਰ ਪੜਾਅ ਵਿੱਚ ਉਹ ਆਪਣੀ ਹੈਲਪ ਕਰਦਾ ਹੈਗਾ। ਮੈਂ ਇਹੀ ਕਹੂੰਗਾ ਕਿ ਜ਼ਰੂਰ ਲੱਗੇ ਰਹੋ ਇਸ ਚੀਜ਼ ਵਿੱਚ, ਬੱਚੇ ਆਪਣੇ ਜ਼ਰੂਰ ਕੁਛ ਨਾ ਕੁਛ ਸਿੱਖਣਗੇ, ਕਿਉਂਕਿ ਇੱਕ ਸੋਸ਼ਲ ਇੱਕ ਇਨਵਾਇਰਮੈਂਟ ਆ, ਜਿਹੜਾ ਆਪਾਂ ਕਹਿ ਦਿੰਦੇ ਹਾਂ ਇੱਥੇ ਆ ਕੇ ਆਪਾਂ ਕੰਮ ਹੀ ਕਰੀ ਜਾਂਦੇ ਨੇ, ਉਸ ਚੀਜ਼ ਨੂੰ ਦੇਖੋ ਕਿ ਇੱਕ ਸੋਸ਼ਲ ਇਨਵਾਇਰਮੈਂਟ ਆ। ਇੱਕ ਬੱਚਾ ਦੂਜੇ ਪਰਿਵਾਰ ਦੇ ਬੱਚੇ ਨਾਲ ਜੁੜਦਾ ਗਾ, ਅਤੇ ਉਹ ਇੱਕ ਦੂਜੇ ਨਾਲ ਇੱਕ ਕਨੈਕਸ਼ਨ ਬਣਦਾ ਗਾ, ਉਹ ਇੱਕ ਟੀਮ ਬਿਲਡ ਹੁੰਦੀ ਆ। ਪੈਰੈਂਟਸ ਨਾਲ ਗੱਲ ਕਰਦੇ ਆ, ਉਹ ਜਿਹੜੀ ਫਿਊਚਰ ਵਿੱਚ ਹੈਗੀ ਇੱਕ ਜਨਰੇਸ਼ਨ ਆਪਣਾ ਜਿਹੜਾ ਗਰੋ ਹੋ ਰਿਹਾ ਗਾ, ਉਹ ਇੱਕ ਫਲਰਿਸ਼ ਹੁੰਦਾ, ਕਿਉਂਕਿ ਆਪਾਂ ਇੱਕ ਦੂਜੇ ਨੂੰ ਦੇਖਦੇ ਹਾਂ, ਇੱਕ ਦੂਜੇ ਨੂੰ ਜਾਣਦੇ ਹਾਂ। ਇਹ ਨਹੀਂ ਹੈ ਕਿ ਆਪਾਂ ਕੰਮਾਂ 'ਤੇ ਹੀ ਹਾਂ ਅਤੇ ਆਪਾਂ ਨੂੰ ਪਤਾ ਨਹੀਂ ਆਪਣਾ ਬੱਚਾ ਕਿੱਥੇ ਹੈ, ਠੀਕ ਹੈ ਨਾ। ਇਸ ਲਈ ਸਪੋਰਟਸ ਵਿੱਚ 2 ਹਫ਼ਤੇ ਜਿਹੜੇ ਵੀ ਹੈਗੇ ਆ ਔਖਾ ਸੌਖਾ ਕੱਢ ਕੇ ਆਪਣੇ ਮਾਂ ਪਿਓ ਨਾਲ ਜਾਂ ਮਾਂ ਨਾਲ ਜਾਂ ਪਿਓ ਨਾਲ ਜ਼ਰੂਰ ਆਪਾਂ ਨੂੰ ਸਪੋਰਟਸ ਵਿੱਚ ਜੋੜਨਾ ਚਾਹੀਦਾ ਬੱਚਿਆਂ ਨੂੰ। ਮੈਂ ਆਖਰੀ ਸਵਾਲ ਹੀ ਆ ਜੀ ਤੁਹਾਡੇ ਲਈ, ਕੈਨੇਡਾ ਦੇ ਵਿੱਚ ਆ ਕੇ ਕੀ ਬੱਸ 'ਚ ਸਫ਼ਰ ਕਰਨਾ ਪਿਆ? ਪਹਿਲੀ ਗੱਲ ਉਹ ਦੱਸ ਦਿਓ। ਕੰਮ ਦੇ ਉੱਤੇ ਰਾਤ ਨੂੰ ਕੰਮ 'ਤੇ ਜਾਂਦੇ ਸੀ, ਬਰਫ਼ ਪਈ 'ਤੇ ਤੁਰ ਕੇ ਵੀ ਜਾਂਦੇ ਸੀ। ਕਾਰ ਕਿੰਨੇ ਚਿਰ ਬਾਅਦ ਲੈ ਲਈ ਸੀ? ਮਹੀਨੇ ਬਾਅਦ, 25 ਦਿਨੀ, 10 ਦਿਨੀ, 15 ਦਿਨੀ, ਅਤੇ ਬਹੁਤ ਮਹਿੰਗੀ ਕਾਰ ਲੈ ਲਈ ਸੀ। ਜਾਣੀ ਮੈਨੂੰ ਪਤਾ ਲੱਗਣਾ ਚਾਹੀਦਾ। ਮੈਂ ਸਾਰੀਆਂ ਚੀਜ਼ਾਂ ਤਾਂ ਪੁੱਛਦਾ ਕਿਉਂਕਿ ਬਹੁਤ ਸਾਰੇ ਬੱਚੇ ਨੇ, ਅੰਤਰਰਾਸ਼ਟਰੀ ਵਿਦਿਆਰਥੀ ਆਏ, ਜਦੋਂ ਉਹਨਾਂ ਨੂੰ ਪਤਾ ਲੱਗੂ ਨਾ ਕਿ ਭਾਈ ਜਗਦੀਸ਼ ਸਿੰਘ ਗਿੱਲ ਸਾਡੇ ਵਾਂਗੂ ਹੀ ਸੀ, ਜਿਹੜੇ ਹਾਲਾਤ ਦੇ ਵਿੱਚ ਅਸੀਂ ਹਾਂ, ਅਤੇ ਮੁੜ ਕੇ ਅਸੀਂ ਕਿਤੇ ਅੱਪੜ ਸਕਦੇ ਹਾਂ। ਔਕੜਾਂ ਕਿੰਨੀਆਂ ਕਾਈਆਂ, ਜਾਣੀ ਕਿ ਆਮ ਬੰਦਿਆਂ ਵਾਂਗੂ ਰਹਿੰਦੇ ਸੀ ਇੱਥੇ, ਉਹ ਦੱਸਿਓ ਜੀ। ਹਾਂਜੀ ਵੀਰ ਜੀ, ਆਮ ਬੰਦਿਆਂ ਨੂੰ ਵਾਂਗੂ ਰਹਿੰਦੇ ਸੀ, ਸਾਰਾ ਕੁਛ ਆਮ ਹੀ ਸੀਗਾ ਜੀ। ਇੰਟਰਨੈਸ਼ਨਲ ਸਟੂਡੈਂਟ ਸੀਗੇ, ਬੱਸਾਂ 'ਤੇ ਹੀ ਜਾਂਦੇ ਹੁੰਦੇ ਸੀਗੇ, ਬੱਸਾਂ 'ਤੇ ਹੀ ਆਉਂਦੇ ਹੁੰਦੇ ਸੀ। ਰਾਤ ਨੂੰ ਜਦੋਂ ਸ਼ਿਫਟ ਕਰਦੇ ਸੀ, ਫੈਕਟਰੀਆਂ 'ਚ ਹੀ ਕੰਮ ਕਰਦੇ ਹੁੰਦੇ ਸੀਗੇ ਜੀ, ਅਤੇ ਫੈਕਟਰੀ ਵਾਲੇ ਆਉਂਦੇ ਜਿਹੜੇ ਏਜੰਟ ਹੁੰਦੇ ਸੀ ਉਹ ਚੱਕਦੇ ਹੁੰਦੇ ਸੀਗੇ ਵੈਨਾਂ 'ਚ, ਉੱਥੇ ਹੀ ਜਾਈਦਾ ਹੁੰਦਾ ਸੀਗਾ, ਉਵੇਂ ਹੀ ਆ ਜਾਈਦਾ ਹੁੰਦਾ ਸੀਗਾ। ਜਦੋਂ ਸਟੂਡੈਂਟ ਵਾਲੀ ਲਾਈਫ ਖਤਮ ਹੋਈ, ਵਰਕ ਪਰਮਿਟ 'ਤੇ ਆਏ, ਉਦੋਂ ਵਿੱਚ ਵੀ ਬੱਸਾਂ 'ਤੇ ਜਾਂਦੇ ਸੀ, ਬੱਸੇ 'ਤੇ ਹੁੰਦੇ ਸੀ। ਜਦੋਂ PR ਮਿਲੀ ਆ, ਠੀਕ ਆ, ਉਹਦੇ ਬਾਅਦ ਗੱਡੀ ਲਿੱਤੀ ਹੈ ਜੀ। PR ਮਿਲਣ ਤੋਂ ਬਾਅਦ 4 ਸਾਲ ਬਾਅਦ ਗੱਡੀ ਲਿੱਤੀ ਸੀਗੀ ਜੀ ਪਹਿਲੇ। ਹਾਂਜੀ ਨਹੀਂ ਟੋਇਟਾ ਕਰੋਲਾ ਸੀਗੀ ਜੀ, ਮੈਨੂੰ ਹਜੇ ਤੱਕ ਚੇਤੇ ਆ, 1999 ਦੀ ਟੋਇਟਾ ਕਰੋਲਾ ਲਿੱਤੀ ਸੀਗੀ ਜੀ। ਹਾਂਜੀ, ਇਹ ਆਪਣੀ ਆਈ ਸੀ $2500 ਦੀ, ਠੀਕ ਹੈ ਜੀ, ਠੀਕ ਹੈ, $2500 ਦੀ ਆਈ ਸੀਗੀ। ਕੀ ਦੱਸੀਏ ਤੁਹਾਨੂੰ ਹੁਣ। ਉਹ ਵੀ ਆਪਣੇ ਨਾਲ ਵੀਰ ਸੀਗੇ, ਮਿੱਤਰ ਆਪਣੇ, ਉਹ ਵੀ ਕੈਲਕਟਾ ਤੋਂ ਸੀ। ਅਸੀਂ ਦੋਨਾਂ ਨੇ ਇਕੱਠੇ ਪੈਸੇ ਪਾ ਕੇ ਉਹ ਲਿੱਤੀ ਸੀ ਗੱਡੀ, ਸਾਂਝੀ ਗੱਡੀ ਲਿੱਤੀ ਜੀ, ਸਾਂਝੀ ਗੱਡੀ ਲਿੱਤੀ ਸੀ। ਕਿਉਂਕਿ ਅਸੀਂ ਉਦੋਂ ਸਵੇਰੇ ਕੀ ਕਰਦੇ ਹੁੰਦੇ ਸੀ, ਅਰਲੀ ਮੋਰਨਿੰਗ, ਮੈਨੂੰ ਚੇਤੇ, ਅਸੀਂ ਨਿਊਜ਼ਪੇਪਰ ਡਿਲੀਵਰੀ ਕਰ ਦਿੰਦੇ ਸੀ। ਸਵੇਰੇ ਸਾਡਾ ਕੰਮ ਹੁੰਦਾ ਸੀ 3 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਅਸੀਂ ਨਿਊਜ਼ਪੇਪਰ, ਇੱਕ ਦਿਨ ਉਹਨੇ ਜਾਣਾ, ਇੱਕ ਦਿਨ ਮੈਂ ਜਾਣਾ। ਆ ਕੇ ਅਸੀਂ 9 ਵਜੇ ਜੋਬ 'ਤੇ ਜਾਂਦੇ ਸੀ, ਆਫਿਸ ਜੋਬ 'ਚ, ਫਿਰ ਸ਼ਾਮ ਨੂੰ ਆ ਕੇ 5:30 ਵਜੇ ਘਰੇ ਆਉਂਦੇ ਹੁੰਦੇ ਸੀਗੇ। ਫਿਰ ਮੈਂ ਆਪਦੀ ਟ੍ਰੇਨਿੰਗ 'ਤੇ ਜਾਂਦਾ ਹੁੰਦਾ ਸੀਗਾ। ਇਹ ਆਪਣੀ ਰੈਗੂਲਰ ਰੂਟੀਨ ਹੁੰਦੀ ਸੀ। ਹਾਂਜੀ ਠੀਕ ਹੈ। ਅਤੇ ਕਦੇ ਰੋਟੀ ਆਪ ਬਣਾਈ ਸੀ ਕਦੇ, ਕਿ ਬਾਹਰੋਂ ਲੈ ਖਾਂਦੇ ਸੀ? ਕਦੇ ਮਾੜਾ ਮੋਟਾ ਕੋਈ ਹੱਥ ਸੇਕ ਲੱਗਾ ਹੱਥ ਨੂੰ, ਕਦੇ ਚਾਹ ਬਣਾਈ, ਦੁੱਧ ਗਰਮ ਕੀਤਾ ਹੋਵੇ, ਹੋਰ ਨਹੀਂ ਕੁਛ ਤਾਂ ਮੈਗੀ ਬਣਾ ਕੇ ਖਾ ਲਈ ਹੋਵੇ? ਜੀ ਜਿੰਨੇ ਚਿਰ ਰਹੇ ਹਾਂ ਅਸੀਂ, ਰੱਬ ਦੀ ਮਿਹਰ ਨਾਲ 2011 ਵਿੱਚ ਆਪਣੀ ਮਾਂ ਇੱਥੇ ਆਈ ਆ। ਉਹ ਜਿਹੜਾ ਸਮਾਂ ਪਿੱਛੇ ਵਾਲਾ 2005 ਤੋਂ 2011 ਵਾਲਾ ਕੱਢਿਆ, ਸਾਰਾ ਕੁਛ ਆਪਣੇ ਆਪ ਬਣਾਇਆ। ਪਰ ਅੱਜ ਮਾਣ ਹੁੰਦਾ ਗਾ ਕਿ ਭੁੱਖੇ ਨਹੀਂ ਮਰਦੇ, ਜਿੱਥੇ ਵੀ ਰਵਾਂਗੇ, ਜਿੱਥੇ ਮਰਜ਼ੀ ਛੱਡ ਦਿਓ, ਜਿਹੜਾ ਕੁਛ ਮਿਲ ਜੂ, ਕੁਛ ਨਾ ਕੁਛ ਤਾਂ ਜ਼ਰੂਰ ਬਣਾਵਾਂਗੇ ਜੀ। ਨਹੀਂ ਜੀ, ਇਹ ਨਹੀਂ ਘਰੋਂ ਸਿੱਖ ਕੇ ਆਏ ਸੀ, ਕਿਉਂਕਿ ਜਿੱਥੇ ਵੀ ਰਹਿੰਦੇ ਸੀਗੇ ਉੱਥੇ ਐਕਸਲੈਂਸੀ 'ਚ ਰਹਿੰਦੇ ਸੀ, ਉੱਥੇ ਐਕਸਲੈਂਸੀ ਮੈਸ ਹੁੰਦੀ ਸੀ, ਆਪਣਾ ਉੱਥੇ ਖਾਂਦੇ ਹੁੰਦੇ ਸੀਗੇ, ਠੀਕ ਹੈ, ਜਿੱਥੇ ਵੀ ਆਏ ਹਾਂ। ਪਰ ਇੱਥੇ ਆ ਕੇ ਜ਼ਿੰਦਗੀ ਦੇ ਪੜਾਅ ਨੇ ਬਹੁਤ ਕੁਛ ਸਿਖਾਇਆ ਜੀ। ਹਾਂਜੀ, ਬੜੀਆਂ ਟੇਢੀਆਂ ਮੇਢੀਆਂ ਰੋਟੀਆਂ ਪਕਾਈਆਂ ਜੀ। ਪਹਿਲਾਂ ਬੜੇ ਉਹਦੇ ਕਹਿੰਦੇ ਮੈਪ ਬਣਾਏ ਵੱਖਰੇ, ਹੌਲੀ ਹੌਲੀ ਉਹ ਗੋਲ ਰੋਟੀ ਵੀ ਫੁੱਲਣ ਲੱਗ ਗਈ ਜੀ। ਹਾਂਜੀ, ਮਿਡਫੀਲਡ ਖੇਡਦਾ ਸੀ ਜੀ। ਹਾਂਜੀ। ਲਓ ਜੀ, ਧੰਨਵਾਦ ਕਰਨਾ ਜਗਦੀਸ਼ ਸਿੰਘ ਗਿੱਲ ਹੋਰਾਂ ਦਾ। ਮੈਂ ਇੱਕ ਵਾਰ ਫੇਰ ਦੱਸ ਦਿਆਂ ਕਿ ਮੋਗੇ ਦੇ ਨੇੜੇ ਪੈਂਦਾ ਪਿੰਡ ਮਾਣੂਕੇ, ਉੱਥੇ ਦਾ ਜਨਮ ਹੈ ਸਰਦਾਰ ਸਾਹਿਬ ਦਾ। ਪਿਤਾ ਜੀ ਦੀ ਨੌਕਰੀ ਏਅਰਫੋਰਸ ਦੀ ਜਿਹੜੀ ਉਹ ਕਲਕੱਤੇ, ਫਿਰ ਕਲਕੱਤੇ ਰਹੇ, ਉੱਥੇ ਜਾ ਕੇ ਪੜ੍ਹੇ। ਉਹਦੇ ਤੋਂ ਬਾਅਦ ਹਾਕੀ ਖੇਡਣੀ ਸ਼ੁਰੂ ਕੀਤੀ, ਪੜ੍ਹਾਈ ਮੁਕੰਮਲ ਕੀਤੀ। ਕਈ ਵਿਸ਼ੇਸ਼ਤਾਵਾਂ ਸੀ, ਮੈਂ ਗੱਲਾਂ ਬਾਤਾਂ ਕਰਦਾ ਫਿਰ ਇੱਕ ਵਾਰੀ। ਉਹਦੇ ਤੋਂ ਬਾਅਦ ਫਿਰ ਪੜ੍ਹਾਈ 'ਤੇ ਇੱਥੇ ਆਏ, ਪੜ੍ਹੇ, ਪੱਕੇ ਹੋਏ, ਹਾਕੀ ਫਿਰ ਖੇਡੀ, ਅਤੇ ਕੈਨੇਡਾ ਦੀ ਨੈਸ਼ਨਲ ਹਾਕੀ ਟੀਮ ਦੇ ਪਹਿਲੇ ਪੂਰਨ ਸਿੱਖੀ ਸਰੂਪ ਵਾਲੇ ਖਿਡਾਰੀ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਮਿਲੀ, ਅਤੇ ਰੀਓ ਓਲੰਪਿਕ ਖੇਡਾਂ ਦੇ ਵਿੱਚ ਕੈਨੇਡਾ ਦੀ ਟੀਮ ਨੂੰ ਰੀਪ੍ਰਜੈਂਟ ਕੀਤਾ। 4-5 ਜਿਹੜੀਆਂ ਚੀਜ਼ਾਂ ਮੈਂ ਸਿੱਖ ਕੇ ਚੱਲਿਆ, ਤੁਹਾਨੂੰ ਚੰਗੀਆਂ ਲੱਗੀਆਂ ਜ਼ਰੂਰ ਦੱਸ ਦਿਓ।
ਪਹਿਲੀ ਗੱਲ ਇਹ ਕਿ ਭਾਈ ਜਦੋਂ ਉੱਥੇ ਥੋੜ੍ਹਾਂ ਵੀ ਹੁੰਦੀਆਂ ਨਾ, ਤੁਹਾਨੂੰ ਸਾਧਨ ਨਹੀਂ ਵੀ ਮਿਲਦੇ ਭਾਰਤ ਦੇ ਵਿੱਚ, ਤਾਂ ਵੀ ਤਰੱਕੀ ਹੋ ਸਕਦੀ ਹੈ। ਦੂਸਰਾ, ਖਿਡਾਰੀ ਖੇਡਣ ਦੇ ਨਾਲ ਪੜ੍ਹ ਵੀ ਸਕਦਾ। ਤੀਸਰਾ, ਪੰਜਾਬ ਦੇ ਵਿੱਚ ਕਿਤਾਬਾਂ ਕਿਉਂ ਨਹੀਂ, ਚਿੱਤਰਕਲਾ ਕਿਉਂ ਨਹੀਂ, ਜਿਹੜਾ ਸਾਡਾ ਟ੍ਰੈਡੀਸ਼ਨਲ ਮਿਊਜ਼ਿਕ ਹੈ ਅਸੀਂ ਉਹ ਬੱਚਿਆਂ ਨੂੰ ਕਿਉਂ ਨਹੀਂ ਸਿਖਾਉਂਦੇ? ਜੇ ਬੰਗਾਲ ਦੇ ਵਿੱਚ, ਕਲਕੱਤੇ ਦੇ ਵਿੱਚ ਹੈਗਾ ਤਾਂ ਸਾਡੇ ਮਨਫੀ ਕਿਉਂ ਸਵਾਲ ਖੜਦਾ ਹੈ। ਉਹਦੇ ਤੋਂ ਅਗਲੀ ਗੱਲ ਕਿ ਜਦੋਂ ਕੋਈ ਚੀਜ਼ ਅਸੀਂ ਕਰਨਾ ਚਾਹੁੰਦੇ ਹਾਂ, ਸ਼ੌਕ ਆ, ਛੁੱਟ ਗਈ, ਸਾਲ 2 ਸਾਲ 3 ਸਾਲ, ਬੋਡੀ ਨੂੰ ਮੇਨਟੇਨ ਰੱਖੋ ਭਾਈ। ਜੇ ਖੇਡਣਾ ਚਾਹੁੰਦੇ ਹੋ, ਜੇ ਸੰਗੀਤ ਸਿੱਖਣਾ ਨਹੀਂ ਕਿਤੇ ਜਾ ਹੁੰਦਾ, ਜਿੰਨਾ ਕੁ ਆਉਂਦਾ ਉਨੇ ਕੁ ਦਾ ਰਿਹਰਸਲ ਤਾਂ ਕਰ ਸਕਦੇ ਆ, ਅਤੇ ਦੁਬਾਰਾ ਉਹ ਚੀਜ਼ ਪੂਰੀ ਹੋ ਸਕਦੀ ਹੈ 4-5 ਸਾਲ ਬਾਅਦ। ਅਤੇ ਸਭ ਤੋਂ ਵੱਡੀ ਗੱਲ ਕਿ ਭਾਈ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਖਾਸ ਤੌਰ 'ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸੁਨੇਹਾ ਹੈ, ਭਾਈ ਉਹਨਾਂ ਦੇ ਮਗਰ ਨਾ ਲੱਗੋ, ਉੜਦਿਆਂ ਦੇ ਮਗਰ ਨਾ ਲੱਗੋ, ਜਿਹੜੇ ਕਹਿੰਦੇ ਕਿ ਭਾਈ ਕਾਰਾਂ ਦੇ ਆਪਾਂ ਪਟਾਕੇ ਪਾਉਣੇ ਆ, ਪਾਰਟੀਆਂ ਸ਼ਾਰਟੀਆਂ ਕਰਨੀਆਂ। ਥੋੜ੍ਹਾ ਜਿਹਾ ਦੂਰ ਰਹੋ। ਪਹਿਲੇ ਸਾਲ ਆਪਣੇ ਚੰਗੇ ਤਰੀਕੇ ਪੜ੍ਹਾਈ ਕਰੋ, ਮੁਕੰਮਲ ਕਰੋ ਪੜ੍ਹਾਈ। ਬਾਈ ਨੇ ਗੱਡੀ ਵੀ PR ਹੋ ਕੇ ਲਈ ਹੈ, ਅਤੇ ਉਹ ਵੀ ਸਾਂਝੀ ਲਈ ਹੈ। ਸਾਂਝ ਦੇ ਵਿੱਚ ਇੱਕ 'ਚ ਬਰਕਤ ਬੜੀ ਹੈ। ਅਤੇ ਜੇ ਹੁਣ ਉੱਥੇ ਰੋਟੀਆਂ ਵੀ ਆਪ ਪਕਾਈਆਂ, ਅਖਬਾਰਾਂ ਵੀ ਡਿਲੀਵਰ ਕੀਤੀਆਂ, ਫੈਕਟਰੀਆਂ ਦੇ ਵਿੱਚ ਕੰਮ ਕੀਤਾ, ਅਤੇ ਸਾਰਾ ਕੁਛ ਹੀ ਜਦੋਂ ਕਰ ਲਿਆ, ਅਤੇ ਭਾਈ ਅੱਜ ਸਫਲਤਾ ਤਾਂ ਸਾਡੇ ਤੁਹਾਡੇ ਸਾਹਮਣੇ ਹੈ ਨਾ। ਇਸ ਕਰਕੇ ਮੈਂ ਉਮੀਦ ਕਰਦਾ ਕਿ ਕਿਸੇ ਨਾ ਕਿਸੇ ਨੂੰ ਅੱਜ ਉਤਸ਼ਾਹ ਮਿਲਿਆ ਜ਼ਰੂਰ ਹੋਊਗਾ। ਬਾਕੀ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਉਹਦੀਆਂ ਟਿੱਪਣੀਆਂ ਕਰ ਦਿਓ। ਅੱਗੋਂ ਵੀ ਇੱਦਾਂ ਦੀ ਗੱਲਬਾਤ ਕਰਦੇ ਰਹੀਏ, ਤੁਸੀਂ ਉਹ ਦੱਸ ਦਿਓ। ਕੈਲਗਰੀ ਦੇ ਵਿੱਚ ਜੈਂਸਸ ਸੈਂਟਰ ਦਾ ਖੇਡ ਮੈਦਾਨ ਹੈ, ਹਾਕੀ ਦੇ ਮੁਕਾਬਲੇ ਚੱਲਦੇ ਸੀ, ਅਤੇ ਜਗਦੀਸ਼ ਭਾਜੀ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਸਾਂਝੀ ਕੀਤੀ ਹੈ। ਭਾਈ ਸਾਹਿਬ ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਸ ਲਾਸਟ ਟਾਈਮ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਜ਼ਿੰਦਗੀ ਵਿੱਚ ਜਿਹਦਾ ਵੀ ਡਰੀਮ ਹੈਗਾ ਉਹਨੂੰ ਪ੍ਰੋਟੈਕਟ ਰੱਖੋ, ਪੇਸ਼ੈਂਸ ਰੱਖੋ, ਉਹ ਜ਼ਿੰਦਗੀ ਵਿੱਚ ਜ਼ਰੂਰ ਤੁਹਾਨੂੰ ਹਾਸਲ ਹੋਊਗਾ ਜੀ। ਕਿਆ ਬਾਤ ਜੀ। ਬਸ ਇੰਨੀ ਕੁ ਚੀਜ਼ ਜਿਹੜੀ ਐਨ ਘੁੱਟ ਕੇ ਖਿੱਚ ਕੇ ਆਪਣੇ ਕੋਲ ਰੱਖ ਲੈਣੀ। ਕੋਈ ਸ਼ਬਦ ਕਿਸੇ ਨੂੰ ਮਾੜਾ ਚੰਗਾ ਲੱਗਾ ਹੋਵੇ, ਭਾਰਤ ਵੀ ਵਧੀਆ, ਕੈਨੇਡਾ ਵੀ ਵਧੀਆ, ਮਿਹਨਤ ਕਰਦੇ ਰਹਿਣਾ, ਉਹਦੇ ਲਈ ਮਾਫੀ ਹੈ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।